ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਸੀਂ ਅੱਜ ਦਾ ਸੈਸ਼ਨ ਪਹਿਲਾ ਸੈਸ਼ਨ ਸ਼ੁਰੂ ਕਰਦੇ ਹਾਂ। ਪਹਿਲੇ ਅਰਦਾਸ ਜਗਬੀਰ ਸਿੰਘ ਜੀ, ਸਭ ਤੋਂ ਪਹਿਲਾਂ ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ। ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਮ ਹੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ। ਸਾਰੇ ਸੱਜਣਾਂ ਨੂੰ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲਾ ਸੈਸ਼ਨ ਔਨ ਸੁਪਰਸਟੀਸ਼ਨਸ, ਭਰਮ ਵਹਿਮ ਜਿਹੜੇ ਸਾਡੇ ਵਿੱਚ ਹੈਗੇ ਉਹਦੇ ਉੱਤੇ ਅਸੀਂ ਸੈਸ਼ਨ 'ਚ ਕਰ ਰਹੇ ਹਾਂ। ਥੋੜ੍ਹੀ ਜਿਹੀ ਹਾਊਸ ਕੀਪਿੰਗ ਵਿੱਚ ਪਲੀਜ਼ ਆਪਣੇ ਆਪ ਨੂੰ ਮਿਊਟ ਕਰ ਲਓ, ਕਿਉਂਕਿ ਜਿਹੜਾ ਇੱਕ ਸਪੀਕਰ ਹੋਵੇ ਤਾਂ ਕਿ ਅਸੀਂ ਸਾਰੇ ਜਣੇ ਉਹਦੀ ਗੱਲ ਸੁਣ ਸਕੀਏ, ਤਾਂ ਕਿ ਬਾਕੀਆਂ ਨੂੰ ਡਿਸਟਰਬੈਂਸ ਨਾ ਹੋਵੇ। ਸੋ ਪਹਿਲੇ ਮੈਂ ਰਿਕੁਐਸਟ ਕਰਦਾ ਡਾਕਟਰ ਜਸਵੰਤ ਸਿੰਘ ਜੀ ਨੂੰ ਪਲੀਜ਼ ਵੈਲਕਮ ਕਰਨ ਸਾਰਿਆਂ ਨੂੰ ਔਨ ਬਿਹਾਫ ਆਫ ਗਲੋਬਲ ਸਿੱਖ ਕਾਉਂਸਲ, ਤੇ ਫਿਰ ਅਸੀਂ ਅੱਗੋਂ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮੈਂ ਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਮੇਰਾ ਨਾਮ ਡਾਕਟਰ ਜਸਵੰਤ ਸਿੰਘ ਹੈ ਜੀ, ਤੇ ਮੈਂ ਫੀਨਿਕਸ ਐਰੀਜ਼ੋਨਾ 'ਚ ਤਕਰੀਬਨ 45-46 ਸਾਲ ਤੋਂ ਰਹਿ ਰਿਹਾ। ਇਹ ਮੇਰੀ ਬੜੀ ਖੁਸ਼ਕਿਸਮਤੀ ਤੇ ਸੁਭਾਗ ਹੈ ਜੀ, ਮੈਨੂੰ ਗਲੋਬਲ ਸਿੱਖ ਕਾਉਂਸਲ ਨੇ ਮੌਕਾ ਦਿੱਤਾ ਕਿ ਮੈਂ ਤੁਹਾਡੇ ਸਾਰਿਆਂ ਦਾ ਥੈਂਕ ਯੂ ਕਰਾਂ। ਗਲੋਬਲ ਸਿੱਖ ਕਾਉਂਸਲ ਜਿਹੜੀ ਹੈ, ਇਹ ਇਸ ਦਾ ਨਾਂ ਹੈ, ਪਰ ਇਹਦੇ ਜਿਹੜੇ ਕੰਮ ਹੈ ਉਹ ਬੜੇ ਯੂਨੀਕ ਹੈ। ਤੇ ਸਭ ਤੋਂ ਵੱਧ ਸਿੱਖਾਂ ਦੀਆਂ ਜਿਹੜੀਆਂ ਲੋੜਵੰਦ ਚੀਜ਼ਾਂ ਦੀ ਜ਼ਰੂਰਤ ਹੈ ਉਹਨੂੰ ਸਮਝ ਕੇ ਕੰਮ ਕਰ ਰਹੀ ਹੈ। ਇਹਨਾਂ ਦੇ ਇੱਕ ਦੋ ਜਿਹੜੇ ਕੰਮ ਬਹੁਤ ਇੰਪੋਰਟੈਂਟ ਉਹ ਇਹ ਹੈ ਕਿ ਸਿੱਖ ਧਰਮ ਵਿੱਚ ਅੱਜ ਕੱਲ੍ਹ ਜਿਵੇਂ ਕਿ ਪੰਜਾਬ ਵਿੱਚ ਕ੍ਰਿਸਚੀਅਨਿਟੀ ਬੜੀ ਫੈਲੀ ਹੋਈ ਹੈ, ਉਹਨਾਂ ਨੂੰ ਘਰ ਵਾਪਸੀ ਤੇ ਵਲਨਰੇਬਲ ਜਿਹੜੇ ਸਿੱਖ ਹੈ ਉਹਨਾਂ ਦੀ ਹੈਲਪ ਕਰਨੀ ਤੇ ਉਹਨਾਂ ਨੂੰ ਸਿੱਖੀ ਦੇ ਰਾਹ ਤੋਰਨਾ। ਤੇ ਦੂਜਾ ਜਿਹੜਾ ਇਹਨਾਂ ਦਾ ਇੰਪੋਰਟੈਂਟ ਕੰਮ ਹੈ ਉਹ ਇਹਨਾਂ ਦਾ ਜਿਹੜੀ ਵੈਬਸਾਈਟ ਹੈ ਗਲੋਬਲ ਸਿੱਖ ਸਕਾਲਰ, ਉਹਦੇ ਵਿੱਚ ਹਰ ਇੱਕ ਬੰਦਾ ਆਪਣੇ ਕੁਐਸਚਨ ਪੁੱਛ ਸਕਦਾ ਹੈ ਗੁਰਬਾਣੀ ਰਿਲੇਟਡ, ਗੁਰਮਤ ਰਿਲੇਟਡ, ਤੇ ਉਹਦਾ ਜਵਾਬ ਦਿੰਦੀ ਹੈ। ਤੇ ਜਿਹੜਾ ਤੀਸਰਾ ਇੰਪੋਰਟੈਂਟ ਕੰਮ ਹੈ ਉਹ ਹੈ ਵੈਬੀਨਾਰ ਹੈ। ਇਹਦੇ ਪਹਿਲਾਂ ਵੈਬੀਨਾਰ ਹੋ ਚੁੱਕਿਆ ਜੀ ਇੱਕ, ਤੇ ਇਹ ਜਿਹੜਾ ਵੈਬੀਨਾਰ ਹੈ ਇਹ ਅੰਧ ਵਿਸ਼ਵਾਸ ਅਤੇ ਵਹਿਮਾਂ ਭਰਮਾਂ ਨੂੰ ਸਾਡੇ ਵਿੱਚੋਂ ਕਿਵੇਂ ਕੱਢਿਆ ਜਾਵੇ, ਇਸ ਵਿਸ਼ੇ ਤੇ ਆਪਾਂ ਨੇ ਸਾਰਿਆਂ ਨੇ ਰਲ ਮਿਲ ਬੈਠ ਕੇ ਇਸ ਦੇ ਕੁਝ ਵਿਦਵਾਨਾਂ ਦੇ ਜਿਹੜੇ ਵਿਚਾਰ ਆ ਉਹਨੂੰ ਸੁਣਨਾ ਹੈ, ਤੇ ਉਦੋਂ ਬਾਅਦ ਅਸੀਂ ਆਪਸ ਵਿੱਚ ਡਿਸਕਸ਼ਨ ਕਰਨੀ ਹੈ ਵੀ ਕੀ ਕੀਤਾ ਜਾਵੇ ਤਾਂ ਜੋ ਸਾਡੀ ਜਾਨ ਇਹਨਾਂ ਜਿਹੜੇ ਸੁਪਰਸਟੀਸ਼ਨ ਹੈ ਉਹਨਾਂ ਤੋਂ ਛੁੱਟ ਸਕੇ। ਇਹਦੇ ਨਾਲ ਹੀ ਮੈਂ ਹੁਣ ਬੇਨਤੀ ਕਰਾਂਗਾ ਕਿ ਜਿਹੜਾ ਪ੍ਰੋਗਰਾਮ ਹੈ ਉਹ ਡਾਕਟਰ ਸਾਹਿਬ ਡਾਕਟਰ ਜਗਜੀਤ ਸਿੰਘ ਜੀ ਜਿਵੇਂ ਠੀਕ ਸਮਝਣਗੇ ਤੇ ਜਿਵੇਂ ਇਹਨਾਂ ਦੀ ਸਕੈਜੂਲ ਬਣਿਆ ਹੋਇਆ ਉਸ ਤਰ੍ਹਾਂ ਸ਼ੁਰੂ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਸਾਡੇ ਗੈਸਟ ਸਪੀਕਰ ਹੈਗੇ ਡਾਕਟਰ ਕਾਲਾ ਸਿੰਘ ਜੀ ਵੈਨਕੂਵਰ ਤੋਂ। ਡਾਕਟਰ ਕਾਲਾ ਸਿੰਘ ਜੀ ਪਲੀਜ਼ ਤੁਸੀਂ 10 ਮਿੰਟ ਲਈ ਆਪਣੀ ਪ੍ਰੈਜੈਂਟੇਸ਼ਨ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਜਗਜੀਤ ਸਿੰਘ ਜੀ ਤੇ ਡਾਕਟਰ ਜਸਵੰਤ ਸਿੰਘ ਜੀ। ਅੱਜ ਦਾ ਜਿਹੜਾ ਟੌਪਿਕ ਹੈ ਵਹਿਮ ਭਰਮ, ਅੰਧ ਵਿਸ਼ਵਾਸ। ਜੇ ਅਸੀਂ ਗੁਰੂ ਨਾਨਕ ਦੇ ਟਾਈਮ ਨੂੰ ਦੇਖੀਏ ਤਾਂ ਉਸ ਵਕਤ
ਦੇ ਜਿਹੜੇ ਮੌਲਵੀ ਬ੍ਰਾਹਮਣ ਉਹ ਲੋਕਾਂ ਨੂੰ ਅਗਰ ਕਿਸੇ ਦੇ ਘਰ ਬਿਮਾਰੀ ਹੋ ਗਈ ਜਾਂ ਕੋਈ ਹੋਰ ਪ੍ਰੋਬਲਮ ਹੋ ਗਈ ਤੇ ਉਹਦੇ ਵਾਸਤੇ ਕੋਈ ਨਾ ਕੋਈ ਵਹਿਮ ਭਰਮ ਪਾ ਦਿੰਦੇ ਸੀ ਕਿ ਇਹ ਕਰੋ ਤਾਂ ਇਹ ਠੀਕ ਹੋ ਜਾਏਗਾ, ਇਹ ਕਰੋ ਤਾਂ ਇਹ ਠੀਕ ਹੋ ਜਾਏਗਾ। ਉਹ ਭਾਵੇਂ ਠੀਕ ਹੋਵੇ ਨਾ ਹੋਵੇ, ਪਰ ਮੌਲਵੀ ਜੀ ਦੀ ਜਾਂ ਬ੍ਰਾਹਮਣ ਸਾਹਿਬ ਜੀ ਦੇ ਫਾਇਦੇ ਜ਼ਰੂਰ ਹੁੰਦੇ ਸੀ ਉਹਦੇ ਵਿੱਚ। ਤੇ ਗੁਰੂ ਨਾਨਕ ਨੇ ਇਸ ਦੇ ਖਿਲਾਫ ਪੁਰਜ਼ੋਰ ਆਵਾਜ਼ ਉਠਾਈ ਕਿ ਇਹਨਾਂ ਦਾ ਕੋਈ ਫਾਇਦਾ ਨਹੀਂ ਔਰ ਇਹਨਾਂ ਚੋਂ ਨਿਕਲਿਆ ਜਾਏ ਬਾਹਰ। ਜਿਹੜੇ ਇਹ ਸਾਡੇ ਅੰਧ ਵਿਸ਼ਵਾਸ ਨੇ ਇਹ ਦੋ ਤਿੰਨ ਤਰੀਕੇ ਦੇ ਨੇ ਅਸਲ ਵਿੱਚ। ਇੱਕ ਤਾਂ ਹੈਗੇ ਨੇ ਰਿਲੀਜੀਅਸ ਤੇ ਕੁਝ ਹੈਗੇ ਨੇ ਕਲਚਰਲ। ਇਹ ਸਾਡੇ ਜੋ ਸਾਨੂੰ ਗੁਰੂ ਨਾਨਕ ਨੇ ਸਾਨੂੰ ਕੱਢਿਆ ਬਾਹਰ, ਅਸੀਂ ਅਸਲ ਦੇ ਵਿੱਚ ਹੁਣ ਬ੍ਰਾਹਮਣਾਂ ਨੂੰ ਵੀ ਪਾਰ ਕਰ ਗਏ ਆ ਜਿੰਨਾ ਅਸੀਂ ਇਹਨਾਂ ਦੇ ਵਿੱਚ ਪਾਈ ਹੋਇਆ। ਮੈਂ ਕਾਰਨਾਂ ਦੇ ਵਿੱਚ ਨਹੀਂ ਹੁਣ ਜਾਵਾਂਗਾ ਕਿਉਂਕਿ ਕਾਰਨ ਹਰੇਕ ਨੂੰ ਪਤਾ ਨੇ। ਡਾਕਟਰ ਸਾਹਿਬ ਤੁਹਾਡਾ ਇੰਟਰਨੈਟ ਕਨੈਕਸ਼ਨ ਫਰੀਜ਼ ਕਰ ਰਿਹਾ ਜੀ। ਪਰ ਕੀ ਕਹਿੰਦੀ ਆ, ਔਰ ਸਾਨੂੰ ਇਹਦੇ ਵਿੱਚੋਂ ਇੱਕ ਸੁੱਖ ਮੰਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਭਰਮ ਚੁਕਾਇਆ। ਅਤੇ ਕਾਕੇ ਦੇ ਥੱਲੇ ਵੀ ਔਂਕੜ ਹੈ ਤੇ ਸੁੱਖ ਕਾਕੇ ਦੇ ਥੱਲੇ ਵੀ ਔਂਕੜ ਹੈ। ਤੇ ਡਬਲ ਮੋਹਰ ਲਗਾ ਦਿੱਤੀ ਗੁਰੂ ਸਾਹਿਬ ਨੇ ਕਿ ਇੱਕ ਸੁੱਖ ਮਾਨਿਆ ਔਰ ਮੈਨੂੰ ਸਹਿਜ ਦੀ ਅਵਸਥਾ ਹੋ ਗਈ, ਮਿਰਚ ਮੈਨੂੰ ਆਨੰਦ ਦੀ ਅਵਸਥਾ ਹੋ ਗਈ। ਕਿੰਨੇ ਕੀਤੀ ਹੈ? ਨਿਰਮਲ ਬਾਣੀ ਭਰਮ ਚੁਕਾਇਆ। ਮੰਮੇ ਦੇ ਥੱਲੇ ਵੀ ਔਂਕੜ ਵਾ ਕਿ ਇੱਕ ਭਰਮ ਕੀ ਮੈਨੂੰ ਜਿਹੜਾ ਵਾ ਕਿ ਸ਼ਾਇਦ ਮੈਨੂੰ ਕਿਤੋਂ ਹੋਰ ਵੀ ਸੁੱਖ ਮਿਲ ਜਾਏਗਾ। ਅਸੀਂ ਦੇਖਦੇ ਹਾਂ ਕਿ ਅਸੀਂ ਪੀਰਾਂ ਫਕੀਰਾਂ ਦੇ ਕੋਲ, ਬ੍ਰਾਹਮਣਾਂ ਦੇ ਕੋਲ, ਮੌਲਵੀਆਂ ਦੇ ਕੋਲ ਬੜੀਆਂ ਮਸਾਣੀਆਂ ਤੇ ਜਾਂਦੇ ਆ। ਜਿਹੜੇ ਲੋਕੀ ਕਾਮੇ ਨੇ ਉਹ ਵਿਸ਼ਵਕਰਮਾ ਦੀ ਪੂਜਾ ਕਰਦੇ ਨੇ ਕਿ ਸ਼ਾਇਦ ਉੱਥੋਂ ਸਾਨੂੰ ਮਿਲੇਗਾ। ਪਰ ਗੁਰੂ ਕਹਿੰਦੇ ਨੇ ਕਿ ਇੱਕ ਸੁੱਖ ਮਾਨਿਆ ਤੇ ਉਹ ਭਰਮ ਚੁਕਾਇਆ। ਇਹ ਸਾਨੂੰ ਦੱਸਣਾ ਹੈ ਦੁਨੀਆ ਦੇ ਵਿੱਚ ਕਿ ਜਿਹੜਾ ਇੱਕ ਸੁੱਖ ਜਿਹੜਾ ਵਾ ਉਹ ਸਾਨੂੰ ਸਿਰਫ ਇੱਕ ਰੱਬ ਦੇ ਕੋਲੋਂ, ਇੱਕ ਗੁਰੂ ਦੇ ਕੋਲੋਂ ਹੀ ਮਿਲ ਸਕਦਾ ਆ, ਬਾਕੀ ਚੀਜ਼ਾਂ ਦੇ ਵਿੱਚ ਨਹੀਂ। 634 ਅੰਗ ਪਰ ਗੁਰੂ ਬਖਸ਼ਿਸ਼ ਕਰ ਰਹੇ ਕਿ ਦੁਰਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਹੁਣ ਸਾਨੂੰ ਇਸ ਚੀਜ਼ ਦਾ ਪ੍ਰਚਾਰ ਕਰਨਾ ਹੈ ਲੋਕਾਂ ਦੇ ਵਿੱਚ ਕਿ ਗੁਰੂ ਸਾਫ਼ ਕਹਿ ਰਹੇ ਨੇ ਕਿ ਮੜੇ ਮਸਾਣ ਨਾ ਜਾਈ। ਮੈਂ ਦੁਬਦਾ ਚ ਨਹੀਂ ਪੰਦਾ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਪ੍ਰਚਾਰ ਕਰਾਂਗੇ ਸੋਲੂਸ਼ਨ, ਤਾਂ ਦੁਨੀਆ ਇਸ ਚੀਜ਼ ਨੂੰ ਸਮਝੇਗੀ। ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਵਾ ਸ਼ਗਨ ਦੀ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਵੱਡੇ ਵੱਡੇ ਘਰ ਹੁੰਦੇ ਸੀਗੇ, ਵੱਡੇ ਵੱਡੇ ਦਰਵਾਜ਼ੇ ਹੁੰਦੇ ਸੀਗੇ, ਉਹਨਾਂ ਦੇ ਜਿਹੜੇ ਹਿੰਜਸ ਹੁੰਦੇ ਸੀਗੀਆਂ, ਜਿਹੜੇ ਕਬਜ਼ੇ ਹੁੰਦੇ ਸੀਗੇ ਲੋਹੇ ਦੇ ਬਣੇ ਹੋਏ ਪੁਰਾਣੇ। ਜੰਗ ਲੱਗ ਗਿਆ, ਘਰ ਅਗਰ ਕਿਸੇ ਨੇ ਆਉਣਾ ਵਾ, ਖਾਸ ਮਹਿਮਾਨ ਨੇ, ਜਿੱਦਾਂ ਵਿਆਹ ਸ਼ਾਦੀਆਂ ਦੇ ਉੱਪਰ, ਤਾਂ ਉਹਦੇ ਵਿੱਚ ਤੇਲ ਪਾ ਦਿੰਦੇ ਸੀ ਸਰੋਂ ਦਾ ਵੀ ਥੋੜਾ ਉਹ ਠੀਕ ਹੋ ਜਾਣ, ਜਰਾ ਚੰਗੇ ਲੱਗਣ, ਥੋੜਾ ਜੰਗ ਵੀ ਨਿਕਲ ਜਾਏ ਤਾਂ ਜੋ ਉਹਨੂੰ ਬੰਦ ਕਰੀਏ ਖੋਲੀਏ ਤਾਂ ਬਹੁਤੀ ਆਵਾਜ਼ ਨਾ ਆਵੇ। ਉਹਨੂੰ ਸ਼ਗਨ ਬਣਾਉਂਦੇ ਹੋਏ ਹੁਣ ਅੱਜ ਕੱਲ੍ਹ ਆਮ ਘਰਾਂ ਦੇ ਵਿੱਚ ਅਸੀਂ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਹੈ, ਕਿਸੇ ਖਾਸ ਮਹਿਮਾਨ ਨੇ ਆਉਣਾ ਆ ਤੇ ਦਰਵਾਜ਼ੇ ਦੇ ਉੱਪਰ ਤੇਲ ਪਾ ਦਿੰਦੇ। ਤਾਂ ਗੁਰੂ ਕੀ ਕਹਿੰਦੇ ਨੇ 401 ਅੰਕ ਉੱਪਰ, ਸ਼ਗਨ ਅਪਸ਼ਗਨ ਤਿਸ ਕੋ ਲਗਾਏ ਜਿਸ ਚੀਤ ਨਾ ਆਵੇ, ਤਿਸ ਜਮ ਨੇੜ ਨਾ ਆਵੇ ਜੋ ਹਰ ਪ੍ਰਭ ਭਾਵੇ। ਇਹ ਸ਼ਗਨ ਔਰ ਅਪਸ਼ਗਨ ਜਿਹੜੇ ਨੇ ਕਿ ਇਹ ਦਿਨ ਚੰਗਾ ਵਾ, ਇਹ ਟਾਈਮ ਚੰਗਾ ਆ, ਇਹ ਘੜੀ ਚੰਗੀ ਆ, ਇਹ ਅੰਧ ਵਿਸ਼ਵਾਸ ਚੰਗਾ ਆ, ਇਹਦੇ ਨਾਲ ਸਗਨ ਹੋਏਗਾ। ਇਹ ਗੁਰੂ ਕਹਿੰਦਾ ਕਿ ਉਹਨਾਂ ਦੇ ਵਾਸਤੇ ਹੈ ਜਿਨ੍ਹਾਂ ਨੂੰ ਰੱਬ ਦੇ ਜਿਹੜੇ ਗੁਣ ਨੇ, ਰੱਬ ਦੀ ਜਿਹੜੀ ਸਿੱਖਿਆ ਹੈ, ਗੁਰੂ ਦੀ ਸਿੱਖਿਆ ਹੈ, ਉਹਦੇ ਜਿਹਦੇ ਮਨ ਦੇ ਵਿੱਚ ਨਹੀਂ ਵਸੀ। ਸਾਨੂੰ ਇਸ ਚੀਜ਼ ਦੇ ਵਾਸਤੇ ਕਿ ਇਹ ਸ਼ਗਨ ਜਿਹੜਾ ਵਾ, ਇਹ ਜਿਹੜਾ ਤੇਲ ਪਾਉਂਦੇ ਆ, ਇਹਨਾਂ ਚੀਜ਼ਾਂ ਦੇ ਬਾਰੇ ਲੌਜੀਕਲੀ ਜਿੱਦਾਂ ਗੁਰੂ ਨਾਨਕ ਨੇ ਜੋ ਕੁਝ ਵੀ ਕੀਤਾ ਉਹਨਾਂ ਨੇ ਲੌਜਿਕ ਦਿੱਤਾ। ਸਾਨੂੰ ਜ਼ਰੂਰਤ ਹੈ ਕਿ ਅਸੀਂ ਇਹ ਪ੍ਰਚਾਰ ਲੌਜਿਕ ਦੇ ਕੇ ਔਰ ਗੁਰੂ ਦੀ ਸਿੱਖਿਆ ਦੇ ਕੇ ਇਸ ਨੂੰ ਦੁਨੀਆ ਤੱਕ ਪਹੁੰਚਾਈਏ। ਹੁਣ ਕਿ ਇੱਕ ਤਰੀਕ ਚੰਗੀ ਹੈ, ਇੱਕ ਤਰੀਕ ਨਹੀਂ ਚੰਗੀ, ਇੱਕ ਦਿਨ ਚੰਗਾ ਹੈ, ਇੱਕ ਦਿਨ ਨਹੀਂ ਚੰਗਾ, ਵੀਰਵਾਰ ਨੂੰ ਇਹ ਨਹੀਂ ਕਰਨਾ, ਬੁੱਧਵਾਰ ਨੂੰ ਇਹ ਨਹੀਂ ਕਰਨਾ। ਤੇ ਗੁਰੂ ਸਾਹਿਬ ਕਹਿੰਦੇ ਨੇ 842 ਅੰਕ ਉੱਪਰ ਕਿ 33 ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। 33 ਵਾਰ ਸਭ ਆਵੇ ਜਾਏ, ਗੁਰ ਸ਼ਬਦ ਨਹਿ ਚਲ ਸਦਾ ਸੱਚ ਸਮਾਏ। ਹੁਣ ਸ਼ਬਦ ਦੇ ਦੱਦੇ ਥੱਲੇ ਔਂਕੜ ਵਾ ਕਿ ਇੱਕ ਸ਼ਬਦ
ਜਿਹੜਾ ਗੁਰੂ ਦਾ ਆ, ਜਿਹੜਾ ਸਾਨੂੰ ਸਿੱਖਿਆ ਦਿੰਦਾ ਆ, ਉਹ ਅਗਰ ਸਾਡੇ ਮਨ ਦੇ ਵਿੱਚ ਇਹ ਜਿਹੜਾ ਸ਼ਬਦ ਨਹੀਂ ਚਲੋ ਸਾਡੇ ਸਮਾ ਗਿਆ, ਤੇ ਸਥਿਤੀਆਂ ਵਾਰੀਆਂ ਤਾਂ ਉਹਦੀਆਂ ਜਾਂਦੀਆਂ ਨੇ, ਸਭ ਉਹਦੇ ਦੇ ਨੇ, ਪਰ ਇਹ ਸਾਡੇ ਦਿਮਾਗ 'ਚ ਅਗਰ ਪੈ ਗਿਆ ਤੇ ਇਹ ਸਾਨੂੰ ਅਸਲੀ ਦਾ ਚੀਜ਼ ਦੱਸੇਗਾ ਕਿ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਕੁਛ ਨਹੀਂ ਹੋ। ਭਾਈ ਗੁਰਦਾਸ ਜੀ ਵਾਰ ਵੀ ਪੌੜੀ 8ਵੀਂ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਐਕਸਪਲੇਨ ਕਰ ਰਹੇ ਨੇ ਕਿ ਸੱਜਾ ਖੱਬਾ ਸੌਣ ਨਾ ਮਨ ਵਸਾਇਆ, ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ। ਵਿਆਹਾਂ 'ਚ ਕੀ ਜਗ੍ਹਾ ਤੇ ਦੇਖੀਦਾ ਵਾ ਕਿ ਜਦੋਂ ਨੌਵੀਂ ਵਹੁਟੀ ਘਰ ਹੁੰਦੀ ਆ ਤੇ ਦਰਵਾਜ਼ੇ ਤੇ ਅੰਦਰ ਪੈਰ ਕੱਢਦੇ ਵਾਲੀ ਸੱਜਾ ਪੈਰ ਕੇ ਕਰੋ ਜਾਂ ਖੱਬਾ ਪੈਰ ਕੱਢੀ ਕਿਹੜਾ ਕਰਦੇ ਨੇ ਮੈਨੂੰ ਤਾਂ ਪਤਾ ਨਹੀਂ, ਪਰ ਕਹਿੰਦੇ ਨੇ ਕਿ ਇਹਦਾ ਪੈਰ ਮੋਰੇ ਕਰਕੇ ਦਵਾ ਭਾਖ ਸੁਭਾਖ ਵਿਚਾਰ ਦਾ ਛਿੱਕ ਬਣਾਇਆ, ਛਿੱਕ ਮਾਰ ਦਿੱਤੀ। ਜਿੱਦਾਂ ਹੁਣੇ ਗੱਲ ਕੀਤੀ ਸੀਗੀ ਵੀ ਇੱਕ ਬਿੱਲੀ ਕਾਲੀ ਆ ਗਈ ਤੇ ਸਿੰਘ ਸਾਹਿਬ ਜੀ ਰੁਕ ਗਏ। ਦੇਵੀ ਦੇਵਨਾ ਸੇਵ ਨਾ ਪੂਜ ਕਰਾਇਆ, ਵਿਸ਼ਵਕਰਮਾ ਦੀ ਬਹੁਤ ਪੂਜਾ ਕਰਦੇ ਨੇ ਸਾਡੇ ਬੰਦੇ। ਭੰਬਲਪੁਰ ਸੇ ਖਾਏ ਨਾ ਮਨ ਪਰਮਾਇਆ, ਤੇ ਗੁਰੂ ਕਹਿੰਦਾ ਕਿ ਗੁਰਮੁਖ ਸੱਚਾ ਖੇਤ ਬੀਜ ਫਲਾਇਆ। ਖੇਤ ਦੇ ਤੱਤੇ ਦੇ ਥੱਲੇ ਔਂਕੜਵਾ ਇੱਕ ਖੇਤ, ਉਹ ਕਿਹੜਾ ਗੁਰੂ ਦੀ ਸਿੱਖਿਆ ਦਾ, ਉਹਦੇ ਵਿੱਚ ਕਿਹੜਾ ਬੀਜ ਪਾਉਣਾ ਵਾ ਗੁਰੂ ਦੀ ਸਿੱਖਿਆ ਦਾ, ਉਸ ਨੂੰ ਗੁਰਸਿੱਖ ਨੇ ਫਲਾਉਣਾ ਆ, ਇਹਨਾਂ ਚੀਜ਼ਾਂ ਨੂੰ ਨਹੀਂ। ਹੁਣ ਮੱਸਿਆ ਨੂੰ ਅਗਰ ਫਾਸਟਿੰਗ ਕਰੋ, ਖਾਸ ਕਰਮ ਕਾਂਡ ਕਰੋ ਤਾਂ ਮੁਕਤੀ ਮਿਲਦੀ ਹੈ ਮੱਸਿਆ ਨੂੰ। ਪਰ ਗੁਰੂ ਕੀ ਕਹਿੰਦੇ ਨੇ, अम्मावास में आस निवारो, अंतर्जामी राम समारो, जीवित पावो मोख द्वार, अनुभव शब्द तत् निसार। मेरे तो जिंदे नूं ही मुक्ति मिल गई जे मैं उस अंतर्जामी रब्बी गुणा नूं अपना लिया। हुण इन्हां चीज़ां नूं प्रचार करने की जरूरत है। मैं सोल्यूशन की गल कर रहा, इन्हां नूं पूर्णमासी नूं कहंदे ने, स्पैशल गुरुद्वारियां दे विच प्रोग्राम हुंदे ने। तो गुरु की कहता कि पुन्नो पूरा चंद आकाश, पछड़े कला सहज प्रकाश, आद अंत मद हुए रहा धीर, सुख सागर में है रम है कभी। तो जे तेरे अंदर रब्बी गुण आ गए, भगत कबीर कह रहे ने, जिस तरीके नाल पुन्निया दा चंद्रमा रोशनी दिंदा आ, तेरे अंदरों रोशनी ओदी निकल गई, तेनू पूर्णमासी मनाउण दी जरूरत नहीं। संगरांद वाले दिन स्पैशल गुरुद्वारियां दे विच ਹੁਣ ਅਸੀਂ ਤਾਂ ਆਮ ਲੋਕੀ ਜਿਹੜੇ ਨੇ ਉਹ ਭਰਮਾਂ 'ਚ ਪਏ, ਤਾਂ ਗੱਲ ਅਲੱਗ ਵਾ। ਗੁਰਦੁਆਰਿਆਂ ਦੇ ਵਿੱਚ ਇਹ ਭਰਮਾਂ ਦਾ ਕੰਮ ਚੱਲਦਾ ਆ, ਜਿਹਦੇ ਕਰਕੇ ਜਿਹੜਾ ਆਮ ਸਿੱਖ ਵਾ ਉਹ ਭਰਮਾਂ 'ਚੋਂ ਨਿਕਲਦਾ ਨਹੀਂ। ਸਪੈਸ਼ਲ ਪ੍ਰੋਗਰਾਮ ਕੀਤੇ ਜਾਂਦੇ ਨੇ ਸੰਗਰਾਂਦ ਦੇ ਔਰ ਪੂਰਨਮਾਸ਼ੀ ਦੇ ਉੱਪਰ। ਉਹ ਫਿਰ ਕਿਹਾ ਜਾਂਦਾ ਆ ਕਿ 12 ਮਾਹ ਪੜ੍ਹਨੇ ਜ਼ਰੂਰੀ ਹੈ। ਜੇ 12 ਮਾਹ ਪੜ੍ਹਨੇ ਜ਼ਰੂਰੀ ਹੈ ਤਾਂ 12 ਮਾਹ ਤੇ ਦੋ ਨੇ, ਫਿਰ ਇੱਕੋ ਕਿਉਂ ਪੜ੍ਹਦੇ ਹੋ? ਦੋਨੋਂ ਪੜ੍ਹੋ। ਫਿਰ 12 ਮਾਹ ਦੇ ਵਿੱਚ ਤਾਂ 12 ਸਟੈਂਜਸ ਵੀ ਨਹੀਂ ਹੋ, 12 ਮਹੀਨਿਆਂ ਦੇ 14 ਸਟੈਂਜਸ ਨੇ। 12 ਮਾਹ ਦੇ ਵਿੱਚ ਤਾਂ ਗੁਰੂ ਕਹਿ ਰਹੇ ਨੇ ਕਿ ਭਾਦੋ ਪਰਵ ਪੁਰਾਣੀਆਂ ਦੂਜਿਆ ਲੱਗਾ ਹੈ। ਭਾਦੋ ਦਾ ਨਾਮ ਲੈ ਕੇ ਭਰਮਾਂ ਦੀ ਗੱਲ ਕੀਤੀ ਹੈ ਕਿ ਜਿਹੜਾ ਬੰਦਾ ਭਰਮਾਂ 'ਚ ਪੰਦਾ ਆ, ਉਹਦਾ ਪਿਆਰ ਜਿਹੜਾ ਵਾ ਉਹ ਰੱਬ ਦੇ ਨਾਲ ਨਹੀਂ, ਉਹ ਦੂਜੇ ਪਾਸੇ ਚਲਾ ਗਿਆ, ਦੂਜਿਆ ਲੱਗਾ ਹੈ। ਔਰ ਇਹਨੂੰ ਅਸੀਂ ਪੜ੍ਹ ਕੇ ਤਾਂ ਅਸੀਂ ਫਿਰ ਉਹ ਭਰਮਾਂ ਦੇ ਕੰਮ ਕਰਦੇ ਹਾਂ। ਮਾਘੀ ਦੇ ਦਿਨ ਹਿੰਦੂਆਂ ਦੇ ਵਿੱਚ ਕਿ ਪ੍ਰਯਾਗ ਦੇ ਉੱਪਰ ਜਾ ਕੇ ਜਾਂ ਕਿਤੇ ਹੋਰ तीर्थ स्नान से जाके स्नान करो और दान दो। तो गुरु कहते कि माघ मगदी दिन साधिका धूड़ी का स्नान, हर का नाम तय सुर सबना कर दान, जन्म कर्म और उतरे मंगते जाए गुमान। जे तू दान करना आ ते 68 तीर्थ सगर पुन जी दिया परवान। दया जो दान करना आ ते रब्बी गुणा दे दान कर। माघ का नाम ਦਾ ਲੈ ਕੇ ਉਹਨਾਂ ਨੇ ਮਾਘ ਮਜਨ ਨਾਮ ਲੈ ਕੇ ਕਿਹਾ ਕਿ ਸਾਧੂਆਂ ਦੀ ਗੁਰੂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰ, ਉਹਦੇ ਜਿਹੜੇ ਸਿੱਖਿਆ ਦੇ ਰਹੇ ਨੇ ਉਹਦੇ ਵਿੱਚ ਇਸ਼ਨਾਨ ਕਰ ਔਰ ਇਸ ਦਾ ਦਾਨ ਹੋਰਾਂ ਨੂੰ ਦੇ। ਇਹਨੂੰ ਸਮਝਣ ਦੀ ਬਜਾਏ ਸਿੰਘਾਂ ਨੇ ਹੁਣ ਮਾਘੀ ਦਾ ਮੇਲੇ ਮਨਾਉਣੇ ਸ਼ੁਰੂ ਕਰ ਦਿੱਤੇ ਔਰ ਉੱਥੇ ਜਾ ਕੇ ਇਸ਼ਨਾਨ ਕਰਨੇ ਸ਼ੁਰੂ ਕਰ ਦਿੱਤੇ। और 12 माह गुरु कह रहे हैं कि महादिवस मूर्त भरे, जिसको नदर करे नानक मंगे दरसदान, कृपा करो हरे। नाले ये पढ़ते ने ते नाले कह देंगे ने अज पूर्णमासी का दिन आ, बड़ा सुभागा दिन आ, अज संगरांद का दिन आ, हे वाहिगुरु साडा महीना चंगा कढ़ी, भावें गुरुद्वारे तो बाहर निकलते एक्सीडेंट होता। इस वास्ते इसकी प्रचार करने की जरूरत है।
ਤੇ ਜੇ ਅਸੀਂ ਸੰਗਰਾਂਦ ਵਾਲੇ ਦਿਨ 12 ਮਾਹ ਪੜ੍ਹਨੀ ਆ ਤਾਂ ਫਿਰ ਤਾਂ ਮਾਝ ਮਹੱਲਾ ਪੰਜਵਾਂ ਦਿਨ ਰਹਿਣ, ਫਿਰ ਦਿਨ ਔਰ ਰਾਤ ਦੋਨੋਂ ਰਾਤੀ ਪੜੋ ਗੁਰਦੁਆਰੇ ਜਾ ਕੇ। ਬਿਲਾਵਲ ਮਹੱਲਾ ਪੰਜਵਾਂ, ਵਾਰ ਸਤਵੀਂ, ਘਰ ਦਸਵਾਂ, ਤੇ 7 ਦਿਨ ਨੇ, 7 ਦਿਨ ਉੱਥੇ ਗੁਰਦੁਆਰੇ ਜਾ ਕੇ ਉਹਨਾਂ ਦਾ ਜਾਪ ਕਰੋ, ਪਾਠ ਕਰੋ। ਰਾਗ ਗੌੜੀ ਵਾਰ ਕਬੀਰ ਜੀ ਕੇ 7, ਇਹਦਾ ਵੀ ਪਾਠ ਕਰੋ, 2 ਪਾਠ ਕਰੋ ਗੁਰਦੁਆਰੇ ਜਾ ਕੇ 7 ਦਿਨ। ਆਸਾ ਮਹਿਲਾ ਪਹਿਲਾਂ ਪੱਟੀ ਲਿਖੀ ਤੇ ਫਿਰ ਪੱਟੀ ਦਾ ਪਾਠ ਕਰੋ। ਰਾਗ ਆਸਾ ਮਹਿਲਾ 3 ਪੱਟੀ, ਗੌੜੀ 52 ਅੱਖਰੀ, ਮਹਲਾ ਪੰਜਵਾਂ, ਭਗਤ ਕਬੀਰ ਰਾਗ ਗੌੜੀ ਪੂਰਬੀ 52 ਅੱਖਰੀ, ਇਹਨਾਂ ਦੇ ਪਾਠ ਵੀ ਕਰੋ। ਇਸ ਵਾਸਤੇ ਜਦ ਅਸੀਂ ਇਹਨਾਂ ਚੀਜ਼ਾਂ ਨੂੰ ਤਰੀਕੇ ਦੇ ਨਾਲ ਪ੍ਰਚਾਰ ਕਰਾਂਗੇ, ਸਮਝਾ ਕੇ, ਲੌਜਿਕ ਦੇ ਕੇ, ਕਿ ਗੁਰੂ ਕਹਿ ਰਹੇ ਨੇ ਕਿ ਸਫਲ ਮੂਰਤ ਸਫਲਾ ਘੜੀ, ਜਿੱਥੇ ਸੱਚੇ ਨਾਲ ਪਿਆਰ, ਉਹੀ ਮੂਰਤ ਚੰਗਾ ਹੈ, ਉਹੀ ਘੜੀ ਚੰਗੀ ਹੈ। ਕੋਈ ਘੜੀ ਚੰਗੀ ਨਹੀਂ, ਕੋਈ ਮਾੜੀ ਨਹੀਂ, ਘੜੀ ਚੰਗੀ ਉਹੀ ਹੈ ਜਦੋਂ ਮੈਂ ਤੇਰੇ ਨਾਲ ਜੁੜ ਗਿਆ। ਆਖਿਰ ਵਿੱਚ ਮੈਂ ਕਹਾਂਗਾ ਕਿ ਫੂਟੋ ਆਂਡਾ ਭਰਮ ਕਾ, ਮਨ ਹੈ ਕੋਈ ਪ੍ਰਗਾਸ, ਕਾਟੀ ਬੇਰੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ। ਇੱਥੇ ਗੁਰੂ ਨੇ ਕਿਹਾ ਕਿ ਫੂਟੋ ਆਂਡਾ ਭਰਮ ਕਾ, ਇੱਥੇ ਫੂਟੋ ਭਾਂਡਾ ਨਹੀਂ ਲਿਖਿਆ, ਕਿਉਂਕਿ ਜਦੋਂ ਭਾਂਡਾ ਟੁੱਟਦਾ ਆ, ਉਹ ਜੋ ਵੀ ਪਿਆ ਹੁੰਦਾ ਵਾ ਉਹ ਚਾਰੋਂ ਪਾਸੇ ਖਿਲਰ ਜਾਂਦਾ ਹੈ। ਜਦੋਂ ਆਂਡਾ ਫੁੱਟਦਾ ਆ, ਮੇਰੇ ਭਰਮ ਦਾ ਆਂਡਾ ਫੁੱਟਿਆ, ਤੇ ਉਹਦੇ ਵਿੱਚ ਫਿਰ ਇੱਕ ਨਵਾਂ ਕਾਲਾ ਸਿੰਘ ਪੈਦਾ ਹੋਇਆ, ਜਿਹਦੇ ਭਰਮ ਨਹੀਂ ਹੈਗੇ। ਉਹਦੇ ਮਨ ਦੇ ਵਿੱਚ ਪ੍ਰਗਾਸ਼ ਹੋ ਗਿਆ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਮੈਨੂੰ ਜਦੋਂ ਗੁਰੂ ਦਾ ਗਿਆਨ ਮਿਲਿਆ, ਕਾਟੀ ਬੇਰੀ ਪਗੇ ਤੇ ਮੇਰੀ ਜਿਹੜੀ ਇਹ ਬੀੜੀ ਪਈ ਹੋਈ ਸੀਗੀ ਭਰਮਾਂ ਦੀ, ਉਹ ਤੋਂ ਮੈਨੂੰ ਖਲਾਸੀ ਮਿਲ ਗਈ। ਆਓ ਅਸੀਂ ਇਹ ਪ੍ਰਚਾਰ ਕਰੀਏ ਕਿ ਨਿਰਭਉ ਨਿਰਵੈਰ, ਅਸੀਂ ਨਿਰਭਉ ਹੋਈਏ, ਇਹਨਾਂ ਅੰਧ ਵਿਸ਼ਵਾਸਾਂ ਤੋਂ ਡਰੀਏ ਨਾ। ਜ਼ਿਆਦਾਤਰ ਲੋਕੀ ਅੰਧ ਵਿਸ਼ਵਾਸ ਤਾਂ ਕਰਦੇ ਨੇ ਕਿ ਉਹ ਡਰਦੇ ਨੇ, ਕਿਉਂਕਿ ਪੰਡਤਾਂ ਨੇ ਸ਼ੁਰੂ ਤੋਂ ਹੀ ਦਿਮਾਗ ਦੇ ਵਿੱਚ ਗੱਲ ਪਾਈ ਹੋਈ ਕਿ ਅਗਰ ਇਹ ਨਹੀਂ ਕਰੋਗੇ ਤਾਂ ਤੁਹਾਨੂੰ ਇਹ ਹੋ ਜਾਏਗਾ। ਉਹ ਡਰਦੇ ਹੋਏ ਨੇ, ਉਹ ਕਹਿੰਦੇ ਨੇ ਕਿ ਚਲੋ ਕਰ ਲਵੋ, ਕਿਹੜਾ ਕੋਈ ਨੁਕਸਾਨ ਇਹਦੇ ਨਾਲ। ਇਹਨਾਂ ਸ਼ਬਦਾਂ ਦੇ ਨਾਲ ਮੈਂ ਡਾਕਟਰ ਜੈ ਸਿੰਘ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਹਾਂਜੀ, ਥੈਂਕਸ ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿਹੜੇ ਭਰਮ ਹੈਗੇ ਆ, ਔਰ ਉਹਦਾ ਸੋਲੂਸ਼ਨ ਵੀ ਦੱਸਿਆ ਕਿ ਅਸੀਂ ਐਜੂਕੇਟ ਕਰਨਾ, ਗਿਆਨ ਨਾਲ ਹੀ ਅੱਗੇ। ਐਜੂਕੇਸ਼ਨ ਹੀ ਇੱਕੋ ਹੀ ਮਾਧਿਅਮ ਹੈ, ਭਾਵੇਂ ਉਹ ਗੁਰਦੁਆਰਿਆਂ ਜਾ ਕੇ ਕਰੀਏ ਤੇ ਭਾਵੇਂ ਇੱਥੇ ਬੈਠ ਕੇ ਕਰੀਏ, ਜਿੱਥੇ ਵੀ ਕਰੀਏ, ਐਜੂਕੇਸ਼ਨ ਇਜ਼ ਦੀ ਫਾਈਨਲ ਸੋਲੂਸ਼ਨ। ਚਲ ਅਸੀਂ ਅੱਗੇ ਵਧਦੇ ਹਾਂ। ਮੇਰੇ ਖਿਆਲ ਮੈਂ ਅਨਾਊਂਸ ਕਰ ਦਿੰਦਾ, ਮੇਰੇ ਖਿਆਲ ਦਿਸਦੇ ਤਾਂ ਨਹੀਂ ਹੈ। ਅੰਮ੍ਰਿਤਪਾਲ ਸਿੰਘ ਜੀ ਮੈਨੂੰ ਨਹੀਂ ਨਜ਼ਰ ਆ ਰਹੇ, ਓਂਕਾਰ ਸਿੰਘ ਜੀ ਵੀ ਨਹੀਂ, ਸਰਬਜੀਤ ਸਿੰਘ ਜੀ, ਸਰਬਜੋਤ ਸਿੰਘ ਜੀ, ਤੁਸੀਂ ਕੁਝ ਕਹਿਣਾ ਹੈ? ਸਰਬਜੋਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੀ ਤਿਆਰੀ ਜੀ ਸੈਕੰਡ ਸੈਸ਼ਨ ਵਾਸਤੇ ਰੱਖੀ ਹੈ। ਆਈ ਐਮ ਜਸਟ ਅ ਲਿਸਨਰ ਟੁਡੇ, ਔਰ ਮੈਂ ਅੱਜ ਸਿਰਫ ਸੁਣਾਂਗਾ ਔਰ ਦੇਖਾਂਗਾ। ਠੀਕ ਹੈ ਜੀ, ਕੋਈ ਇਵਨਿੰਗ ਸੈਸ਼ਨ ਮੈਂ ਸਿਰਫ 5 ਮਿੰਟ ਦੇ ਅੰਦਰ ਆਪਣੀ ਗੱਲ ਨੂੰ ਮੁਕਾ ਦਾਂਗਾ ਸ਼ਾਮੀ। ਠੀਕ ਹੈ ਜੀ। ਡਾਕਟਰ ਬਲਵੰਤ ਸਿੰਘ ਜੀ ਸ਼ਿਕਾਗੋ ਤੋਂ ਅਨਮਿਊਟ ਕਰ ਲਓ ਜੀ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਤੁਹਾਡੇ ਸਾਰਿਆਂ ਦੇ ਮੁਕਾਬਲੇ ਦੇ ਵਿੱਚ ਅਣਜਾਣ ਜਿਹਾ ਬੰਦਾ। ਨਹੀਂ, ਸਾਰੇ ਅਣਜਾਣ ਹੈ ਜੀ, ਸਾਰੇ ਹੀ ਸਿੱਖ ਹੈ। ਤੇ ਮੈਂ ਇਸ ਟਾਪਿਕ ਨੂੰ 4 ਹਿੱਸਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਮੈਂ ਕੁਐਸਚਨ ਆਪਣੇ ਆਪ ਨੂੰ ਪੁੱਟ ਕੀਤੇ, ਬਈ ਵਾਟ ਇਜ਼ ਸੁਪਰਸਟੀਸ਼ਨ? Certain superstitions that are engulfing India or Punjab, certain superstitions that we have in our own faith, Sikh ਧਰਮ ਦੇ ਵਿੱਚ, ਤੇ ਮੇਰੀਆਂ recommendations ਕੀ ਨੇ? ਠੀਕ ਹੈ ਜੀ। So these are the 4 things I'm going to quickly, ਕਿਉਂਕਿ 5 ਮਿੰਟ ਹੈ, 5 ਮਿੰਟਾਂ 'ਚ ਮੈਂ ਕੋਸ਼ਿਸ਼ ਕਰੂੰ ਇਸ ਨੂੰ ਕਵਰ ਕਰਨ ਦੀ। ਹਾਂਜੀ, ਲੱਭਣ ਦੀ ਕੋਸ਼ਿਸ਼ ਕੀਤੀ ਵੀ ਭਰਮ ਹੈ ਕੀ। ਮੈਂ ਡਿਕਸ਼ਨਰੀ ਵੀ ਫੋਲੀ, ਗੂਗਲ ਵੀ ਫੋਲਿਆ, ਹੋਰ ਵੀ ਕਈ ਥਾਂ ਤੋਂ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਸੁਪਰਸਟੀਸ਼ਨ ਦਾ ਮਤਲਬ ਕੀ ਹੈ।
ਤੇ ਮੈਨੂੰ ਇਹ ਡੈਫੀਨੇਸ਼ਨ ਚੰਗੀ ਲੱਗੀ, ਥੋੜੀ ਜਿਹੀ ਲੰਬੀ ਆ। ਸੁਪਰਸਟੀਸ਼ਨ ਕਹਿੰਦੇ ਆ ਇਹ ਬਲੀਫ ਇਨ ਐਂਡ ਰੈਵਰੈਂਸ ਫॉर supernatural being. Belief and reverence. It is based on a supernatural causation that leads to certain consequences of an action or an event or a practice. It is based on fear of the unknown and faith in magic or luck. It is based on fear of the unknown and faith in magic or luck. Faith, they put faith in magic or in luck. A belief that certain events or things will bring good or bad luck. This results to action as to how people make their choices and how they navigate through their lives. Superstitions are cultural based. ਜਿਹੜੇ superstition ਹਿੰਦੁਸਤਾਨ ਦੇ ਵਿੱਚ ਆ, they may not be the superstition USA or in another Japan ਜਾਂ ਹੋਰ ਕਿਤੇ, ਉਹਨਾਂ ਦੇ ਆਪਣੇ ਆਪਣੇ superstitions ਹੈ, and they go from generation to generation. ਅਸੀਂ ਸਿੱਖਦੇ ਹਾਂ, ਕਿਉਂਕਿ I remember ਬਈ ਮੈਨੂੰ ਇਹ ਦੱਸਿਆ ਗਿਆ ਸੀਗਾ ਬਈ ਜਦੋਂ ਤੁਸੀਂ ਜਾਣਾ, ਜੇ ਕੋਈ ਛਿੱਕ ਮਾਰੇ ਤਾਂ ਥੋੜਾ ਜਿਹਾ ਅਟਕ ਜਾਓ। ਇਹ ਮੇਰੇ ਦੇ ਉੱਤੇ ਇੰਨਾ ਅੰਗਰੇਵ ਕਰ ਗਿਆ ਛੋਟੇ ਹੁੰਦੇ ਤੋਂ, ਅਜੇ ਵੀ ਫਰਮ ਟਾਈਮ ਟੂ ਟਾਈਮ ਜਦੋਂ ਕੋਈ ਛਿੱਕ ਮਾਰਦਾ ਤਾਂ it rings a bell in my mind, ਬਈ ਥੋੜਾ ਜਿਹਾ ਰੁਕ ਜਾ। So this is the superstitions, that the definition I found. Superstitions in Punjab and India. ਇੱਕ superstition ਆ ਸਾਡਾ ਡਾਕਟਰ ਕਾਲਾ ਸਿੰਘ ਹੁਣਾਂ ਨੇ ਟੱਚ ਕੀਤਾ, ਵਿਜ਼ਿਟਿੰਗ ਹੋਲੀ ਪਲੇਸਿਸ, ਜਿਹਨੂੰ ਅਸੀਂ ਪਿਲਗ੍ਰਿਮ ਕਹਿੰਦੇ ਆ, ਇਸ ਕਰਕੇ ਬਈ ਮੇਰਾ ਭਲਾ ਹੋਊਗਾ। ਸੈਕਰੀਫਾਈਸਿੰਗ ਐਨ ਐਨੀਮਲ, ਇਹ ਹੁੰਦਾ ਦੇਖਿਆ ਬਈ ਐਨੀਮਲਸ ਨੂੰ ਸੈਕਰੀਫਾਈਸ ਕਰ ਦਿਓ। ਜਾਂ ਅਸੀਂ ਜਾ ਕੇ ਦਾਨ ਕਿਹਨੂੰ ਕਹਿੰਦੇ ਆ ਅਸੀਂ, ਜਾਂ ਡੋਨੇਸ਼ਨ ਦਿੰਦੇ ਆ ਟੂ ਏ ਚੈਰਿਟੀ ਵਿਦ ਦੀ ਹੋਪ that I will get a blessing. ਉਹਨੂੰ ਦਾਨ ਨਹੀਂ ਕਿਹਾ ਜਾ ਸਕਦਾ। ਕਈ ਬੰਦੇ ਫਾਸਟ ਕਰਦੇ ਆ to gain something. ਕਈ ਬੰਦੇ self punishment ਕਰਦੇ ਆ। ਕਈ ਬੰਦੇ worship of an object or a shrine or a person. ਮੈਨੂੰ ਆਹ ਮਿਲ ਜੇ, ਮੈਨੂੰ ਪੁੱਤ ਮਿਲ ਜੇ, ਜਾਂ ਧੀ ਮਿਲ ਜੇ, ਜਾਂ ਇਹ ਮਿਲ ਜੇ, ਜਾਂ ਉਹ ਮਿਲ ਜੇ। ਇਹ ਵਿਸ਼ਵਾਸ ਜਿਹੜੇ ਇਹ ਸਾਰੇ ਅੰਨੇ ਆ। Others that we also come across, especially in Punjab, ਬਈ ਜਿਹੜਾ ਸਿਰ ਨਹੀਂ ਹੋਣਾ ਚਾਹੀਦਾ ਫਲਾਣੇ ਦਿਨ, Tuesday or Saturday or any other day. ਬਈ ਜੇ ਕੋਈ ਸਾਡਾ ਸ਼ੀਸ਼ਾ ਸ਼ੈਟਰ ਹੋ ਗਿਆ, ਇਹ ਮਾੜਾ ਓਮਨ ਆ। Sneezing when you are ready to step out. ਜਾਂ ਕਈ ਵਾਰੀ ਇਸ ਮੁਲਕ ਦੇ ਵਿੱਚ ਵੀ ਕਰਦੇ ਆ, let's knock on wood, ਔਰ ਕਹਿੰਦੇ ਆ ਅਸੀਂ ਵੀ ਨਜ਼ਰ ਨਾ ਲੱਗ ਜਾਏ, casting of an evil eye. ਜਾਂ ਕੋਈ ਬਿੱਲੀ ਕਾਲੀ ਮੂਹਰੇ ਨਿਕਲ ਗਈ ਤੁਹਾਡੇ ਮੂਹਰ ਦੀ, ਜਾਂ ਜਦੋਂ ਨਵਾਂ ਵਿਆਹੀ ਜੋੜੀ ਨੂੰ ਘਰ ਲਿਆਉਂਦੇ ਆ ਤਾਂ ਉਹਦੇ ਉਹਨਾਂ ਦੇ ਤੇਲ ਚਾਉਂਦੇ ਆ। ਇਹ ਸਗਨ ਕਰਨ ਲਈ ਕਈ ਵਾਰੀ ਟੇਬਲ ਲਵਾਉਂਦੇ ਆ ਲੋਕ, ਮਹੂਰਤਾਂ ਕਢਾਉਂਦੇ ਆ। All these are superstitions that we notice and observe in our own culture also. Sikh are ਜਿਹੜੇ, and you may or may not agree with me, this is my own interpretation, but ਜਦੋਂ ਕੋਈ ਸਿੱਖ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਜਾਂਦਾ, ਨਮਸਤਕ ਹੁੰਦਾ ਜਾ ਕੇ, ਤੇ ਜਦੋਂ ਪਿੱਛੇ ਨੂੰ ਮੁੜਦਾ ਤਾਂ that person is not doing the back toward Guru Granth Sahib and tries to walk back facing Guru Granth Sahib. ਜਾਂ ਬਾਹਰ ਜਦੋਂ ਅਸੀਂ ਦੇਖਦੇ ਹਾਂ ਬਈ ਨਿਸ਼ਾਨ ਸਾਹਿਬ ਨੂੰ ਪਹਿਲਾਂ ਮੱਥਾ ਟੇਕਦੇ ਆ ਲੋਕ ਜਾ ਕੇ, ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਹਮੇਸ਼ਾ ਧੂਪ ਦਿੰਦੇ ਆ, ਜਾਂ ਸੁੱਖਾਂ ਸੁੱਖਦੇ ਆ, ਜਾਂ ਹਰਮੰਦਰ ਸਾਹਿਬ ਦੇ ਵਿੱਚ ਅਸੀਂ ਫਲੋਰ ਆ ਜਿਹੜਾ, ਜਾਂ ਕਈ ਹੋਰ ਸੁੱਖ ਗੁਰਦੁਆਰਿਆਂ ਦੇ ਵਿੱਚ ਵੀ ਅਸੀਂ ਦੁੱਧ ਦੇ ਨਾਲ ਧੋਣੇ ਆ।
To me, these are all superstitions. Okay. So मैं recommendation देनियां चाहना। सब तो पहला तुसी emphasize कर ही देता। पहली मेरी recommendation was education, especially ਗੁਰਬਾਣੀ। ਅਸੀਂ ਗੁਰਬਾਣੀ ਦੀ ਸਿੱਖਿਆ ਤੋਂ ਬਹੁਤ ਵਾਂਝੇ ਹਾਂ। ਛੋਟੇ ਵੀ ਵਾਂਝੇ ਹਾਂ, ਵੱਡੇ ਵੀ ਵਾਂਝੇ ਹਾਂ, ਬਜ਼ੁਰਗ ਵੀ ਵਾਂਝੇ ਹਾਂ। Very few people really understand what ਗੁਰਬਾਣੀ is. What does it mean? So ਸਾਨੂੰ ਕੋਈ ਨਾ ਕੋਈ ਗਲੋਬਲ ਕਾਉਂਸਲ ਨੂੰ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ ਕਿ ਗੁਰਬਾਣੀ ਦੀ ਜਿਹੜੀ ਸੋਝੀ ਹੈ ਇਹ ਹਰੇਕ ਬੰਦੇ ਨੂੰ ਈਜ਼ੀਲੀ ਮਿਲ ਸਕੇ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ। ਮੈਂ ਹਮੇਸ਼ਾ ਹੀ ਆਪਦੇ ਆਪਣੇ ਘਰ ਦੇ ਵਿੱਚ ਸਧਾਰਨ ਪਾਠ ਜਾਂ ਸਹਿਜ ਪਾਠ ਆਰੰਭ ਰੱਖਦਾ ਹਮੇਸ਼ਾ। 10 ਅੰਕ ਕਰ ਲਏ, 20 ਅੰਕ ਕਰ ਲਏ। ਪਰ ਜਿੰਨਾ ਚਿਰ ਮੈਂ ਐਫਰਟ ਨਹੀਂ ਕਰਦਾ ਕਿਸੇ ਹੋਰ ਸੰਥਿਆ ਲੈਣ ਦੀ ਤੇ ਮੈਨੂੰ ਪੂਰੀ ਸਮਝ ਨਹੀਂ ਲੱਗਦੀ ਹੈ। ਤੇ ਨਾਰਮਲੀ ਇਹ ਹੁੰਦਾ ਜੀ ਮੇਰਾ ਪਾਠ ਰੱਖਿਆ ਹੈ ਤੇ ਮੈਂ ਪਿੱਛੇ ਨਾ ਹੋ ਜਾਏ ਤੇ ਮੈਂ ਇੰਨਾ ਪਾਠ ਕਰਨਾ। ਇਹੀ ਗੱਲ ਸਾਡੀ ਅਖੰਡ ਪਾਠਾਂ ਦੀ ਹੈ। ਸੋ what we should do, ਲੋਕਾਂ ਨੂੰ ਸਾਨੂੰ encourage ਕਰਨ ਦੀ ਲੋੜ ਆ, ਆਪਣੇ ਆਪ ਨੂੰ encourage ਕਰਨ ਦੀ ਲੋੜ ਆ to read, understand, practice and apply ਗੁਰਬਾਣੀ। ਭਰਮ ਚੋਂ ਬਾਹਰ ਕੱਢਣਾ, this is the key. Here again, let me specify this again. Read, understand, practice and apply ਗੁਰਬਾਣੀ। ਗੁਰਬਾਣੀ tells us how to overcome superstitions. ਸੱਚ ਹੈ, ਸੁਖਮਨੀ ਸਾਹਿਬ ਦੇ ਵਿੱਚ ਤੁਕ ਆਉਂਦੀ ਹੈ, 14ਵਾਂ ਸ਼ਲੋਕ ਹੈ। It reads like this. ਅਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਦੁਖ ਭਰਮ ਭਉ ਜਾਏ। ਜੇ ਇੱਕ ਦੀ ਆਸ ਹੀ ਅਸੀਂ ਰੱਖੀਏ ਇੰਸਟੈਡ ਆਫ ਬਈ ਮੈਂ ਭਰਮਾਂ 'ਚ ਪੈ ਗਿਆ, ਤਾਂ ਇਹ ਸਾਰੇ ਸਾਡੇ ਜਿਹੜੇ ਦੁੱਖ ਆ, ਭਰਮ ਆ, ਭਉ ਆ, ਜਿਹੜੇ ਇਹ ਸਾਰੇ ਦੂਰ ਹੋ ਸਕਦੇ ਨੇ। ਇੱਕ ਹੋਰ ਥਾਂ ਗੁਰੂ ਸਾਹਿਬ ਕਹਿੰਦੇ ਨੇ, ਸੋ ਸਤਿਗੁਰ ਧੰਨ ਧੰਨ ਜਿਨ ਭਰਮਗੜ੍ਹ ਤੋੜਿਆ, ਸੋ ਸਤਿਗੁਰ ਵਾਹੋ ਵਾਹੋ ਜਿਨ ਹਰਸਿਓ ਜੋੜਿਆ। ਸੋ ਇਹਦੀ ਰੈਮਡੀ ਸੁਪਰਸਟੀਸ਼ਨ ਨੂੰ ਤੋੜਨ ਦੀ ਹੈ ਜਿਹੜੀ, ਉਹ ਹੈਗੀ ਆ ਹਰਸਿਓ ਦੇ ਨਾਲ ਜੁੜਨ ਦੀ। ਤੀਸਰੀ ਗੱਲ ਮੈਂ ਜਿਹੜੀ ਰਿਕਮੈਂਡੇਸ਼ਨ ਦਿੰਦਾ ਬਈ we have to practice or encourage others to practice। ਬਈ ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਇੱਕ ਬੜਾ ਇੰਪੋਰਟੈਂਟ ਨੁਕਤਾ ਦੱਸਿਆ ਜਿਹਨੂੰ ਅਸੀਂ ਕਹਿੰਦੇ ਹਾਂ ਹੁਕਮ। ਜਿਹੜਾ ਕੁਝ ਹੋ ਰਿਹਾ ਇਹ ਹੁਕਮ ਅਨੁਸਾਰ ਹੋ ਰਿਹਾ। ਸੋ ਜੇ ਅਸੀਂ ਇਹਦੇ 'ਚ ਨਹੀਂ ਬਲੀਵ ਕਰਦੇ ਫਿਰ ਅਸੀਂ ਭਰਮਾਂ ਦੇ ਵਿੱਚ ਪੈ ਜਾਂਦੇ ਹਾਂ। ਉਹ ਕਿੱਥੋਂ ਮਿਲਦਾ? ਸਾਨੂੰ ਗੁਰੂ ਤੋਂ, ਜਿਹੜਾ ਸਾਡਾ ਹਨੇਰਾ ਦੂਰ ਕਰਦਾ ਤੇ ਸਾਨੂੰ ਗਿਆਨ ਦਿੰਦਾ। ਗਿਆਨ ਗੁਰੂ ਦਾ। ਸੋ ਬਿਲਡ ਏ ਗੁੱਡ ਸਿੱਖੀ ਕੈਰੈਕਟਰ ਇਜ਼ ਮਾਈ ਨੈਕਸਟ ਰਿਕਮੈਂਡੇਸ਼ਨ, ਜਿਹੜੀ ਕਿ ਅਸੀਂ most of us, not most of us, many of us have lost, which can be done in schools or by granthis or kathavachiks, books, videos, social media and all that. We need to start emphasizing good Sikhi character. The next point I want to make is use scientific method to examine evidence, data, induction to a rational hypothesis. A बहुत important point है भाई ਅਸੀਂ scientific method का। लोग कहते जी साबित करो जी, ਸਾਇੰਸ ਨਹੀਂ ਕਹਿੰਦੀ ਜੀ, ਸਾਇੰਸ ਉਹ ਕਹਿੰਦੀ ਹੈ। ਸਾਇੰਸ ਉਹੀ ਕਹਿੰਦੀ ਹੈ ਜਿਹੜਾ ਅਕਾਲ ਪੁਰਖ ਦਾ ਹੁਕਮ ਹੈ। ਸਿਰਫ ਸਾਇੰਸ ਸਾਨੂੰ ਦਿਖਾਉਂਦੀ ਹੈ ਬਈ ਮੌਸਮ ਕਿਵੇਂ ਚੇਂਜ ਹੁੰਦੇ ਆ। ਇਹ ਤਾਂ ਗੁਰੂ ਸਾਹਿਬ ਕਰ ਰਿਹਾ, ਸਾਇੰਸ ਤਾਂ ਕਰ ਨਹੀਂ ਸਕਦੀ ਇਸ ਨੂੰ। ਸਾਡਾ ਜਿਹੜਾ ਜੀਵਨ ਆ ਇਹਦੀ ਉਪਜ ਕਿਵੇਂ ਹੁੰਦੀ ਹੈ ਇਹ ਅਕਾਲ ਪੁਰਖ ਕਰਦਾ, ਤੇ ਸਾਇੰਸ ਸਾਨੂੰ ਦੱਸਦੀ ਹੈ ਵੀ ਹੁੰਦਾ ਕਿਵੇਂ। ਸੋ ਇਟਸ ਜਸਟ ਐਨ ਐਕਸਪਲੇਨੇਸ਼ਨ ਆਫ what the ਹੁਕਮ really is। ਗੁਰਦੁਆਰਾ ਮੈਨੇਜਮੈਂਟ ਨੂੰ ਇਹ ਅੰਡਰਟੇਕ ਕਰਨਾ ਚਾਹੀਦਾ ਕਿ ਉਹ ਭਰਮਾਂ ਨੂੰ ਤੋੜਨ ਦੇ ਜਿਹੜੇ ਭਰਮ ਪੈਦਾ ਕਰਦੇ ਆ ਗੁਰਦੁਆਰਾ ਸਾਹਿਬ, ਉਹਨਾਂ ਨੂੰ ਤੋੜਨ ਦਾ ਉਪਰਾਲਾ ਕਰਨ। ਗੁਰਦੁਆਰੇ ਦੇ ਵਿੱਚ ਮੈਨੇਜਮੈਂਟ ਨੂੰ, ਉਹਨਾਂ ਦੇ ਹੱਥ ਬਹੁਤ ਕੁਛ ਹੈ, ਕਿਉਂਕਿ ਕਿਸੇ ਗੁਰਦੁਆਰੇ ਨੂੰ ਵੀ ਆਪਾਂ ਸਾਰੇ ਜਾਣਦੇ ਹਾਂ
ਜਿਹੜਾ ਗੁਰਦੁਆਰਾ ਇਹ ਉੱਥੋਂ ਅਸੀਂ ਜਾ ਕੇ ਬਹੁਤ ਕੁਝ ਸਿੱਖਦੇ ਹਾਂ ਜੇ ਸਿੱਖਣਾ ਚਾਹੀਏ। Finally, मैं request करूंगा, maybe global organization can do it. Maybe we need to revisit Rahat Maryada by calling Sarbat Khalsa. Sarbat Khalsa ਦੀ ਗੈਦਰਿੰਗ ਦੇ ਵਿੱਚ ਜਿਵੇਂ ਪੁਰਾਣੇ ਪ੍ਰਾਤਮ ਸਮੇਂ ਦੇ ਉੱਤੇ ਹੁੰਦੀਆਂ ਕੋਈ ਚੇਂਜ ਲਿਆਉਣੀ ਆ ਤੇ I think that is a time for us now to call that kind of meeting. ਕਿਹਦੀ authority ਹੈ ਤੁਹਾਨੂੰ ਸਾਰਿਆਂ ਨੂੰ ਪਤਾ, ਸਰਬੱਤ ਖਾਲਸਾ ਗੈਦਰਿੰਗ, ਉਹਨੂੰ ਦੇਖੋ ਵੀ ਵੀ ਨੀਡ ਟੂ ਰੀਵਿਜ਼ਿਟ, ਇਹਦੇ ਚੇਂਜਸ ਲਿਆਉਣ ਵਾਲੀਆਂ ਕਿਹੜੀਆਂ। ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਬੜੇ ਇੰਪੋਰਟੈਂਟ ਤੁਸੀਂ ਸੋਲੂਸ਼ਨਸ ਵੀ ਦੱਸੇ ਤੇ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਐਜੂਕੇਸ਼ਨ ਨਾਲ ਤੇ ਗੁਰਬਾਣੀ ਅਪਲਾਈ ਕਰਨੀ, ਸਿੱਖ ਕਰੈਕਟਰਸ ਨੂੰ ਅੱਗੇ ਲਿਆਉਣਾ ਤੇ ਸਾਇੰਟੀਫਿਕ ਐਂਡ ਰੈਸ਼ਨਲ ਥਿੰਕਿੰਗ। ਉਹ ਜਿਹੜੀ ਮੈਂ ਮਹਿਸੂਸ ਕਰਦਾ ਕਿ ਸਾਇੰਟੀਫਿਕ ਐਂਡ ਰੈਸ਼ਨਲ ਥਿੰਕਿੰਗ ਰਾਈਟ ਫਰੋਮ ਚਾਈਲਡਹੁੱਡ ਹੀ ਸ਼ੁਰੂ ਹੋ ਜਾਏ ਤਾਂ ਹੀ ਹੈ। ਚਾਈਲਡਹੁੱਡ ਤੋਂ ਹੀ ਅਸੀਂ ਜਦੋਂ ਸੁਪਰਸਟੀਸ਼ਨ ਦੇ ਜਦੋਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਸਨੀਜ਼ ਕੀਤਾ ਤੇ ਚਲੋ ਜੀ ਬਚਪਨ ਤੋਂ ਹੀ ਆ ਗਈ, ਉਹ ਜਿਹੜੀ ਬਚਪਨ ਵਾਲੀ ਬਲੀਫ ਸਿਸਟਮ ਹੈ ਉਹਨੂੰ ਤੋੜਨ ਦੀ ਵੀ ਬੜੀ ਇੰਪੋਰਟੈਂਟ ਲੋੜ ਹੈ ਤੇ ਜੇ ਉੱਥੇ ਰੈਸ਼ਨੈਲਿਟੀ ਆ ਜਾਏ ਤਾਂ ਬੜਾ ਇੰਪੋਰਟੈਂਟ ਮੇਰੇ ਖਿਆਲ ਕਈ ਚੀਜ਼ਾਂ ਆਪਣੇ ਆਪ ਸੁਧਰਨੀਆਂ ਸ਼ੁਰੂ ਹੋ ਜਾਣਗੀਆਂ। I will announce the name ਜੇ ਕੋਈ ਉਹਨਾਂ ਵਿੱਚੋਂ ਹੈ। ਅੰਮ੍ਰਿਤਪਾਲ ਸਿੰਘ, ਓਂਕਾਰ ਸਿੰਘ, ਡਾਕਟਰ ਸਤਿੰਦਰ ਕੌਰ, ਮਨਮੋਹਨ ਲੂਥਰਾ, ਗੁਰਮੀਤ ਸਿੰਘ ਬੇਦੀ, ਰਣਜੀਤ ਸਿੰਘ ਅਰੋੜਾ, ਜਗਜੀਤ ਸਿੰਘ ਆਨੰਦ ਤੇ ਨਹੀਂ ਤਾਂ ਡਾਕਟਰ ਕਾਬਲ ਸਿੰਘ ਜੀ ਹੈਗੇ ਆ। ਡਾਕਟਰ ਕਾਬਲ ਸਿੰਘ ਜੀ ਪਲੀਜ਼ ਮੈਂ ਤੁਹਾਡੀ ਸਕਰੀਨ ਸ਼ੇਅਰ ਕਰ ਦਿੰਦਾ ਜੀ। ਹਾਂਜੀ ਡਾਕਟਰ ਕਾਬਲ ਸਿੰਘ ਜੀ। ਮੈਂ ਸਲਾਈਡ, ਹਾਂਜੀ ਧੰਨਵਾਦ ਜੀ ਬਹੁਤ ਬਹੁਤ। ਐਵਰੀਬਾਡੀ ਕੈਨ ਸੀ ਦੀ ਸਲਾਈਡ? ਹਾਂਜੀ ਹਾਂਜੀ ਮੈਂ ਤੇ ਦੇਖ, ਮੈਨੂੰ ਤੇ ਨਜ਼ਰ ਆਉਂਦੀ ਹੈ ਜੀ। ਹਾਂਜੀ ਮੈਂ ਕੋਈ ਜ਼ਿਆਦਾ ਗਿਆਨਵਾਨ ਤਾਂ ਹੈ ਨਹੀਂ। ਡਾਕਟਰ ਕਾਲਾ ਸਿੰਘ ਹਰਾਂ ਨੇ ਕਾਫੀ ਚੀਜ਼ਾਂ ਦੱਸ ਦਿੱਤੀਆਂ ਨੇ ਬਹੁਤ, ਤੇ ਬਲਵੰਤ ਸਿੰਘ ਹਰਾਂ ਨੇ ਵੀ। ਮੈਂ ਜਦੋਂ ਇਹਨਾਂ ਦੇ ਬਾਰੇ ਗੱਲ ਸ਼ੁਰੂ ਕੀਤਾ ਸੋਚਣਾ ਤੇ ਪਹਿਲਾਂ ਮੈਂ ਰਹਿਤ ਮਰਿਆਦਾ 'ਚ ਵੇਖਿਆ ਵੀ ਉਹਦੇ 'ਚ ਕੀ ਕੁਛ ਲਿਖਿਆ ਤੇ ਉਹ ਫਿਰ ਅਸੀਂ, ਮੈਂ ਤੇ ਡਾਕਟਰ ਬਲਦੇਵ ਸਿੰਘ ਮੇਰੇ ਨਾਲ, ਅਸੀਂ ਉਹ ਸਾਰੀਆਂ ਜਿਹੜੀਆਂ ਰਹਿਤ ਮਰਿਆਦਾ ਦੇ ਵਿੱਚ ਲਿਖੀਆਂ ਨੇ ਨਾ ਮਨ ਮਤਾਂ, ਉਹਨਾਂ ਨੂੰ ਲਿਖਿਆ। ਕਿਉਂਕਿ ਮਨ ਮਤ ਰਹਿਤ ਮਰਿਆਦਾ ਦੇ ਜਾਂ ਜਿਹੜਾ ਮਹਾਨ ਕੋਸ਼ ਦੇ ਮੁਤਾਬਕ ਉਹ ਹੈ ਕਿ ਗੁਰਮਤ ਜਿਹੜੀ ਗੁਰੂ ਦਾ ਸਿਧਾਂਤ ਆ ਉਹਨੂੰ ਫਾਲੋ ਕਰੋ ਤੇ ਗੁਰਮਤ ਹੋ ਗਈ, ਤੇ ਮਨ ਮਤ ਉਹ ਆ ਜਿਹੜਾ ਤੁਹਾਡੇ ਆਪਣੇ ਮਨ ਦੀ ਮਤ। ਸੋ ਉਹਦੇ ਵਿੱਚੋਂ ਅਸੀਂ ਦੋਨੇ, ਮੈਂ ਤੇ ਅਸੀਂ ਬੈਠ ਕੇ ਫਿਰ ਉਹਨਾਂ ਨੂੰ ਆਰਗੇਨਾਈਜ਼ ਕੀਤਾ ਵੀ ਉਹਦੇ ਕੀ ਕੁਝ ਲਿਖਿਆ ਰਹਿਤ ਮਰਿਆਦਾ ਦਾ। ਹੁਣੇ ਭਾਈ ਸਾਹਿਬ ਨੇ ਵੀ ਸਰਾਬ ਬਲਵੰਤ ਸਿੰਘ ਨਾਲ ਮੈਂਸ਼ਨ ਕੀਤਾ ਸੀ ਕਿ ਉਹਨੂੰ ਰੀਵਿਜ਼ਿਟ ਕਰਨ ਦੀ ਲੋੜ ਹੈ ਕਿ ਜੋ ਵੀ ਆ। ਉਹਦੇ ਵਿੱਚ ਫਿਰ ਅਸੀਂ ਕੀ ਕੀਤਾ ਕਿ ਇੱਕ ਆਰਟੀਕਲ ਲਿਖਿਆ, ਉਹ ਮੈਂ ਤਾਂ ਲਿਖਿਆ ਸਾਂਝੀ ਵਿਰਾਸਤ ਦਾ। ਉਹਦੇ ਵਿੱਚ ਆਰਟੀਕਲ ਮੌਜੂਦ ਆ, ਇੰਨਾ ਪੰਨਾ ਨੰਬਰ ਆ ਤੇ ਜੂਨ ਦਾ ਇਸ਼ੂ ਆ, ਤੇ ਉਹਦੇ ਵਿੱਚ ਜੇ ਕਿਸੇ ਨੇ ਦੇਖਣਾ ਹੋਵੇ ਤੇ ਦੇਖ ਸਕਦੇ ਜੇ। ਤੇ ਜਦੋਂ ਅਸੀਂ ਰਹਿਤ ਮਰਿਆਦਾ ਨੂੰ ਦੇਖਿਆ ਤੇ ਉਹਦੇ ਵਿੱਚ ਹਰ ਜਿੰਨੇ ਵੀ ਟੌਪਿਕ ਕਵਰਡ ਨੇ ਮੋਸਟਲੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜੀਆਂ ਉਹਦੇ ਵਿੱਚ ਉਹਨਾਂ ਮਨਾ ਕੀਤੀਆਂ ਉਹ ਅਸੀਂ ਲਿਖਤੀਆਂ ਨੇ ਮਨਮਤਾਂ, ਤੇ ਅਸੀਂ ਦੇਖਿਆ ਕਿ ਉਹ ਸਾਰੀਆਂ ਹੀ ਕਰਦੇ ਆ ਬਾਹਲੀ ਜਗ੍ਹਾ। ਉਹਦੇ ਵਿੱਚ ਜਿਹੜੇ ਟਾਪਿਕ ਨੇ ਕਿ ਉਹਨਾਂ ਦਿੱਤੇ ਆ ਕਿ ਸਿੱਖ ਰਹਿਣੀ ਬਹਿਣੀ ਦੇ ਸੰਬੰਧੀ ਜਿਹੜੀ ਮਤਾਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਾਜਮਾਨ ਅਸਥਾਨ ਤੇ ਜਾਂ ਗੁਰਦੁਆਰਾ ਸਾਹਿਬ ਵਿੱਚ ਕਿਹੜੀਆਂ ਨੇ ਮਨਮਤਾਂ, ਸਹਿਜ ਪਾਠ ਜਾਂ ਅਖੰਡ ਪਾਠ ਵੇਲੇ ਕਿਹੜੀਆਂ ਨੇ ਮਨਮਤਾਂ, ਕੀਰਤਨ ਕਥਾ ਸੰਬੰਧੀ ਕਿਹੜੀਆਂ ਮਨਮਤਾਂ ਨੇ, ਤੇ ਜਨਮ ਸੰਸਕਾਰ ਸੰਬੰਧੀ ਕਿਹੜੀਆਂ ਮਨਮਤਾਂ ਨੇ, ਮ੍ਰਿਤਕ ਸੰਸਾਰ ਸੰਬੰਧੀ ਕਿਹੜੀਆਂ ਮਨਮਤਾਂ ਨੇ, ਅੰਮ੍ਰਿਤ ਸੰਸਕਾਰ ਦੇ ਸੰਬੰਧੀ ਕਿਹੜੀਆਂ ਮਨਮਤਾਂ ਨੇ, ਆਨੰਦ ਕਾਰਜ ਸੰਬੰਧੀ ਕਿਹੜੀਆਂ ਮਨਮਤਾਂ ਨੇ। ਉਹ ਜੇ ਕੋਈ ਪੜ੍ਹਨਾ ਚਾਹਵੇ ਤੇ ਉਹ ਤੁਸੀਂ ਜਾ ਕੇ ਵੇਖ ਸਕਦੇ ਜੇ ਕੋਈ ਵੀ। ਤੇ ਮੈਂ ਸੋਚਿਆ ਕਿ ਇੰਨਾ ਟਾਈਮ ਤਾਂ ਇੱਥੇ ਹੋਣਾ ਨਹੀਂ ਕਿ ਸਾਰੀਆਂ ਨੂੰ ਦੱਸਣ ਦੀ ਵੀ ਲੋੜ ਵੀ ਨਹੀਂ। ਫਿਰ ਅਸੀਂ ਐਂਡ ਤੇ ਲਿਖਤਾ ਕਿ ਹੋਰ ਜਿਹੜੀਆਂ ਸਾਨੂੰ ਪਤਾ ਸੀ, ਜਿਹੜੀਆਂ ਅੱਗੇ ਦਿੱਲੀ ਛਿੱਕਣ ਵਾਲੀ ਗੱਲ ਜਾਂ ਹੋਰ ਕੋਈ ਹੋ ਗਈ ਆ, ਸੋ ਉਹ ਤੁਸੀਂ ਉਹ ਦੇਖ ਸਕਦੇ ਜੇ। ਤੇ ਉਹਦਾ ਸਾਨੂੰ ਜਿਹੜੀ ਸੂਝੀ ਆ ਥੋੜੀ ਜੀ ਹੋਈ ਕਿ ਪਹਿਲੀ ਅਸੀਂ ਆਰਟੀਕਲ ਇੱਕ ਹੋਰ ਲਿਖਿਆ ਕਿ
ਸਭ ਤੋਂ ਵੱਡਾ ਜਿਹੜਾ ਸਾਡਾ ਐਜੂਕੇਸ਼ਨ ਦਾ, ਜਿਵੇਂ ਤੁਸੀਂ ਕਿਹਾ, ਬਿਲਕੁਲ ਜ਼ਰੂਰੀ ਆ ਜੀ। ਲੇਕਿਨ ਐਜੂਕੇਸ਼ਨ ਜਿਹੜੀ ਆ ਸਾਨੂੰ ਗੁਰਬਾਣੀ ਤੋਂ ਲੈਣੀ ਚਾਹੀਦੀ ਆ, ਤੇ ਗੁਰਬਾਣੀ ਤੋਂ ਐਜੂਕੇਸ਼ਨ ਦੇ ਵਾਸਤੇ ਸਭ ਤੋਂ ਪਹਿਲਾ ਤੇ ਕੰਮ ਜਿਹੜਾ SGPC ਹਰ ਗੁਰਦੁਆਰਾ ਵੱਡੇ ਆਰਗੇਨਾਈਜ਼ ਕਰਦੇ ਨੇ, ਪਾਠ ਕਰਵਾਉਣ ਦਾ ਜਿਹੜਾ, ਇਹ ਜਿੰਨਾ ਚਿਰ ਬੰਦ ਨਹੀਂ ਹੋ ਸਕਦਾ, ਸਾਡੀ ਗੁਰਬਾਣੀ ਦੀ ਸਿੱਖਿਆ ਸਾਨੂੰ ਨਹੀਂ ਮਿਲ ਸਕਦੀ। ਇਹ ਹੈ ਜੀ ਸਾਡੀ ਪਹਿਲੀ ਰეკਮੈਂਡੇਸ਼ਨ ਕਿ ਐਟਲੀਸਟ ਮੇਰੀ, ਕਿ ਜੇ ਪਾਠ ਜਿਹੜੇ ਕਰਵਾਉਣਾ ਬੰਦ ਕੀਤੇ ਜਾਣ, SGPC ਕਰੇ, ਗੁਰਦੁਆਰੇ ਕਰਨ, ਕੋਈ ਵੀ ਕਰੇ, ਤੇ ਹਰ ਸਿੱਖਾਂ ਨੂੰ ਆਪ ਹੀ ਬੰਦ ਕਰਨਾ ਚਾਹੀਦਾ। ਤੇ ਉਹਦੇ ਵਿੱਚ ਇੱਕ ਉਹਨਾਂ ਦੇ ਰਹਿਤ ਮਰਿਆਦਾ ਦੇ ਵਿੱਚ ਇਹ ਵੀ ਦਿੱਤਾ ਹੈ ਕਿ ਇਹ ਜਿਹੜਾ ਪਾਠ ਆ, ਜੇ ਕੋਈ ਆਪ ਕਰੇ ਜਾਂ ਸੰਗਤ ਰਲ ਕੇ ਜਾਂ ਆਪ ਇੰਡੀਵਿਜੂਅਲ ਕਰੋ, ਲੇਕਿਨ ਇਹ ਨਾ ਹੋਵੇ ਕਿ ਪਾਠ ਚੱਲਦਾ ਹੋਵੇ ਤੇ ਕੋਈ ਉੱਥੇ ਬੈਠਾ ਸੁਣਨ ਵਾਲਾ ਹੀ ਨਾ ਹੋਵੇ, ਜਾਂ ਬਹੁਤ ਛੇਤੀ ਜਿਹੜਾ ਸਮਝ ਨਾ ਆਉਂਦਾ ਹੋਵੇ। ਸੋ ਬੇਸਿਕਲੀ ਇਹ ਜੀ ਕਿ ਜਿੰਨਾ ਚਿਰ ਪਾਠ ਕਰਵਾਉਣੇ ਬੰਦ ਹੁੰਦੇ ਨਹੀਂ ਤੇ ਪਾਠ ਕਰਨੇ ਸ਼ੁਰੂ ਤੇ ਸਮਝ ਕੇ, ਉਹ ਮੇਰੇ ਤੋਂ ਪਹਿਲੇ ਸਪੀਕਰ ਸਾਹਿਬ ਨੇ ਪਹਿਲਾਂ ਵੀ ਕਹਿ ਦਿੱਤਾ ਕਿ ਸਮਝੋ, ਤੇ ਉਹ 3 ਸਟੈਪ ਨੇ। ਵੈਸੇ ਉਹ ਵੀ ਅਸੀਂ ਆਰਟੀਕਲ ਇੱਕ ਲਿਖਿਆ ਸੀ ਵੀ ਪਾਠ ਕਰਵਾਉਣਾ ਹੀ ਕਾਫੀ ਹੈ, ਜਾਂ ਸਮਝ ਗੁਰਬਾਣੀ ਪੜ੍ਹ ਸੁਣ ਕੇ ਸਮਝਣੀ ਜ਼ਰੂਰੀ ਹੈ। ਉਹ ਜੇ ਤੁਸੀਂ ਦੇਖਣਾ ਚਾਹੋ ਤੇ ਸਾਂਝੀ ਵਿਰਾਸਤ ਦੇ ਵਿੱਚ ਹੀ ਜਨਵਰੀ ਦੇ ਅੰਕ ਦੇ ਵਿੱਚ ਸਾਡਾ ਆਰਟੀਕਲ ਹੈਗਾ। ਸੋ ਜਿਹੜੀ ਪਹਿਲਾਂ ਵੀ ਬਹੁਤ ਸੋਹਣੀਆਂ ਰეკਮੈਂਡੇਸ਼ਨ ਆਈਆਂ ਨੇ, ਤੇ ਮੇਰੀ ਤੇ ਇਹ ਹੈ ਜੀ। ਤੇ ਦੂਸਰੀ ਹੈ ਕਿ ਰਹਿਤ ਮਰਿਆਦਾ ਨੂੰ ਹੀ ਜੇ ਅਸੀਂ ਜੋ ਵੀ ਹੈਗੀ ਆ ਉਹਨੂੰ ਜੇ ਕੋਈ ਉਹਦੇ ਸ਼ਾਰਟ ਕਮਿੰਗ ਨਹੀਂ, ਜੇ ਉਹ ਫਾਲੋ ਕਰ ਲਈਏ ਤੇ ਮੇਰੇ ਖਿਆਲ 99% ਜਿਹੜੀਆਂ ਉਹ ਮਨਮਤਾਂ ਜਾਂ ਵਹਿਮ ਭਰਮ ਦੂਰ ਹੋ ਸਕਦੇ ਨੇ। 100% ਤੇ ਨਹੀਂ ਸ਼ਾਇਦ ਹੋਣ। ਤੇ ਹੁਣ ਕਰੇ ਕੌਣ ਜੀ? ਉਹ ਉਹੀ ਆ ਕਿ ਜਾਂ ਜਿਹੜੀਆਂ ਗੁਰਦੁਆਰੇ ਕਰਨ, SGPC ਕਰੇ, ਜਾਂ ਕੋਈ ਕਰੇ। ਅਸੀਂ ਵੀ ਆਪਣੇ ਵੱਲੋਂ ਇੰਡੀਵਿਜੂਅਲ ਲੈਵਲ ਤੇ ਟਰਾਈ ਕਰ ਸਕਦੇ ਹਾਂ। ਤੇ ਬਾਕੀ ਹੈ ਕਿ ਜਿਵੇਂ ਸਿੱਖ ਗਲੋਬਲ ਸਿੱਖ ਕਾਉਂਸਲ ਵੀ ਟਰਾਈ ਕਰ ਸਕਦੀ ਹੈ, ਕਿਉਂਕਿ ਮੈਂ ਆਪਣੇ ਲੈਵਲ ਤੇ, ਮੈਂ ਜਸਟ ਟੂ ਮੈਂਸ਼ਨ, ਅੱਜ ਤੋਂ ਕੋਈ 35 ਸਾਲ ਪਹਿਲਾਂ ਮੈਂ ਪਾਠ ਕਰਵਾਉਣਾ ਬੰਦ ਕਰ ਦਿੱਤਾ। ਪਹਿਲਾਂ ਕਰਵਾਈ ਦੇ ਸੀ, ਲੇਕਿਨ ਇਹ ਕਿ ਜੇ ਮੈਂ ਕਰਨਾ ਹੋ ਸਕੇ ਤੇ ਮੈਂ ਕਰ ਲੈਣਾ ਜਿੰਨਾ ਕੁ ਹੋ ਸਕੇ। ਸੋ ਧੰਨਵਾਦ ਜੀ। ਇਹ ਮੇਰੀਆਂ 2-3 ਰეკਮੈਂਡੇਸ਼ਨ ਨੇ, ਤੇ ਬਾਕੀ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਕਾਬਲ ਸਿੰਘ ਜੀ, ਥੈਂਕਸ ਅ ਲੋਟ। ਮੇਰੇ ਖਿਆਲ ਸਾਡੇ ਕੋਲ ਹੁਣ ਸਪੀਕਰ ਤਾਂ ਅੱਜ, ਕਿਉਂਕਿ ਇੰਡੀਆ ਤੋਂ ਕੋਈ ਆਏ ਨਹੀਂ ਜ਼ਿਆਦਾ, ਸਾਡੇ ਇੱਥੋਂ ਦੇ ਹੀ ਸਾਰੇ ਹੈਗੇ। ਸੋ ਵੀ ਓਪਨ ਅਪ ਫॉर ਡਿਸਕਸ਼ਨਸ। ਤੇ ਪਲੀਜ਼ ਆਪਣੇ ਹੈਂਡ ਰੇਜ਼ ਕਰਦੇ ਨੇ ਥੱਲੇ ਰਿਐਕਸ਼ਨਸ ਦੇ ਵਿੱਚ, ਰੇਜ਼ ਹੈਂਡ ਹੈਗਾ, ਉਹਦੇ ਵਿੱਚ ਤੁਸੀਂ ਜਾ ਕੇ ਜੇ ਤੁਸੀਂ ਕਰਦੇ ਹੋ ਤਾਂ ਆਈ ਥਿੰਕ ਆਈ ਵਿਲ ਬੀ ਏਬਲ ਟੂ ਸੀ ਇਟ, ਤੇ ਫਿਰ ਮੈਂ ਰਿਕੁਐਸਟ ਕਰ ਦਿਆਂਗਾ। ਗਲੈਕਸੀ M32 ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰੋ, ਇੰਟਰੋਡਿਊਸ ਕਰੋ ਤੇ ਫਿਰ ਦੱਸੋ। ਉਸ ਤੋਂ ਬਾਅਦ ਅਰੋੜਾ ਸਾਹਿਬ। ਹਾਂਜੀ ਹਾਂਜੀ, ਮੈਂ ਡਾਕਟਰ ਸਾਹਿਬ ਸਿੰਘ ਭੱਟੀ ਇੰਡੀਆ ਤੋਂ ਬੋਲ ਰਿਹਾ, NCR ਏਰੀਆ ਤੋਂ। ਤੇ ਹਾਈ ਪੋਸਟ ਤੋਂ ਰਿਟਾਇਰ ਵੀ ਹੋਇਆ, ਤਾਂ ਮੈਂ ENT ਸਰਜਨ ਵੀ ਹਾਂ। ਤੇ ਤੁਹਾਡਾ ਜਿਹੜਾ ਵਿਸ਼ਾ ਬਹੁਤ ਹੀ ਗਹਿਰਾ ਵਿਸ਼ੇ ਹੈਗਾ, ਛੋਟਾ ਮੋਟਾ ਵਿਸ਼ੇ ਨਹੀਂ ਹੈਗਾ। ਤੇ ਐਜ ਏ ਡਾਕਟਰ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਤੁਸੀਂ ਵਹਿਮ ਔਰ ਭਰਮ ਦੀ ਗੱਲ ਕਹੀ ਹੈ, ਔਰ ਜਿਹੜੀ ਅੰਧ ਵਿਸ਼ਵਾਸ ਦੀ ਗੱਲ ਕੀਤੀ ਹੈ, ਬਹੁਤ ਸੋਹਣਾ ਟੌਪਿਕ ਤੁਸੀਂ ਲਿਆ ਹੈਗਾ। ਤੇ ਜਿਹੜੀ ਵਹਿਮ ਜਿਹੜੀ ਬਿਮਾਰੀ, ਉਹ ਤੋਂ ਬਹੁਤ ਵੱਡੀ ਬਿਮਾਰੀ ਹੈ, ਉਹ ਤੋਂ ਡਾਕਟਰਾਂ ਦੀ ਹੈਲਪ ਲੈਣ ਦੀ ਵੀ ਜ਼ਰੂਰਤ ਪਏਗੀ। ਤੇ ਜਿਹੜੀਆਂ ਤੁਸੀਂ ਅੱਜ ਡਿਸਕਸ਼ਨ ਕੀਤੀਆਂ, ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ, ਔਰ ਉਹਦੇ ਵਿੱਚ ਜਿਹੜੀ ਸਾਡੇ ਪ੍ਰਚਾਰ ਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ, ਉਹ ਬਹੁਤ ਜ਼ਰੂਰੀ ਹੈਗੀ। ਉਸ ਤੋਂ ਬਗੈਰ ਅਸੀਂ ਇਸ ਪਾਸੇ ਜਾਣ ਵਿੱਚ ਬਹੁਤ ਇਨਕੰਪੀਟੈਂਟ ਫੀਲ ਕਰ ਰਹੇ ਹਾਂ। ਤੇ ਬਹੁਤ ਸੀ ਗੱਲਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ। ਤੇ ਉਸ ਤੋਂ ਪਹਿਲੇ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਕੇ ਦੱਸਾਂਗਾ ਐਜ ਏ ਡਾਕਟਰ, ਕਿ ਕਿਸ ਤਰ੍ਹਾਂ ਸਾਨੂੰ ਪੂਰਾ ਗਿਆਨ ਨਾ ਹੋਣ ਕਰਕੇ ਅਸੀਂ ਭੂਤ ਪ੍ਰੇਤਾਂ ਦੇ ਚੱਕਰ 'ਚ ਪੈ ਜਾਂਦੇ ਹਾਂ। ਇੱਕ ਸਿੱਖ ਜੈਂਟਲਮੈਨ ਇੱਕ ਪਿੰਡ ਵਿੱਚੋਂ ਨੌਕਰੀ ਕਰਨ ਜਾਂਦਾ ਹੈ, ਮੋਟਰਸਾਈਕਲ ਤੇ ਜਾਂਦਾ ਰੋਜ਼ ਨਾਲ ਦੇ ਸ਼ਹਿਰ ਵਿੱਚ, ਤੇ ਗਲਤੀ ਨਾਲ ਉਹ ਕੁਝ ਦਿਨਾਂ ਬਾਅਦ ਆਪਣੇ ਵਾਲ ਕਟਾ ਲੈਂਦਾ ਹੈ। ਕਟਾਉਣ ਤੋਂ ਬਾਅਦ ਜਦੋਂ ਉਹ ਦੁਬਾਰਾ ਜਾਂਦਾ ਹੈਗਾ, ਆਪਣੇ ਡਿਊਟੀ ਤੇ ਜਾਂਦਾ ਸਵੇਰੇ ਸਵੇਰੇ, ਤੇ ਰਸਤੇ ਵਿੱਚ ਉਹਨੂੰ ਇੱਕ ਬਹੁਤ ਵੱਡਾ ਪੇੜ ਪਿੱਪਲ ਦਾ ਆਂਦਾ ਹੈਗਾ। ਜਿਵੇਂ ਉਹਦਾ ਮੋਟਰਸਾਈਕਲ ਉੱਥੋਂ ਟੱਪਦਾ ਹੈ ਤੇ ਉਹ ਉੱਥੇ ਚੱਕਰ ਖਾ ਕੇ ਡਿੱਗ ਜਾਂਦਾ ਹੈ। ਇਹ ਇੱਕ ਜਿਹੜੀ ਹੈਗੀ ਹੈ ਬਹੁਤ ਪ੍ਰੈਕਟੀਕਲ, ਮੈਂ ਤੁਹਾਡੇ ਸਾਹਮਣੇ ਗੱਲ ਦੱਸ ਰਿਹਾ ਹਾਂ। ਤੇ ਉਹ ਇਹ ਸਮਝ ਲੈਂਦਾ ਹੈ ਕਿ ਉੱਥੇ ਭੂਤ ਪ੍ਰੇਤ ਹੈਗੇ। ਔਰ ਕੁਝ ਦਿਨਾਂ ਬਾਅਦ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਹੋ ਜਾਂਦਾ ਕਿ ਉਹ ਜਿਹੜਾ ਪਿੱਪਲ ਦਾ ਪੇੜ ਹੈ ਬਹੁਤ ਵੱਡਾ ਹੈ, ਉਹਦੇ ਵਿੱਚ ਭੂਤ ਰਹਿੰਦੇ ਨੇ,
ਤੇ ਇਹ ਜਿਹੜਾ ਭਾਈ ਸਾਹਿਬ ਇੱਥੋਂ ਮੋਟਰਸਾਈਕਲ ਲੈ ਕੇ ਜਾਂਦੇ ਨੇ ਜਾਂ ਸਕੂਟਰ ਤੇ ਜਾਂਦੇ ਨੇ, ਇਹ ਇੱਥੇ ਡਿੱਗ ਜਾਂਦੇ ਨੇ, ਭੂਤਾਂ ਨੇ ਇਹਨਾਂ ਨੂੰ ਫੜ ਲਿਆ। ਅੱਛਾ, ਪੱਗ ਬਣ ਨਹੀਂ ਰਿਹਾ। ਇੱਕ ਦਿਨ ਉਹਦਾ ਚਲਾਨ ਹੋ ਗਿਆ ਕਿ ਤੂੰ ਆਪਣਾ ਹੈਟ ਕਿਉਂ ਨਹੀਂ ਪਾਉਂਦਾ, ਤੋ ਉਹਨੂੰ ਹੈਟ ਖਰੀਦਣਾ ਪਿਆ। ਹੈਟ ਖਰੀਦ ਕੇ ਫਿਰ ਜਿਹੜੇ ਉੱਥੋਂ ਟੱਪਿਆ ਤੇ ਉਹਨੂੰ ਭੂਤ ਪ੍ਰੇਤ ਨੇ ਕੁਛ ਨਹੀਂ ਕਿਹਾ, ਤੇ ਲੋਕਾਂ ਨੇ ਕਹਿਤਾ ਕਿ ਭੂਤ ਜਿਹੜੇ ਹੁੰਦੇ ਨੇ ਉਹ ਲੋਹੇ ਤੋਂ ਡਰਦੇ ਨੇ। ਅਸਲ ਵਿੱਚ ਗੱਲ ਕੁਝ ਹੋਰ ਸੀ ਕਿ ਉਸ ਆਦਮੀ ਦਾ ਕੰਨ ਦਾ ਪਰਦਾ ਫਟਿਆ ਹੋਇਆ ਸੀ, ਤੇ ਕੰਨ ਦਾ ਪਰਦਾ ਫਟਿਆ, ਜਿਹੜੇ ਉਹ ਪੱਗ ਬਣ ਕੇ ਜਾਂਦਾ ਸੀ ਤੇ ਉਹ ਕੰਨ ਦਾ ਪਰਦਾ ਜਿਹੜਾ ਢੱਕਿਆ ਜਾਂਦਾ ਸੀ, ਤੇ ਜਿਹੜੇ ਸਵੇਰੇ ਸਵੇਰੇ ਜਾਂਦਾ ਆਦਮੀ ਤੇ ਜਿਹੜੀ ਠੰਡੀ ਹਵਾ ਲੱਗਦੀ ਹੈ ਕੰਨ ਦੇ ਵਿੱਚ, ਜਿਹੜੇ ਉਹ ਪੱਗ ਨਹੀਂ ਸੀ ਬੰਨੀ ਹੋਈ, तो ठंडी हवा ਕੰਨ ਦੇ ਵਿੱਚ ਜਿਹੜੇ ਲੱਗਦੀ ਸੀ, तो 15 ਕੁ ਮਿੰਟ ਦੇ ਵਿੱਚ ਉਹ ਡਿਸਟੈਂਸ ਦੇ ਵਿੱਚ ਜਿਵੇਂ ਬੋਰਡ ਦੇ ਪਿੱਪਲ ਦੇ ਪੇੜ ਵਿੱਚੋਂ ਥੱਲੋਂ ਟੱਪਦਾ ਸੀਗਾ ਤੇ ਉਹਨੂੰ ਚੱਕਰ ਆਣੇ ਸ਼ੁਰੂ ਹੋ ਜਾਂਦੇ ਸੀ, ਔਰ ਉਹ ਚੱਕਰਾਂ ਕਰਕੇ ਉਹਨੂੰ ਉਹਦਾ ਮੋਟਰਸਾਈਕਲ ਡਿੱਗ ਜਾਂਦਾ ਸੀ ਤੇ ਉਹ ਉੱਥੇ ਉਲਟ ਜਾਂਦਾ ਸੀ, ਉਸ ਤੋਂ ਅੱਗੇ ਨਹੀਂ ਜਾ ਪਾਉਂਦਾ। ਜਿਵੇਂ ਉਹਨੇ ਹੈਠ ਪਾਇਆ ਤੇ ਉਹ ਕੰਨ ਬੰਦ ਹੋ ਜਾਂਦਾ ਸੀ, ਕੰਨ ਦਾ ਪਰਦੇ 'ਚ ਠੰਡੀ ਹਵਾ ਨਹੀਂ ਸੀ ਲੱਗਦੀ ਤੇ ਨਾ ਲੱਗਣ ਕਰਕੇ ਉਹਨੂੰ ਚੱਕਰ ਨਹੀਂ ਸੀ ਆਉਂਦੇ। ਇਵੇਂ ਹੀ ਉਹਨੇ ਫਿਰ ਦੁਬਾਰਾ ਕੇਸ ਰੱਖ ਲਿਆ ਤੇ ਪੱਗ ਬੰਨੀ ਤੇ ਉਹਦਾ ਉਹ ਸਿਸਟਮ ਹਟ ਗਿਆ। ਤੋਂ ਨਾਲ ਦੀ ਨਾਲ ਸਾਨੂੰ ਡਾਕਟਰੀ ਪ੍ਰੋਫੈਸ਼ਨ ਦੀ ਵੀ ਹੈਲਪ ਲੈਣ ਦੀ ਜ਼ਰੂਰਤ ਹੈ, ਜਿਹੜਾ ਸਾਡਾ ਅੰਧ ਵਿਸ਼ਵਾਸ ਹੈ। ਤੇ ਜਿਵੇਂ ਉਹਦੇ ਕੰਨ ਦੇ ਪਰਦੇ ਦਾ ਆਪਰੇਸ਼ਨ ਹੋਇਆ, ਉਸ ਤੋਂ ਬਾਅਦ ਉਹ ਜਿਵੇਂ ਵੀ ਉੱਥੋਂ ਟੱਪਦਾ ਸੀ ਉਹਨੂੰ ਕੋਈ ਭੂਤ ਪ੍ਰੇਤ ਨਹੀਂ ਸੀ ਚੰਬੜਦਾ। ਤੋਂ ਕਹਿਣ ਦਾ ਭਾਵ ਹੈ ਕਿ ਬਹੁਤ ਸਾਰੀਆਂ ਗੱਲਾਂ ਸਾਨੂੰ ਅਗਿਆਨਤਾ ਕਰਕੇ ਅਸੀਂ ਉਸ ਚੱਕਰਾਂ 'ਚ ਪੈ ਜਾਂਦੇ ਹਾਂ। ਇਵੇਂ ਹੀ ਜਿਵੇਂ ਹੁਣ ਅਸੀਂ ਪ੍ਰਚਾਰ ਦੀ ਗੱਲ ਕਰ ਰਹੇ ਹਾਂ, ਪ੍ਰਚਾਰ ਦੇ ਵਿੱਚ ਇੰਨਾ ਸਾਨੂੰ ਅੰਧ ਵਿਸ਼ਵਾਸ ਹੋ ਗਿਆ। ਹੁਣ ਬਾਣੀ ਦਾ ਜਿਵੇਂ ਇੱਕ ਸ਼ਬਦ ਹੈ ਕਿ ਬਾਣੀ ਕੋਈ ਵਿਰਲਾ ਵਿਚਾਰ ਸੀ ਤੇ ਅਸੀਂ ਇਸ ਗੱਲ ਨੂੰ ਮੰਨ ਲਿਆ ਕਿ ਅਸੀਂ ਵਿਰਲਿਆਂ 'ਚ ਆਉਂਦੇ ਨਹੀਂ। ਉਹੀ ਆਦਮੀ ਜਿਹੜੇ ਕਹਿੰਦੇ ਨੇ ਕਿ ਅਸੀਂ ਵਿਰਲਿਆਂ 'ਚ ਨਹੀਂ ਆਉਂਦੇ, ਔਰ ਦੂਜੇ ਪਾਸੇ ਉਹ ਆਪਣੇ ਆਪ ਨੂੰ ਗੁਰਮੁਖ ਵੀ ਕਹਾਉਂਦੇ ਨੇ ਤੇ ਬ੍ਰਹਮ ਗਿਆਨੀ ਵੀ ਕਹਾਉਂਦੇ ਨੇ, ਔਰ ਉਹ ਬੰਦੇ ਜਿਹੜੇ ਪ੍ਰਚਾਰ ਕਰ ਰਹੇ ਨੇ ਇਹ ਜਿਹੜਾ ਦੋਗਲਾਪਨ ਹੈ ਸਾਡੇ ਵਿੱਚ, ਜਿਹੜੀ ਡੁਐਲਿਟੀ ਹੈ, ਇੱਥੇ ਆ ਕੇ ਅਸੀਂ ਬਹੁਤ ਜ਼ਿਆਦਾ ਮਾਰ ਖਾ ਰਹੇ ਹਾਂ। ਔਰ ਜਿੰਨਾ ਚਿਰ ਸਾਨੂੰ ਡੁਐਲਿਟੀ ਵਿੱਚੋਂ ਨਹੀਂ ਨਿਕਲਦੇ ਉਹਨਾਂ ਚਿਰ ਰੱਬ ਨਾਲ ਨਹੀਂ ਜੁੜ ਸਕਦੇ। ਤਾਂ ਅੱਜ ਬਾਣੀ ਜਿਹੜੀ ਪੜ੍ਹਨ ਦੀ ਜ਼ਰੂਰਤ ਹੈ, ਕੱਲਾ ਪੜ੍ਹਨਾ ਨਹੀਂ, ਅੰਡਰਸਟੈਂਡ ਵੀ ਨਹੀਂ ਕਰਨਾ, ਉਹਨੂੰ ਫੀਲ ਕਰਨਾ, ਉਹਨੂੰ ਮਹਿਸੂਸ ਕਰਨਾ, ਅਨੁਭਵ ਕਰਨਾ। ਤੇ ਜਿਵੇਂ ਇਹ ਗਹਿਰਾਈ ਵਿੱਚ ਅਸੀਂ ਜਾਵਾਂਗੇ ਫਿਰ ਜ਼ਿਆਦਾ ਸਾਨੂੰ ਸਮਝ ਵੀ ਆਏਗੀ ਤੇ ਸਾਨੂੰ ਉਸ ਪ੍ਰਭੂ ਦਾ ਗਿਆਨ ਵੀ ਪਤਾ ਲੱਗੇਗਾ, ਬ੍ਰਹਮ ਗਿਆਨ ਦਾ ਵੀ ਪਤਾ ਲੱਗੇਗਾ ਜਿੱਥੋਂ ਬਾਣੀ ਆਈ ਸੀ। ਤੇ ਇਸ ਵਾਸਤੇ ਅਸੀਂ ਜਾਪ ਕਰਦੇ ਹਾਂ, ਵਾਹਿਗੁਰੂ ਦਾ ਜਾਪ ਕਰਦੇ ਹਾਂ, ਕਰਨ ਤੋਂ ਬਾਅਦ ਵੀ ਮਨ ਨਹੀਂ ਟਿਕਦਾ। ਮੂਲ ਮੰਤਰ ਦਾ ਪਾਠ ਸਾਨੂੰ ਦੱਸਿਆ ਜਾਂਦਾ ਐਨੀ ਵਾਰੀ ਕਰੋ, ਉਹਦੇ ਨਾਲ ਵੀ ਨਹੀਂ ਗੱਲ ਬਣਦੀ। ਸਾਨੂੰ ਮੂਲ ਥੋੜਾ ਸ਼ਾਰਟ ਰੱਖੀਏ ਜੀ, ਸ਼ਾਰਟ ਹੈ ਬਸ, ਮੈਂ ਖਤਮ ਕਰ ਰਿਹਾ ਆਪਣੀ ਗੱਲ, 1 ਮਿੰਟ। तो कहने का मेरा भाव है बाणी दे विच ही लिखिया है कि एक जोत मंत्र भी हैगा जिंदे जपन नाल जिन्नू जानन नाल, एक कबीर जी दी बाणी विच है 1162 अंग ते, ओनू जपन नाल एक गल कही गई कि जो मंत्र जपे मन अस्थिर होए, अस्थिर मतलब टिक जांदा हैगा। तो बाणी दी बहुत ज्यादा गहराई दे विच जाण दी जरूरत है। बस इन्ना कह के आप दा बहुत बहुत शुक्रिया कि तुसी मैनू टाइम दिता। वाहिगुरू जी का खालसा, वाहिगुरू जी की फतेह। थैंक यू जी, थैंक यू डॉक्टर साहब, तुसी बड़े इंपॉर्टेंट इश्यूज रेज कीते मैडिकल पॉइंट्स तो। अरोड़ा साहब, JS अरोड़ा जी प्लीज। जी वीर जी, वाहिगुरू जी का खालसा, वाहिगुरू जी की फतेह। हाँ जी, आवाज आ रही वीर जी? हाँ जी, हाँ जी, प्लीज गो अहेड। देखो गुरबाणी अनुसार मेरे ख्याल नाल आप जी सारे बाणी पढ़न वाले हो ते सारिਆਂ ਨੂੰ पता होना है कि साडे जीवन ਦਾ ਸਭ ਤੋਂ ਵੱਡਾ ਭਰਮ ਇਹ ਹੈ ਡੁਐਲਿਟੀ ਦਾ, ਕਿ ਮੈਂ ਹੋਰ ਹਾਂ, ਤੁਸੀਂ ਹੋਰ ਹੋ ਤੇ ਰੱਬ ਹੋਰ ਹੈ। ਇਹ ਸਭ ਤੋਂ ਵੱਡਾ ਭਰਮ ਹੈ ਗੁਰਬਾਣੀ ਅਨੁਸਾਰ, ਜਦਕਿ ਸਭ ਕੁਝ ਉਹ ਇੱਕ ਆਪ ਹੀ ਆਪ ਹੈ, ਉਸ ਤੋਂ ਇਲਾਵਾ ਕੁਝ ਹੋਰ ਹੈ ਨਹੀਂ। ਇਸ ਭਰਮ ਨੂੰ ਦੂਰ ਕਰਨ ਦੀ ਲੋੜ ਹੈ। ਬਾਣੀ ਦੀ ਜੋ ਹੈ ਪਾਵਨ ਪੰਕਤੀਆਂ ਨੂੰ ਮੰਚ ਰੱਖਦੇ ਹਾਂ, ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਆਪਾਂ ਅਜਮਾਣਾ ਹੈ ਕਿਸ ਤਰ੍ਹਾਂ ਜੀਵਨ ਦੇ ਵਿੱਚ, ਉਸ ਨੂੰ ਅਸੀਂ ਦੇਖਣਾ ਕਰਨਾ ਹੈ। ਜੇ ਪਾਣੀ ਫਰਮਾਨ ਹੈ ਨਾ ਕਰਿਓ ਕਿ ਇੱਕ ਭਰਮ ਭੁਲਾਏ, ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ, ਜਿਤ ਤੁਧ ਲਾਏ ਤੇਹਾ ਫਲ ਪਾਇਆ, ਤੂੰ ਹੁਕਮ ਚਲਾਵਨ ਹਾਰਾ। ਤੋ ਇਸ ਅਨੁਸਾਰ ਜਦੋਂ ਅਸੀਂ ਜੀਵਨ ਜਿਉਂਦੇ ਹਾਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਉਹ ਜੋ ਹੈ ਪਤਾ ਚੱਲਦਾ ਹੈ ਕਿ ਕਿਵੇਂ ਉਸਨੇ ਸਾਨੂੰ ਆਪਣੇ ਤੋਂ ਵਿਛੋੜਿਆ ਹੈ ਤੇ ਭਰਮ ਵਿੱਚ ਰੱਖਿਆ ਹੈ, ਭਰਮਾਂ 'ਚ ਰੱਖ ਕੇ ਉਸਨੇ ਭੁਲਾਇਆ ਸਾਨੂੰ, ਆਪਣੇ ਤੋਂ ਵਿਛੋੜਾ ਦਿੱਤਾ ਹੈ, ਤੇ ਕਿਵੇਂ ਉਹ ਫਿਰ ਇਹ ਸਭ ਉਸ ਮਾਲਿਕ ਦਾ ਖੇਲ ਹੈ ਤੇ ਕਿਵੇਂ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਜੀਵਨ ਵਿੱਚ ਵਾਪਰੀ ਇੱਕ ਛੋਟੀ ਜਿਹੀ ਘਟਨਾ, ਮੇਰਾ ਭਾਂਜਾ 29 ਸਾਲ ਦਾ ਬਹੁਤ ਬਿਮਾਰ ਹੋ ਗਿਆ, ਉਸ ਨੂੰ PSS ILD ਦੀ ਪਰੇਸ਼ਾਨੀ ਸੀ, ਔਰ ਜਿਸ ਦਾ ਕੋਈ ਵੀ ਇਲਾਜ ਤੱਕ ਦੁਨੀਆ 'ਚ ਨਹੀਂ ਬਣਿਆ। ਤੇ ਉਸ ਤੋਂ ਬਾਅਦ ਜਿਹੜਾ ਭਰਮ ਇਹ ਆਇਆ ਕਿ ਚਲੋ ਵੀ ਉਸਦਾ ਜੀਵਨ ਕਿਵੇਂ ਬਚ ਸਕੇ,
ਤੇ ਭਰਮ ਵਿੱਚ ਇਹ ਆਇਆ ਕਿ ਗੁਰਬਾਣੀ ਦੇ ਪਾਵਨ ਪੰਕਤੀਆਂ ਤੇ ਭਰੋਸਾ ਨਾ ਕਰਕੇ ਤੇ ਬਈ ਕਿਸੇ ਹੋਰ ਐਸੇ ਸੱਜਣ ਕੋਲ ਜਾਣਾ ਹੋਇਆ ਜਿਹੜਾ ਕਿ ਆਪਣਾ ਤਾਂ ਰੱਬ ਦਾ ਪਿਆਰਾ ਸੀ ਤੇ ਰੱਬ ਦਾ ਨਾਮ ਲੈ ਕੇ ਹੀ ਕਿਤੇ ਅਰਦਾਸ ਕਰਦਾ ਸੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ, ਤੇ ਬਈ ਇਸ ਤਰ੍ਹਾਂ ਕਰਕੇ ਕਿ ਬਈ ਅਸੀਂ ਬਾਣੀ ਨੂੰ ਛੱਡ ਕੇ ਤੇ ਕਿਸੇ ਹੋਰ ਦੇ ਕੋਲ ਜਾਣਾ ਕੀਤਾ ਵੀ ਉਹ ਸ਼ਾਇਦ ਕਰੇਗਾ ਜਾਂ ਕੁਝ ਕਰੇਗਾ। ਲੇਕਿਨ ਪਿਆਰਿਓ ਹੋਇਆ ਕਿ ਅਖੀਰ ਉਹਨੇ ਇੱਕ ਦਿਨ ਕਹਿਤਾ ਜੀ ਕਿ 2022 ਤੱਕ ਤੇ ਮੈਂ ਗਰੰਟੀ ਲੈਣਾ ਕਿ ਵੀ ਇਸ ਦੀ ਮੌਤ ਨਹੀਂ ਹੋਏਗੀ। ਭਲਾ ਕੋਈ ਇਹ ਵੀ ਦੱਸ ਸਕਦਾ ਹੈ ਕਿਵੇਂ? ਲੇਕਿਨ ਉਦੋਂ ਹੀ ਮੇਰੇ ਮਨ ਵਿੱਚ ਸ਼ੱਕ ਆ ਗਿਆ ਵੀ ਇਹ ਠੀਕ ਨਹੀਂ ਗੱਲ, ਕਿ ਪਾਸੇ ਨਹੀਂ ਹੋ ਤੁਰੇ ਤੇ ਬਾਣੀ ਦੇ ਸਹਾਰਾ ਛੱਡ ਕੇ ਮਹਾਰਾਜ ਸਾਹਿਬ ਦਾ ਸਹਾਰਾ ਛੱਡ ਕੇ ਤੇ ਵਿੱਚ ਪੈ ਗਏ ਆ। ਭਾਵੇਂ ਦਾ ਜੀਵ ਬੜਾ ਜੋ ਹੈ ਸਾਡੇ ਸਾਹਮਣੇ ਸੀ ਵੀ ਉਹਦੀ ਮੌਤ ਹੋ ਜਾਣੀ ਹੈ, ਸਾਹਮਣੇ ਨਜ਼ਰ ਆ ਰਹੀ ਹੈ ਬਈ ਕਿਵੇਂ ਬਚ ਜਾਵੇ। ਅਖੀਰ ਇਹ ਗੱਲ ਜੀ ਹੈ ਉਸਨੇ ਅੱਜ ਤੋਂ 12-13 ਸਾਲ ਪਹਿਲਾਂ 14 ਸਾਲ ਪਹਿਲਾਂ ਕਹੀ, ਲੇਕਿਨ ਅਖੀਰ ਤਾਂ 14 ਸਾਲ ਪਹਿਲਾਂ ਉਸਦੀ ਮੌਤ ਹੋ ਹੀ ਗਈ। ਤੇ ਉਸ ਤੋਂ ਬਾਅਦ ਸਾਡਾ ਜੋ ਇਹ ਭਰਮ ਸੀ ਨਾ ਉਹ ਮਾਲਿਕ ਨੇ ਆਪ ਤੋੜਿਆ ਕਿ ਐਵੇਂ ਅਸੀਂ ਭਰਮਾਂ ਵਿੱਚ ਪੈ ਕੇ ਇੱਧਰ ਉੱਧਰ ਜਾਂਦੇ ਆ। ਬਾਣੀ ਦੇ ਸਹਾਰੇ ਤੇ ਕਹਿਣਾ ਹੈ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ ਦੇ ਮੁਖਵਾਕ ਅਨੁਸਾਰ ਅਸੀਂ ਆਪਣਾ ਜੀਵਨ ਬਤੀਤ ਕਰਨਾ ਹੈ। ਇਉਂ ਆਪਾਂ ਅਸੀਂ ਭਰਮ ਨੂੰ ਦੂਰ ਕਰ ਸਕਦੇ ਹਾਂ। ਜੋ ਜੀਵਨ ਵਿੱਚ ਬਤੀਤ ਹੁੰਦਾ ਹੈ ਨਾ ਸਭ ਕੁਝ ਘਟਤ ਹੋ ਜਾਂਦਾ ਹੈ। ਫਿਰ ਸਾਡਾ ਅਕਾਲ ਪੁਰਖ ਵਾਹਿਗੁਰੂ ਪ੍ਰਥਾਏ ਤੇ ਗੁਰਬਾਣੀ ਪ੍ਰਥਾਏ ਗੁਰੂ ਸਾਹਿਬ ਪ੍ਰਥਾਏ ਸਾਡਾ ਭਰੋਸਾ ਵੱਧ ਜਾਂਦਾ ਹੈ। ਇਸ ਤਰ੍ਹਾਂ ਭਰਮ ਸਾਡੇ ਦੂਰ ਹੋ ਜਾਂਦੇ ਹਨ। ਪਰ ਉਹ ਮਾਲਿਕ ਆਪ ਹੀ ਹੈ ਜੋ ਇਹ ਸਾਰਾ ਖੇਡ ਪਿਆ ਖੇਡਦਾ ਹੈ। ਮੈਂ ਸਮਾਪਨ ਕਰ ਰਿਹਾ ਹਾਂ। ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ ਜੀ। ਇਰਵਨ ਸਿੰਘ ਜੀ ਪਲੀਜ਼। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ। ਮੈਂ ਇੱਕ ਛੋਟੀ ਜਿਹੀ ਲਾਈਨ 'ਚ ਸਮਰਾਈਜ਼ ਕਰਨ ਦੀ ਕੋਸ਼ਿਸ਼ ਕਰਾਂਗਾ, ਸ਼ਾਇਦ ਕਈਆਂ ਨੂੰ ਔਖਾ ਵੀ ਲੱਗੇ, ਪਰ ਜੇ ਅਸੀਂ ਮਿਰੇਕਲਸ 'ਚ ਕਿਸ ਬਲੀਫ ਰੱਖਦੇ ਹੈਗੇ ਆ ਤੇ ਆਪਾਂ ਭਰਮ ਤੇ ਵਹਿਮਾਂ ਚੋਂ ਨਹੀਂ ਨਿਕਲ ਸਕਦੇ। ਸੋ ਸਾਨੂੰ ਇਹ ਡਿਸਾਈਡ ਕਰਨਾ ਪਏਗਾ, ਬਾਣੀ ਜੋ ਕਿ ਕਿਸੇ ਮਿਰੇਕਲ 'ਚ ਬਲੀਵ ਨਹੀਂ ਕਰਦੀ, ਪਰ ਅਸੀਂ ਸ਼ਬਦ ਵਿੱਚੋਂ ਚੁਣ ਕੇ ਲਿਆਉਂਦੇ ਆ ਕਿ ਜੀ ਦੇਖੋ ਜੀ ਇਹ 'ਚ ਕਰਾਮਾਤ ਦੀ ਗੱਲ ਹੋਈ ਹੈਗੀ ਆ। ਤੇ ਉਹ ਭਾਵੇਂ ਬਾਬਰ ਬਾਣੀ ਵੀ ਹੋਵੇ ਜਿਸ 'ਚ ਗੁਰੂ ਸਾਹਿਬ ਨੇ ਖੁਦ ਕਿਹਾ ਕਿ ਜੇ ਕਿਸੇ ਦਾ ਕੋਈ ਟੂਣਾ ਟਾਣਾ ਕੀਤਾ ਨਾਲ ਮੁਗਲਾਂ ਦੀ ਜਿਹੜੀ ਹੈਗੀ ਫੌਜ ਉਹ ਤਾਂ ਨਾ ਕੋਈ ਇੰਨੀ ਹੋਈ। ਤੇ ਇਸ ਤਰ੍ਹਾਂ ਕਰਕੇ ਜਿਵੇਂ ਭਾਈ ਗੁਰਦਾਸ ਦੀ ਉਹਨਾਂ ਦੀਆਂ ਵਾਰਾਂ ਵਿੱਚੋਂ ਹੀ, ਜਿਵੇਂ ਮੈਂ ਪੌੜੀ ਵਾਰ ਪਹਿਲੀ ਪੌੜੀ 43ਵੀਂ, ਬਾਬਾ ਬੋਲੇਨਾਥ ਜੀ ਸ਼ਬਦ ਸੁਣੋ ਸੱਚ ਮੁਖੋਂ ਅਲਾਈ, ਬਾਝੋਂ ਸੱਚੇ ਨਾਮ ਤੇ ਹੋਰ ਕਰਾਮਾਤ ਅਸਾਂ ਤੇ ਨਾਹੀਂ। ਤੇ ਇਸ ਤਰ੍ਹਾਂ ਇਹ ਮੇਰੇ ਹਿਸਾਬ ਨਾਲ ਇਹ ਫੰਡਾਮੈਂਟਲ ਕੁਐਸਚਨ ਹਰ ਇੱਕ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ। ਜੇ ਤਾਂ ਅਸੀਂ ਮੰਨਦੇ ਹੈਗੇ ਹਾਂ ਕਿ ਦੇਰ ਇਜ਼ ਬਲੀਫ ਇਨ ਸੁਪਰਨੈਚੁਰਲ ਔਰ ਮਿਰੇਕਲਸ, ਤੇ ਫਿਰ ਕੋਈ ਨਾ ਕੋਈ ਭਰਮ ਵਹਿਮ 'ਚ ਜ਼ਰੂਰ ਫਸਾਂਗੇ। ਜੇ ਅਸੀਂ ਨਹੀਂ ਮੰਨਦੇ ਹੈਗੇ ਤੇ ਫਿਰ ਕੋਈ ਭਰਮ ਵਹਿਮ ਵਾਲੀ ਗੱਲ ਨੇੜੇ ਨਹੀਂ ਆ ਸਕਦੀ। ਇਹ ਮੇਰੀ ਪਰਸਨਲ ਓਪੀਨੀਅਨ ਹੈਗੀ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਵੈਸੇ ਇਹੀ ਚੀਜ਼ ਡਾਕਟਰ ਬਲਵੰਤ ਸਿੰਘ ਹੋਰਾਂ ਨੇ ਜਦੋਂ ਡੈਫੀਨੇਸ਼ਨ ਦਿੱਤੀ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਕਿ ਫੀਅਰ ਫੇਥ ਇਨ ਮੈਜਿਕ ਐਂਡ ਮਿਰੇਕਲਸ। ਉਹੀ ਪੁਆਇੰਟ ਦੁਬਾਰਾ ਆਇਆ। ਸੋ ਸੇਮ ਜੇ ਮਿਰੇਕਲਸ ਔਰ ਸਪੈਸ਼ਲੀ ਜਿਹੜੀਆਂ ਸਾਖੀਆਂ ਮਿਰੇਕਲਸ ਨਾਲ ਰਿਲੇਟਡ ਹੈ, ਮੇਰੇ ਖਿਆਲ ਉਹ ਵੀ ਤੰਗ ਕਰਦੀਆਂ। ਉਹ ਮਿਰੇਕਲਸ ਨਾਲ ਰਿਲੇਟ ਕਰਕੇ ਉਹਨੂੰ ਜਸਟੀਫਿਕੇਸ਼ਨ ਕਰਦੀਆਂ ਬਲੀਫ ਸਿਸਟਮ ਨੂੰ ਵਧਾਉਣ ਲਈ। ਡਾਕਟਰ ਕਾਲਾ ਸਿੰਘ ਜੀ ਦੁਬਾਰਾ ਤੁਸੀਂ ਪਲੀਜ਼। ਥੈਂਕ ਯੂ ਵੈਰੀ ਮਚ ਜੀ ਦੁਬਾਰਾ ਉਹਨੂੰ ਟਾਈਮ ਦੇਣ ਦਾ। ਮੇਰੇ ਪੁਆਇੰਟ ਤਾਂ ਬਹੁਤ ਸੀਗੇ ਪਰ ਟਾਈਮ ਘੱਟ ਕਰਕੇ ਉਦੋਂ ਮੈਂ ਬੋਲਿਆ ਨਹੀਂ। ਜਿਹੜੀਆਂ ਹੁਣੇ ਦੱਸੀਆਂ ਗਈਆਂ ਨੇ ਸੋਲਿਊਸ਼ਨਸ, ਮੈਂ ਉਹਨਾਂ ਬਾਰੇ ਬੋਲਣਾ ਥੋੜਾ ਚਾਹੁੰਦਾ ਹਾਂ। ਹਾਂਜੀ, ਕਿ ਡਾਕਟਰ ਕਾਵਲ ਸੀ ਉਹਨਾਂ ਨੇ ਵੀ ਬੋਲਿਆ ਕਿ SGPC ਨੂੰ ਕੁਝ ਕਰਨਾ ਚਾਹੀਦਾ ਆ। ਦੇਖੋ ਜਿੰਨੇ ਵੀ ਗਲਤ ਕੰਮ ਔਰ ਅੰਧ ਵਿਸ਼ਵਾਸ SGPC ਦੇ ਗੁਰਦੁਆਰੇ ਵਿੱਚ ਹੋ ਰਹੇ ਨੇ ਉਹ ਕਿਤੇ ਹੋਰ ਨਹੀਂ ਹੋ ਰਹੇ। ਇਸ ਗੁਰਦੁਆਰੇ ਵਿੱਚ ਤੁਸੀਂ ਜਹਾਜ਼ ਚੜਾ ਦਿਓ ਤੇ ਤੁਹਾਨੂੰ ਵੀਸਾ ਮਿਲ ਜਾਏਗਾ। ਦੁੱਖ ਪੰਜਨੀ ਬੇਰੀ ਦੇ ਥੱਲੇ ਤੁਸੀਂ ਇਸ਼ਨਾਨ ਕਰੋ ਤੇ ਤੁਹਾਡੇ ਦੁੱਖ ਦੂਰ ਹੋ ਜਾਣਗੇ ਹੈ। ਤੇ ਅਖੰਡ ਪਾਠਾਂ ਦੀ ਗੱਲ ਹੋਈ ਹੈ ਤੇ ਜਿੰਨੇ ਅਖੰਡ ਪਾਠ ਡਾਲਰ ਭੇਜ ਕੇ ਤੁਸੀਂ ਕਰਵਾ ਲਓ ਹੈ ਕਿ ਕਿਰਾਏ ਉਥੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੈ ਆਓ। ਇਸ ਵਾਸਤੇ ਜਿੰਨਾ ਵੀ ਕੰਮ ਕਰਨਾ ਹੈ ਸਾਨੂੰ ਇੰਡੀਵਿਜੂਅਲ ਨੂੰ ਕਰਨਾ ਆ। ਵੀ ਡੋਂਟ ਹੈਵ ਟੂ ਲੁੱਕ ਐਟ SGPC ਔਰ ਅਕਾਲ ਤਖਤ। ਸਾਨੂੰ ਲੌਜਿਕ ਦੇ ਨਾਲ ਜਿਸ ਤਰੀਕੇ ਨਾਲ ਗੁਰੂ ਨਾਨਕ ਨੇ
ਔਰ ਗੁਰਦੁਆਰਿਆਂ ਦੇ ਵਿੱਚੋਂ ਵੀ ਹੁਣ ਗੁਰਦੁਆਰਿਆਂ ਦੀ ਗੱਲ ਹੋਈ ਹੈ ਕਿ ਗੁਰਦੁਆਰਿਆਂ ਦੇ ਵਿੱਚੋਂ ਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ। ਗੁਰਦੁਆਰੇ ਵਾਲੇ ਨੇ ਤਾਂ ਗੋਲਕ ਭਰਨੀਆਂ ਨੇ ਜਿੰਨੇ ਗੁਰਦੁਆਰਿਆਂ ਦੇ ਵਿੱਚ ਅੰਧ ਵਿਸ਼ਵਾਸ ਉਹ ਪੈਦਾ ਕਰ ਰਹੇ ਨੇ। ਸ਼ਾਇਦ ਬ੍ਰਾਹਮਣ ਵੀ ਉਹਨੇ ਅੰਧ ਵਿਸ਼ਵਾਸ ਨਹੀਂ ਪੈਦਾ ਕਰ ਰਹੇ। ਇਸ ਵਾਸਤੇ ਸਾਨੂੰ ਇੰਡੀਵਿਜੂਅਲਸ ਨੂੰ ਸੋਸ਼ਲ ਮੀਡੀਆ ਦੀ ਰਾਹੀਂ ਲੌਜਿਕ ਦੇ ਕੇ, ਜਿਸ ਤਰੀਕੇ ਨਾਲ ਗੁਰੂ ਨਾਨਕ ਨੇ ਲੌਜਿਕ ਦੇ ਕੇ, ਜਿਹਦਾ ਮੇਰੇ ਕੋਲ ਖਨੇ ਜਿੰਨੇ ਵੀ ਮਿਥਸ ਹੈਗੀਆਂ ਨੇ ਉਹਨਾਂ ਦਾ ਲੌਜਿਕ ਹੈਗੇ ਨੇ ਵੀ ਰਾਤੀ ਪੀਪਲ ਦੇ ਪੇੜ ਥੱਲੇ ਨਹੀਂ ਸੋਣਾ, ਉੱਥੇ ਭੂਤ ਹੁੰਦੇ ਨੇ, ਪਰ ਉੱਥੇ ਹੁੰਦੀ ਕਾਰਬਨ ਡਾਈਆਕਸਾਈਡ ਵਾ, ਹਾਂ। ਤੇ ਇਹ ਇੱਦਾਂ ਦੇ ਜਿਹੜੇ ਨਾ ਲੌਜਿਕ ਦੇ ਕੇ ਸਮਝਾਉਣ ਦੀ ਜ਼ਰੂਰਤ ਹੈ। ਇਟ ਇਜ਼ ਅ ਵੈਰੀ ਡਿਫਿਕਲਟ ਟਾਸਕ ਬਟ ਵੀ ਕੈਨ ਅਚੀਵ ਇਟ, ਵੀ ਕੈਨ ਡੂ ਇਟ। ਸਭ ਤੋਂ ਜ਼ਿਆਦਾ ਸਾਨੂੰ ਜ਼ਰੂਰਤ ਹੈ ਕੋਸ਼ਿਸ਼ ਕਰਨ ਦੀ ਲੇਡੀਜ਼ ਨੂੰ, ਕਿਉਂਕਿ ਸਾਡੇ ਆਪਣੇ ਘਰਾਂ ਦੇ ਵਿੱਚ ਵੀ ਜਦੋਂ ਮੈਂ ਇਹ ਗੱਲਾਂ ਕਰਦਾ ਆ ਪਰ ਲੇਡੀਜ਼ ਨਹੀਂ ਹਟਦੀਆਂ। ਅਸੀਂ ਤਾਂ ਕਰਨਾ ਹੀ ਕਰਨਾ ਆ, ਤੇਲ ਚੋਣਾ ਹੀ ਚੋਣਾ ਆ, ਨਹੀਂ ਹਟਦੀਆਂ। ਇਹ ਇਸੇ ਕੰਮ ਕਰਨਾ ਹੀ ਕਰਨਾ ਆ, ਇਹ ਸ਼ੁਰੂ ਤੋਂ ਹੁੰਦਾ ਆ ਵਾ। ਤੇ ਇਹ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਪਰ ਵੀ ਡੋਂਟ ਹੈਵ ਟੂ ਲੁੱਕ ਐਟ ਦ ਐਸਜੀਪੀਸੀ ਐਂਡ ਅਕਾਲ ਤਖਤ ਐਂਡ ਗੁਰਦੁਆਰਾਸ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਵੈਸੇ ਮੈਂ ਤੁਹਾਡੇ ਨਾਲ ਪਰਸਨਲ ਤੌਰ ਤੇ 100% ਸਹਿਮਤ ਹਾਂ। ਚੈਰਿਟੀ ਬਿਗਨਸ ਐਟ ਹੋਮ। ਪਹਿਲੇ ਆਪਣੇ ਘਰ ਵਿੱਚ ਦੇਖੋ ਔਰ ਨਾਲ ਆਲੇ ਦੁਆਲੇ ਕਰੋ। ਔਰ ਜੇ ਐਸਜੀਪੀਸੀ ਤੇ ਤਾਂ ਸ਼ਾਇਦ ਅਸੀਂ ਨਹੀਂ। ਡਾਕਟਰ ਬਲਦੇਵ ਸਿੰਘ ਜੀ ਐਡਮਿੰਟਨ ਤੋਂ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਐਕਚੁਅਲੀ ਹੁਣੇ ਡਾਕਟਰ ਕਾਲਾ ਸਿੰਘ ਨੇ ਉਹ ਮੈਂਸ਼ਨ ਵੈਸੇ ਕਰ ਦਿੱਤਾ ਜੋ ਪੁਆਇੰਟ ਮੈਂ ਰੇਜ਼ ਕਰਨ ਲੱਗਿਆ ਸੀ ਕਿ ਜੋ ਸਾਡੇ ਗੁਰਦੁਆਰੇ ਨੇ, ਦੇਖੋ ਕਿਉਂਕਿ ਗੱਲ ਹੋਈ ਸੀਗੀ ਵੀ ਇਹ ਸੋਲੂਸ਼ਨ ਕੀ ਹੈਗਾ। ਉਹ ਸੋਲੂਸ਼ਨਸ ਦੇ ਵਿੱਚ ਇੱਕ ਤਾਂ ਹੈ ਵੀ ਆਪਣੇ ਘਰ ਤੋਂ ਅਸੀਂ ਸ਼ੁਰੂ ਕਰੀਏ, ਇਸ ਤਰ੍ਹਾਂ ਦੇ ਵੈਬੀਨਾਰ ਕਰੀਏ। ਤੇ ਮੇਰੇ ਖਿਆਲ 'ਚ ਗੁਰਦੁਆਰਿਆਂ ਦਾ ਰੋਲ ਜਿਹੜਾ ਨਾ ਸਭ ਤੋਂ ਮਹੱਤਵਪੂਰਨ ਕਿਉਂਕਿ ਬਹੁਤੇ ਲੋਕ ਤਾਂ ਅਸੀਂ ਉੱਥੇ ਗੁਰਦੁਆਰਿਆਂ 'ਚ ਹੀ ਜਾਂਦੇ ਹਾਂ ਨਾ। ਹੁਣ ਸਾਡੇ ਵੈਬੀਨਾਰ 'ਚ ਮੈਨੂੰ ਲੱਗਦਾ 15-16 ਜਾਂ 20 ਤੋਂ ਘੱਟ ਬੰਦੇ ਹੈਗੇ ਨੇ, ਤੇ ਉਹ ਸਾਰੇ ਪਹਿਲਾਂ ਹੀ ਆਲਰੇਡੀ ਮਤਲਬ ਆਈ ਥਿੰਕ ਉਹਨਾਂ ਨੂੰ ਇਹਨਾਂ ਗੱਲਾਂ ਦਾ ਬਹੁਤ ਪਤਾ ਹੈ। ਪਰ ਪ੍ਰੋਬਲਮ ਜੋ ਹੈ ਉਹ ਉਸ ਤਰ੍ਹਾਂ ਦੀ ਜਨਤਾ, ਸਧਾਰਨ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ, ਠੀਕ ਹੈ, ਉਹ ਘਾਟ ਹੈ। ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜੋ ਸਹੀ ਅਰਥ ਹੁੰਦੇ ਨੇ ਉਹੀ, ਮਤਲਬ ਕਿ ਸਾਨੂੰ ਵੀ ਬਹੁਤ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹਨਾਂ ਬਾਰੇ ਵੀ ਇਸ ਤੁਕ ਦੇ ਜਿਹੜੇ ਭਾਵ ਅਰਥ ਕੀ ਹੈਗੇ ਨੇ। ਉਹ ਦਰਬਾਰ ਸਾਹਿਬ ਤੋਂ ਕੀਰਤਨ ਆਉਂਦਾ ਹੈਗਾ ਤਾਂ ਉਹ ਥੱਲੇ ਲਿਖੇ ਹੁੰਦੇ ਨੇ, ਉਹ ਅੱਧੇ ਤੋਂ ਜ਼ਿਆਦਾ ਉਹ ਗਲਤ ਲਿਖੇ ਹੁੰਦੇ ਨੇ। ਤਾਂ ਮਤਲਬ ਹਰ ਥਾਂ ਦੇ ਉੱਤੇ ਹੀ ਇਹ ਪ੍ਰੋਬਲਮ ਹੈ। ਹੁਣ ਗੁਰਦੁਆਰਿਆਂ ਦਾ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਡਾਕਟਰ ਕਾਲਾ ਸਿੰਘ ਉਹਨਾਂ ਨੇ, ਤੇ ਉਹ ਐਨਕਰੇਜ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਸੀ ਕਿ ਬਈ ਇਹ ਸੁਪਰਸਟੀਸ਼ਨਸ ਤੋਂ, ਵਹਿਮਾਂ ਭਰਮਾਂ ਤੋਂ ਦੂਰ ਹੋਣ ਲੋਕ। ਪਰ ਉੱਥੇ ਤਾਂ ਉਲਟ ਹੋ ਰਿਹਾ ਹੈਗਾ। ਉੱਥੇ ਹੁਣ ਸਾਡੇ ਇੱਥੇ ਐਡਮਿੰਟਨ ਦੇ ਵਿੱਚ ਵੀ ਹਰ ਥਾਂ ਹਰ ਗੁਰਦੁਆਰੇ ਦੀ ਗੱਲ ਹੋਏਗੀ, ਖਾਸ ਦਿਨਾਂ ਤੇ ਖਾਸ ਰੰਗ ਦਾ ਪ੍ਰਸ਼ਾਦ ਚੜ੍ਹਦਾ। ਤਾਂ ਹੁਣ ਉਹ ਕਿਹਦੀ ਜ਼ਿੰਮੇਵਾਰੀ ਆ ਵੀ ਉਹ ਰੋਕਿਆ ਜਾਵੇ? ਇਹ ਵਹਿਮ ਨਹੀਂ ਹੈ। ਫਿਰ ਛੋਲਿਆਂ ਦਾ ਪ੍ਰਸ਼ਾਦ ਫਲਾਣੇ ਦਿਨ ਚੜ੍ਹਨਾ ਹੈਗਾ, ਫਿਰ ਲੋਕ ਉਹਦੀ ਮੁੱਠੀ ਚਾਪੀ ਕਰਦੇ ਨੇ, ਕਿਹਨੂੰ ਕਹਿੰਦੇ ਨੇ, ਪਾਲਕੀ ਸਾਹਿਬ ਦੀ ਕਰਦੇ ਨੇ, ਸਾਹਮਣੇ ਕਰੀ ਜਾ ਰਹੇ ਨੇ। ਮੈਨੇਜਮੈਂਟ ਵੀ ਦੇਖ ਰਹੀ ਹੈ, ਵੱਡੇ ਭਾਈ ਸਾਹਿਬ ਵੀ ਦੇਖ ਰਹੇ ਨੇ, ਕੋਈ ਨਹੀਂ ਰੋਕਦਾ। ਤਾਂ ਮਤਲਬ ਉਹ ਕੀ ਕਹਿੰਦੇ ਨੇ, ਕਈ ਵਾਰੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਈਵਨ ਮੈਨੇਜਮੈਂਟ ਨਾਲ, ਉਹ ਕਹਿੰਦੇ ਸਾਨੂੰ ਪਤਾ ਹੈ ਵੀ ਇਹ ਵਹਿਮ ਭਰਮ ਨੇ, ਸਾਰਾ ਕੁਝ ਪਤਾ ਹੈ, ਪਰ ਅਸੀਂ ਕੀ ਕਰੀਏ? ਲੋਕ ਨਾਰਾਜ਼ ਹੋ ਜਾਂਦੇ ਜੇ ਉਹਨਾਂ ਨੂੰ ਰੋਕਾਂਗੇ, ਫਿਰ ਸਾਡਾ ਚੜਾਵਾ ਖਤਮ ਹੋ ਜਾਏਗਾ, ਫਿਰ ਪੈਸੇ, ਸਾਡੀ ਇਨਕਮ, ਉਹੀ ਗੋਲਕ ਦੀ ਗੱਲ ਆ ਜਾਂਦੀ ਹੈਗੀ। ਤੇ ਇਹ ਮਤਲਬ ਇਹ ਗੱਲਾਂ ਜਿਹੜੀਆਂ ਨੇ, ਫਿਰ ਗੁਰਦੁਆਰੇ ਨੇ ਅੱਜ ਕੱਲ ਤੁਸੀਂ ਪੰਜਾਬ 'ਚ ਵੀ ਦੇਖਿਆ ਹੋਣਾ, ਹਰ ਗੁਰਦੁਆਰੇ ਨੇ, ਚਲੋ ਹਰ ਦੀ ਗੱਲ ਨਹੀਂ, ਬਹੁਤੇ ਗੁਰਦੁਆਰਿਆਂ ਨੇ ਆਪਣੀ ਐਡਵਰਟਾਈਜ਼ਮੈਂਟ ਕਰਦੇ ਨੇ ਉਹ ਵੀ ਸਾਡੇ ਇੱਥੇ ਤੁਸੀਂ ਇਹ ਕਰੋਗੇ ਤਾਂ ਤੁਹਾਡੀ ਇਹ ਕਾਮਨਾ ਪੂਰੀ ਹੋਏਗੀ। ਇਹ ਮਤਲਬ ਦੇਖੋ ਕਿੰਨੀ ਮਤਲਬ ਇਹ ਤੋਂ ਵੱਡੀ ਗਲਤ ਕੀ ਹੋ ਸਕਦੀ ਹੈ, ਜਿਹੜੀ ਮਨ ਮੱਤ ਕਹਿ ਲਓ ਵੀ ਇਹ ਤਾਂ ਚਲੋ ਗੁਰੂ ਜਾਣਦਾ ਹੈ। ਉਹ ਤੁਸੀਂ ਇੱਥੇ ਉਹ ਮੰਨਦੇ ਹੋ ਤਾਂ ਉੱਥੇ ਫਿਰ ਉਹ ਚੜਾਵੇ ਚੜ੍ਹਦੇ ਨੇ। ਤੇ ਮਤਲਬ ਇੰਨਾ ਪ੍ਰੋਬਲਮ ਜਿਹੜੀ ਹੈਗੀ ਹੈ, ਕੋਈ ਇਟਸ ਨਾਟ ਏ ਸਿੰਪਲ ਪ੍ਰੋਬਲਮ। ਐਕਚੁਅਲੀ ਗੁਰਦੁਆਰਿਆਂ ਦੀ, ਮੇਰੇ ਖਿਆਲ 'ਚ ਗੁਰਦੁਆਰਿਆਂ ਦੀ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ, ਤੇ ਜਿਹੜੇ ਕਿ ਐਕਚੁਅਲੀ ਸਭ ਤੋਂ ਇੰਪੋਰਟੈਂਟ ਮੀਡੀਅਮ ਹੈਗਾ ਇਸ ਪ੍ਰਚਾਰ ਦਾ ਤੇ ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਜਾਣ ਦਾ। ਤੇ ਬਾਕੀ ਘਰਾਂ ਦੇ ਵਿੱਚ ਜਿਹੜੀ ਹੈਗੀ ਆ, ਠੀਕ ਹੈ, ਉਹ ਜਿਸ ਤਰ੍ਹਾਂ ਇੱਕ ਸਪੀਕਰ ਨੇ ਕਿਹਾ ਵੀ ਸੀ ਕਿ ਮਾਂ-ਬਾਪ ਦਾ ਫਰਜ਼ ਹੈਗਾ ਕਿ ਬੱਚਿਆਂ ਨੂੰ ਇਹ ਸਾਰੀਆਂ ਗੱਲਾਂ ਦੱਸਣ ਵੀ ਆਹ ਵਹਿਮ ਭਰਮ ਨੇ, ਵੀ ਇਹਨਾਂ 'ਚ ਕੁਛ ਨਹੀਂ ਪਿਆ। ਪਰ ਕੌਣ ਦੱਸੇਗਾ? ਜੇ ਮਾਂ-ਬਾਪ ਖੁਦ ਮਤਲਬ ਇਹਨਾਂ ਗੱਲਾਂ ਨੂੰ ਦੇ ਗਿਆਨਵਾਨ ਹੋਣਗੇ ਵੀ ਇਹ ਚੀਜ਼ ਵਹਿਮ ਭਰਮ ਹੈ, ਇਹ ਸੱਚਾਈ ਹੈਗੀ ਹੈ, ਤਾਂ ਹੀ ਉਹ ਦੱਸ ਸਕਣਗੇ ਨਾ। ਤਾਂ ਸੋ ਇਸ ਕਰਕੇ ਇਹ ਜਿਹੜੀ ਵੱਡਿਆਂ ਦਾ ਫਰਜ਼ ਤਾਂ ਖੁਦ ਹੈਗਾ ਕਿ ਉਹ ਪਹਿਲਾਂ ਆਪ ਮਤਲਬ ਸਿੱਖਿਆ ਲੈਣ ਤੇ ਫਿਰ ਆਪਣੇ ਘਰਾਂ ਦੇ ਵਿੱਚ ਇਹ ਇੰਪਲੀਮੈਂਟ ਹੋਵੇ।
ਹਾਂਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ ਡਾਕਟਰ ਬਲਦੇਵ ਸਿੰਘ ਜੀ। ਡਾਕਟਰ ਜਸਵੰਤ ਸਿੰਘ ਜੀ। ਹਾਂਜੀ, ਮੈਂ ਜੋ ਕੁਝ ਕਹਿਣਾ ਚਾਹੁੰਦਾ ਸੀ ਉਹ ਐਕਚੁਅਲੀ ਡਾਕਟਰ ਕਾਲਾ ਸਿੰਘ ਜੀ ਨੇ ਕਹਿ ਵੀ ਦਿੱਤਾ ਹੈ, ਪਰ ਮੈਂ ਇਸੀ ਗੱਲ ਨੂੰ ਕਿਸੇ ਹੋਰ ਤਰੀਕੇ ਨਾਲ ਕਰਨਾ ਚਾਹੁੰਦਾ ਸੀ। ਗੱਲ ਚੱਲ ਰਹੀ ਸੀਗੀ ਅਖੰਡ ਪਾਠ ਸਾਹਿਬ ਦੀ। ਇਹ ਇਸ਼ੂ ਆਇਆ ਸੀਗਾ ਕਿ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਬੰਦ ਹੋਣੇ ਚਾਹੀਦੇ ਆ ਗੁਰਦੁਆਰਿਆਂ ਵਿੱਚ। ਹੁਣ ਗੱਲ ਤਾਂ ਠੀਕ ਹੈ, ਮੈਂ ਪਰਸਨਲੀ ਲੈਵਲ ਤੇ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਹਰ ਹਫਤੇ ਇੱਥੇ ਇੱਕ ਅਖੰਡ ਪਾਠ ਕਰਾਉਂਦੇ ਹੋ ਤੇ ਇਹਦਾ ਕੀ ਮਤਲਬ ਹੈ। ਤੇ ਉਹ ਕਹਿੰਦੇ ਜੀ ਸਾਨੂੰ ਅਖੰਡ ਪਾਠ ਕਰਾਉਣ ਨਾਲ $1000 ਗੁਰਦੁਆਰਾ ਸਾਹਿਬ 'ਚ ਆਉਂਦੀ ਹੈ ਇਨਕਮ। ਉਹਦੇ ਚੋਂ 250 ਭਾਈ ਸਾਹਿਬ ਲੈ ਜਾਂਦੇ ਆ, ਉਹ ਉਸ ਦਿਨ ਇੱਕ ਸ਼ਬਦ ਪੜ੍ਹ ਦਿੰਦੇ ਆ ਤਾਂ ਜੋ ਉਹ ਆਪਣੀ ਥੋੜ੍ਹੀ ਲੈ ਸਕਣ ਉਹਦੇ ਵਿੱਚੋਂ। ਬਾਕੀ $500 ਉਹ ਦੇ ਦਿੰਦੇ ਆ ਜਿਹੜੇ ਰਾਗੀ ਆ, ਜਿਹੜੇ ਗ੍ਰੰਥੀ ਉੱਥੇ ਕਰਦੇ ਆ, ਉਹ ਵੀ ਭਾਈ ਹੁੰਦੇ ਆ, ਤੇ ਬਾਕੀ $250, $400 ਗੁਰਦੁਆਰਾ ਸਾਹਿਬ ਨੂੰ ਮਿਲ ਜਾਂਦੇ ਆ। ਉਹਦੇ ਪੋਸਟ ਸਾਡੇ ਇੱਥੇ ਹੀ ਫਿਰ ਇੱਕ ਗੁਰਦੁਆਰਾ ਹੈ ਜਿਹਨੂੰ ਆਪਾਂ ਅਮਰੀਕਨ ਸਿੱਖਾਂ ਦਾ ਗੁਰਦੁਆਰਾ ਕਹਿੰਦੇ ਆ, ਉੱਥੇ ਜਾਂਦੀ ਤੇ ਸਾਰੀ ਆਪਣੀ ਸੰਗਤ ਹੈ। ਅਮਰੀਕਨ ਸਿੱਖ ਤੇ ਸਿਰਫ ਇੱਕੋ ਹੀ ਪਰਿਵਾਰ ਹੈ ਜਿਹੜਾ ਉਹਨੂੰ ਚਲਾਉਂਦਾ ਹੈ, ਤੇ ਉੱਥੇ ਉਹਨਾਂ ਨੇ ਅਖੰਡ ਪਾਠ ਸਾਹਿਬ ਬੰਦ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਇਹ ਸਮਝ ਆ ਗਈ ਕਿ ਅਖੰਡ ਪਾਠ ਕਰਨ ਦਾ ਮਤਲਬ ਇਹ ਹੈ ਕਿ ਵੀ ਜਦੋਂ 48 ਘੰਟੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਹੁੰਦਾ ਸੀ, ਉੱਥੇ ਕੋਈ ਬੰਦਾ ਉਹਨੂੰ ਸੁਣਨ ਵਾਲਾ ਨਹੀਂ ਸੀ ਹੁੰਦਾ। ਫੈਮਿਲੀ ਅਖੰਡ ਪਾਠ ਕਰਾਉਣ ਵਾਲੇ ਦਿਨ ਆ ਕੇ ਅਰਦਾਸ ਕਰਾ ਕੇ ਜਪਜੀ ਸਾਹਿਬ ਦਾ ਪਾਠ ਸੁਣ ਕੇ ਪ੍ਰਸ਼ਾਦ ਵੰਡ ਕੇ ਘਰ ਚਲੇ ਜਾਂਦੀ ਸੀ, ਤੇ ਫਿਰ ਸ਼ਲੋਕ ਮਹੱਲਾ ਨਵਾਂ ਸੁਣਨ ਵਾਸਤੇ ਆ ਜਾਂਦੇ ਸੀਗੇ। ਤੇ ਉਹਨਾਂ ਨੂੰ ਇਹ ਸਮਝ ਆ ਗਈ ਕਿ ਭਾਈ ਇਹ ਜਿਹੜਾ ਕੰਮ ਹੈ ਇਹ ਸਿਰਫ ਇੱਕ ਰਿਚੁਅਲ ਹੈ, ਇਹਦਾ ਕੋਈ ਮਤਲਬ ਨਹੀਂ ਹੈ। ਸੋ ਗੱਲ ਇੰਨੀ ਹੈ ਜੀ ਕਿ ਜਦੋਂ ਤੱਕ ਗੁਰਦੁਆਰਿਆਂ ਨੂੰ ਆਪਾਂ ਇੱਕ ਚਲਾਉਣ ਵਾਸਤੇ ਉਹਨਾਂ ਦੇ ਸੋਰਸਿਸ ਤੇ ਡਿਪੈਂਡ ਕਰਾਂਗੇ, ਇਹੋ ਜਿਹੇ ਰਿਚੁਅਲ ਕਰਕੇ ਮੇਰੇ ਵੀਰੋ, ਤੇ ਇਹ ਕੰਮ ਬੰਦ ਨਹੀਂ ਹੋਣਾ ਜੇ, ਇਹ ਕੰਮ ਬੰਦ ਹੋ ਹੀ ਨਹੀਂ ਸਕਦਾ। ਤੇ ਉਹਦੇ ਵਾਸਤੇ ਇਹ ਹੈ ਕਿ ਵੀ ਹੈਵ ਟੂ ਫਿਗਰ ਆਊਟ ਕਿ ਆਪਾਂ ਗੁਰਦੁਆਰੇ ਕਿਵੇਂ ਚਲਾਉਣੇ ਆ, ਵੀ ਇਹਨਾਂ ਤਰੀਕੇ ਨਾਲ ਕੰਮ ਕਰਕੇ ਗੁਰਦੁਆਰੇ ਚਲਾਉਣੇ ਆ ਕਿ ਜਾਂ ਗੁਰਦੁਆਰਿਆਂ ਦੀ ਚੀਜ਼ ਕੋਈ ਹੋਰ ਲੱਭਣੀ ਹੈ ਜਿਸ ਤਰੀਕੇ ਨਾਲ ਕਿ ਗੁਰਦੁਆਰਾ ਲੱਭ ਸਕੇ, ਚੱਲ ਸਕੇ। ਤੇ ਦੂਜੀ ਗੱਲ, ਇੱਕ ਥੋੜੀ ਜਿਹੀ ਪੋਲੀਟੀਸ਼ੀਅਨ ਦਾ ਵੀ ਰੋਲ ਹੈ। ਹਾਇਰਾਰਕੀ ਜਿਹੜੀ ਹੈਗੀ ਸਾਡੇ ਪੰਜਾਬ ਦੇ ਜਿੰਨੇ ਵੀ ਹੈਗੇ ਮਿਨਿਸਟਰ, ਚੀਫ ਮਿਨਿਸਟਰ, ਸਾਰੇ ਸੱਜੇ ਹੱਥ 'ਚ ਹੱਥ ਅੱਗੇ ਕਰੋ ਤੇ ਉਹਨਾਂ ਨੇ ਕੜੇ ਉਤਾਰੇ ਹੋਏ ਆ, ਕੜੇ ਹੈ ਨਹੀਂ ਪਰ ਮੋਹਲੀਆਂ ਪਾਈਆਂ ਹੋਈਆਂ। ਹੁਣ ਜਦੋਂ ਜਿਹੜੇ ਬੰਦੇ ਗੁਰਦੁਆਰਾ ਸਾਹਿਬ 'ਚ ਨਹੀਂ ਜਾਂਦੇ ਇਨਸਾਨ, ਪਰ ਉਹਨਾਂ ਦੀ ਓਰੀਐਂਟੇਸ਼ਨ ਪੋਲੀਟੀਕਲ ਹੈਗੀ ਜਾਂ ਉਂਝ ਵੀ ਜਿਹੜੇ ਹੈਗੇ, ਉਹ ਸਵੇਰੇ ਸ਼ਾਮ ਸਾਡੇ ਸਿੱਖ ਲੀਡਰਾਂ ਨੂੰ ਦੇਖਦੇ ਆ ਕਿ ਮੋਹਲੀਆਂ ਪਾਈਆਂ ਹੋਈਆਂ, ਕੜੇ ਹੈ ਨਹੀਂ, ਉਹ ਸਾਰੇ ਬੱਚੇ ਉਹਨੂੰ ਫਾਲੋ ਕਰਦੇ ਆ। ਸੋ ਆਵਾ ਜਿਹੜਾ ਨਾ ਉੱਪਰੋਂ ਉੱਤੇ ਹੋਇਆ, ਤੇ ਉਹਨੂੰ ਠੀਕ ਕਰਨ ਵਾਸਤੇ ਇਹ ਐਜੂਕੇਸ਼ਨ ਚਾਹੀਦੀ ਹੈ। ਜਿਵੇਂ ਆਪਾਂ ਮੁੜ ਕੇ ਕਹਿ ਰਹੇ ਹਾਂ, ਐਜੂਕੇਸ਼ਨ ਕਿਵੇਂ ਦਿੱਤੀ ਜਾਵੇ, ਇਹ ਇੱਕ ਬੜਾ ਵੱਡਾ ਕੁਐਸਚਨ ਹੈ ਜੀ। ਆਫ ਕੋਰਸ ਦਿਸ ਇਜ਼ ਅ ਰਾਈਟ ਵੇ ਆਫ ਡੂਇੰਗ ਇਟ, ਪਰ ਇਟ ਇਜ਼ ਰਾਈਟ ਵੇ। ਵੀ ਆਰ ਸ਼ੋਇੰਗ ਬੇਸਿਕਲੀ the lamp to people who already are somewhat enlightened। तो ਇਹਦੇ ਵਾਸਤੇ ਕੋਈ ਸਟੈਪ ਲਾਉਣ ਦੀ ਲੋੜ ਹੈ ਜੀ। ਮੈਂ ਤਾਂ ਸਿਰਫ ਇਹੀ ਬੇਨਤੀ ਕਰਨੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਬੜੇ ਇੰਪੋਰਟੈਂਟ ਕਈ ਚੀਜ਼ਾਂ ਆ ਰਹੀਆਂ, ਐਂਡ ਆਈ ਥਿੰਕ ਜਿੱਦਾਂ ਉਹ ਕੰਸਨਟਰੇਟ ਉੱਥੇ ਹੀ ਹੋ ਰਿਹਾ। ਡਾਕਟਰ ਬਲਵੰਤ ਸਿੰਘ ਜੀ, ਤੁਸੀਂ ਰੇਜ਼ ਕੀਤਾ ਸੀ ਹੈਂਡ ਜੀ, ਦੁਬਾਰਾ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਮੈਂ ਤਾਂ ਤੁਹਾਨੂੰ ਹੋਰ ਕਿਸੇ ਡਾਇਰੈਕਸ਼ਨ 'ਚ ਜਾਣਾ ਚਾਹੁੰਦਾ। ਹੈ ਭਰਮੀ ਇਹ, ਪਰ ਉਹ ਇਹ ਹੈ ਬਈ ਅਸੀਂ ਜਿੱਥੇ ਵੀ ਜਾਈਏ ਗੈਦਰਿੰਗ ਦੇ ਵਿੱਚ, ਫਿਰ ਪਾਰਟੀ ਹੁੰਦੀ ਹੈ, ਅਸੀਂ ਪੰਜਾਬ ਦੀ ਗੱਲ ਕਰਨ ਲੱਗ ਜਾਂਦੇ ਹਾਂ, ਤੇ ਉੱਥੇ ਕੀ ਨੁਕਸ ਨੇ ਉਹ ਆਪਾਂ ਬਹੁਤ ਡਿਸਕਸ ਕਰਦੇ ਹਾਂ ਥਾਂ ਤੇ। ਪਰ ਜਦੋਂ ਅਸੀਂ ਮੁੜ ਕੇ ਘਰ ਚਲੇ ਜਾਂਦੇ ਹਾਂ ਤਾਂ ਵੀ ਆਲ ਫੋਰਗੇਟ ਅਬਾਊਟ ਨੈਕਸਟ ਟਾਈਮ ਅਸੀਂ ਇਕੱਠੇ ਹੁੰਦੇ ਹਾਂ ਤਾਂ ਇਟ ਸਟਾਰਟਸ ਦ ਸੇਮ ਵੇ ਫਰਮ ਪੁਆਇੰਟ 01। ਸੋ ਮੇਰੀ ਰਿਕੁਐਸਟ ਇਹ ਹੈਗੀ ਆ, I think you guys are doing a great job। ਕਿ ਅਸੀਂ ਇੱਕ ਆਰਗੇਨਾਈਜੇਸ਼ਨ ਜਿਹੜੀ ਤੁਹਾਡੀ ਬਣਾਈ ਹੋਈ ਹੈ, ਵਰਲਡ ਦੀ Global Sikh Council, maybe that should take the project by action oriented, ਥੋੜਾ ਜਿਹਾ ਜ਼ਿਆਦਾ ਹੋਣ ਦੀ ਲੋੜ ਆ। ਇਹ ਹੁਣ ਜੇ ਫਾਰ ਐਗਜ਼ਾਮਪਲ ਤੁਸੀਂ ਸੁਣਿਆ ਹੁਣੇ ਆਪਣੀ ਸਾਰੀ ਡਿਸਕਸ਼ਨ ਦੇ ਵਿੱਚੋਂ ਵੀ SGPC ਕੁਛ ਨਹੀਂ ਜੀ ਕਰਦੀ, ਅਕਾਲ ਤਖਤ ਕੁਛ ਨਹੀਂ ਜੀ ਕਰਦਾ, ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਸਾਡਾ ਹਿਸਟਰੀ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਦੂਜੇ ਥਾਂ ਨੂੰ ਜਾ ਰਹੀ ਹੈ, that is wrong। We are suffering a great deal setback ਜਿਹਦੇ ਨਾਲ ਮਿਸ ਇਨਫੋਰਮੇਸ਼ਨ
ਦੂਜੇ ਲੋਕ ਜਿਹੜੇ ਆ ਰਹੇ ਨੇ, ਸਟੂਡੈਂਟਸ ਆ ਰਹੇ ਨੇ, ਉਹਨਾਂ ਨੂੰ ਮਿਸ ਇਨਫੋਰਮੇਸ਼ਨ ਪਹੁੰਚ ਰਹੀ ਹੈ ਸਿੱਖਾਂ ਬਾਰੇ, ਤੇ who is going to bell the cat? So somebody has to, and you have started vigorously, and that vigor should not die. I think ਕਈ ਵਾਰੀ ਸਾਨੂੰ ਕੋਸ਼ਿਸ਼ ਕਰਨ ਦੀ ਲੋੜ ਹੁੰਦੀ ਹੈ, let's study the mechanism ਜਾਂ methods used by other people. ਬਈ ਜਦੋਂ ਇੱਕ ਸਾਡਾ ਸਿਸਟਮ ਹੀ ਗਲਤ ਚੱਲ ਰਿਹਾ ਤੇ ਉਹ ਸਿਸਟਮ ਨੂੰ ਸੁਧਾਰ ਕਰਨ ਲਈ what are the various alternatives that we should look for? So ਜਿੰਨਾ ਚਿਰ ਅਸੀਂ ਕੁਝ ਇਹਦੇ ਬਾਰੇ ਕਰਦੇ ਨਹੀਂ ਨਾ, ਤਾਂ ਇਹ ਗੱਲਾਂ ਹੀ ਰਹਿ ਜਾਂਦੀਆਂ। ਡਿਸਕਸ਼ਨ ਬਹੁਤ ਹੋਈ ਹੈ, ਆਪਣੀ ਬਹੁਤ ਹੋਈ, ਅੱਗੇ ਵੀ ਹੋਈ ਹੈ, ਹੋਰਾਂ ਤਾਕਤਾਂ ਤੇ ਵੀ ਹੋਈ ਹੈ, ਰੋਜ਼ ਹੁੰਦੀ ਵੀ ਹੈ, ਪਰ ਜਿੰਨਾ ਚਿਰ ਅਸੀਂ ਐਕਸ਼ਨ ਨਹੀਂ ਨਾ ਲੈਂਦੇ ਕਿਸੇ ਚੀਜ਼ ਦੇ ਉੱਤੇ, ਉਹਨੂੰ ਸੁਧਾਰ ਕਰਨ ਦੇ ਉੱਤੇ, I think I am personally very disappointed in myself, but I haven't done anything. Thank you. Thank you, Dr. Saab. Actionable points ਚਾਹੀਦੇ ਆ। ਡਾਕਟਰ ਕਾਬਲ ਸਿੰਘ ਜੀ, ਤੁਸੀਂ ਫਿਰ ਤੋਂ ਰੇਜ਼ ਕੀਤਾ ਜੀ ਹੈਂਡ, ਪਲੀਜ਼। ਅਨਮਿਊਟ ਕਰ ਲਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਡਿਸਕਸ਼ਨ ਬਹੁਤ ਸੋਹਣੀ ਚੱਲ ਰਹੀ ਹੈ ਜੀ। ਮੈਂ ਇੱਕ ਦੋ ਪੁਆਇੰਟ ਕਹਿਣੇ ਸੀ ਕਿ ਜਿਹੜੇ ਫਰਜ਼ ਕਰੋ ਵੀ ਇੱਕ ਪ੍ਰਚਾਰ ਦਾ ਜਿਹੜਾ ਤਰੀਕਾ ਹੈ, ਅਸੀਂ ਵੈਸੇ ਡਾਕਟਰ ਬਲਦੇਵ ਸਿੰਘ ਰਾਣਾ, ਅਸੀਂ ਉਹ ਵੀ ਗੁਰਦੁਆਰਾ ਦੇ ਵਿੱਚ ਪ੍ਰਬੰਧ ਸੰਬੰਧੀ ਸੁਧਾਰ ਦੀ ਕਿਹੜੀ ਲੋੜ ਆ ਤੇ ਪ੍ਰਚਾਰ ਸੰਬੰਧੀ ਕਿਹੜੇ ਨੇ। ਸੋ ਪ੍ਰਚਾਰ ਦੇ ਸੰਬੰਧੀ ਜਿਹੜੇ ਅਸੀਂ ਲਿਖੇ ਸੀ ਉਹ ਇਹ ਨੇ ਕਿ ਸਿਰਫ ਗੁਰਬਾਣੀ ਦਾ ਹੀ ਸਿੱਖਿਆ ਦਿੱਤੀ ਜਾਵੇ, ਹੋਰ ਕੁਛ ਨਾ ਹੋਵੇ। ਪ੍ਰਚਾਰਕ ਵੀ ਜਿਹੜੇ ਉਹ ਵੀ ਸਹੀ ਪ੍ਰਚਾਰਕ ਸਿੱਖਿਆ ਵਾਲੇ ਹੋਣ, ਤੇ ਗੁਰਬਾਣੀ ਦਾ ਜਿਹੜਾ ਇੱਕ ਅਸੀਂ ਆ ਕਿ ਅਸੀਂ ਜ਼ਿਆਦਾ ਗੁਰਬਾਣੀ ਦੀ ਸਿੱਖਿਆ ਸਿੱਖਾਂ ਨੂੰ ਦਿੰਦੇ ਹਾਂ, ਇਹ ਸਾਰੇ ਲੋਕਾਂ ਲਈ ਹੋਣੀ ਚਾਹੀਦੀ। ਤੇ ਕਸਵੱਟੀ ਜਦੋਂ ਤੁਸੀਂ ਕੋਈ ਗੱਲਬਾਤ ਗੁਰਦੁਆਰਾ ਸਾਹਿਬ ਵਿੱਚ ਕਰਦੇ ਜੇ ਜਾਂ ਕਿਤੇ ਵੀ ਕਰਦੇ ਜੇ, ਉਹਦੇ ਵਿੱਚ ਗੁਰਬਾਣੀ ਦੀ ਕਸਵੱਟੀ ਹੋਵੇ। ਉਹ ਨਹੀਂ ਕਿ ਉਹ ਤੁਸੀਂ ਜੋ ਪ੍ਰਚਾਰਕ ਜਿਹੜੇ ਨੇ ਕਈ ਉਹ ਇਤਿਹਾਸ, ਕਹਾਣੀਆਂ, ਕਰਾਮਾਤਾਂ ਬੜੀਆਂ ਕੁਝ ਸੁਣਾ ਕੇ ਚਲੇ ਜਾਂਦੇ। ਸੋ ਇਹੋ ਜਿਹੇ ਹੁਣ ਪ੍ਰੋਬਲਮ ਇਹ ਆ ਕਿ ਇੰਡੀਵਿਜੂਅਲ ਲੈਵਲ ਤੇ ਤੁਸੀਂ ਕਰ ਸਕਦੇ ਜੇ, ਜਿਵੇਂ ਸੁਝਾਅ ਆਇਆ ਕਿ ਇੰਡੀਵਿਜੂਅਲ ਬਿਲਕੁਲ ਠੀਕ ਹੈ ਜੀ, ਪਹਿਲਾਂ ਇੰਡੀਵਿਜੂਅਲ ਤੇ ਹੀ ਕਰਨਾ ਚਾਹੀਦਾ, ਲੇਕਿਨ ਜਿਹੜੀਆਂ ਆਰਗੇਨਾਈਜੇਸ਼ਨ ਨੇ ਥੋੜਾ ਜਿਹਾ ਉਹਨਾਂ ਨੂੰ ਵੀ ਤੇ ਕੁਛ ਨਾ ਕੁਛ ਕਿਸੇ ਤਰੀਕੇ ਨਾਲ, ਆਈ ਡੋਨਟ ਨੋ ਹਾਊ ਟੂ ਡੂ ਇਟ, ਲੇਕਿਨ ਜਿੰਨਾ ਚਿਰ ਉਹ ਨਹੀਂ ਬਦਲਦੇ ਸਾਡਾ ਕੱਲਿਆਂ ਦਾ ਕੁਛ ਬਾਹਲਾ ਨਹੀਂ ਹੋ ਸਕਦਾ। ਦੈਟਸ ਮਾਈ। ਤੇ ਕਈ ਵਾਰੀ ਅਸੀਂ ਦੇਖਿਆ ਕਿ ਕੋਈ ਪ੍ਰਚਾਰਕ ਜਾਂ ਦੂਜੇ ਉਹ ਵੱਖਰੇ ਤਰ੍ਹਾਂ ਦੇ ਆਪਣੇ ਚੋਲੇ, ਚਾਦਰਾਂ, ਕਈ ਕੁਛ ਉਹ ਹੋ ਜਾਂਦਾ ਹੈ, ਵਿਖਾਉਂਦੇ ਨੇ। ਇੱਕ ਜੀ ਹੈ ਕਿ ਜਿਹੜਾ ਪ੍ਰਚਾਰ ਦੇ ਵਿੱਚ ਇੱਕ ਸਾਡੇ ਦਿਮਾਗ 'ਚ ਆਈ ਕਿ ਗੁਰਦੁਆਰੇ ਦੇ ਵਿੱਚ ਸਵਾਲ ਜਵਾਬ ਲਈ ਸਮਾਂ ਹੋਣਾ ਚਾਹੀਦਾ। ਗੁਰੂ ਸਾਹਿਬ ਵੇਲੇ ਲੋਕੀ ਪੁੱਛ ਲੈਂਦੇ ਸੀ ਗੁਰੂ ਸਾਹਿਬ ਤੋਂ, ਹੁਣ ਇੱਕ ਟੀਵੀ ਦੇਖਣ ਵਾਲਾ ਕੰਮ ਹੈ। ਗੁਰਦੁਆਰੇ ਜਾ ਕੇ ਤੁਸੀਂ ਉੱਥੇ ਪੁੱਛ ਨਹੀਂ ਸਕਦੇ, ਤੁਸੀਂ ਕਿਸੇ ਨੂੰ ਗੱਲ ਨਹੀਂ ਕਰ ਸਕਦੇ, ਭਾਵੇਂ ਤੁਸੀਂ, ਮੈਂ ਕੋਸ਼ਿਸ਼ ਕਦੀ ਪ੍ਰਾਈਵੇਟ ਕਰ ਲੈਂਦਾ ਹੁੰਦਾ, ਲੇਕਿਨ ਇਹੋ ਜਿਹੀਆਂ ਜਿਹੜੀਆਂ ਗੱਲਾਂ ਕੁਝ ਸਾਡੇ ਸੁਝਾਅ ਸੀ ਕਿ ਇੱਕ ਹੈ ਜੀ ਕਿ ਜੇ ਜਦੋਂ ਕੋਈ ਕੀਰਤਨ ਹੋਵੇ ਜਾਂ ਕੋਈ ਪਾਠ ਦਾ ਜੇ ਤੁਸੀਂ ਵਾਕ ਵੀ ਲੈਂਦੇ ਜੇ, ਉਹਦੇ ਸਹੀ ਅਰਥ ਜਿਹੜੇ ਨੇ, ਭਾਵ ਅਰਥ ਦੱਸਣੇ ਬਹੁਤ ਜ਼ਰੂਰੀ ਹੈ। ਤੁਸੀਂ ਕੀਰਤਨ ਕਰ ਲਓ, ਕਰੀ ਜਾਓ ਅੱਧਾ ਘੰਟਾ, ਉਹ 90% ਤੋਂ ਜ਼ਿਆਦਾ ਲੋਕਾਂ ਨੂੰ ਜੋ ਅਰਥ ਪਤਾ ਹੀ ਨਹੀਂ ਹੁੰਦਾ ਵੀ ਕਹਿ ਕੀ ਰਹੇ। ਹਾਂ, ਇਹ ਆ ਕਿ ਕੰਨ ਰਸ ਜ਼ਰੂਰ ਹੋ ਜਾਂਦਾ। ਤੇ ਜਿੰਨਾ ਚਿਰ ਇਸੇ ਤਰ੍ਹਾਂ ਹੀ ਜਿਹੜਾ ਵਾਕ ਆ ਜਾਂ ਪਾਠ ਚੱਲ ਰਿਹਾ ਜਾਂ ਕੋਈ ਵੀ ਆ, ਉਹਦੇ 'ਚ ਜਿੰਨਾ ਚਿਰ ਤੁਸੀਂ ਭਾਵ ਅਰਥ ਨਹੀਂ ਦੱਸਦੇ, ਉਹਨਾਂ ਚਿਰ ਉਹਦਾ ਕੋਈ ਬਾਹਰੀ ਇਫੈਕਟਿਵਨੈਸ ਨਹੀਂ ਹੁੰਦੀ। ਸੋ ਇਹੋ ਇੱਕ ਜੀ ਬੱਚਿਆਂ ਦੇ ਵਾਸਤੇ ਪ੍ਰੋਗਰਾਮ ਚਾਹੀਦੇ ਨੇ, ਤੇ ਜਿਹੜੇ ਕੋਈ ਜੇ ਹੋ ਸਕੇ ਤਾਂ। ਸੋ ਇਹ ਕੁਛ ਜੀ ਸੁਝਾਅ ਸਾਡੇ। ਤੇ ਜਿਵੇਂ ਖਾਸ ਪ੍ਰੋਗਰਾਮ ਮਾਘੀ ਦੇ ਮੈਂ ਇੱਕ ਮੈਂਸ਼ਨ ਕਰਨਾ ਸੀ ਜੀ ਕਿ ਇਹਨਾਂ ਨੇ ਮੈਂਸ਼ਨ ਕੀਤਾ ਡਾਕਟਰ ਕਾਲਾ ਸਿੰਘ ਨਾ, ਮਾਘੀ ਦਾ ਕਈ ਜਗ੍ਹਾ ਇਹ ਹੈ ਜੀ 3 ਮਾਘੀਆਂ ਤੁਸੀਂ ਨਹਾ ਲਓ ਤੇ ਤੁਹਾਡੀ 84 ਕੱਟੀ ਜਾਂਦੀ ਹੈ ਜੀ। ਇਹ ਆਮ ਜਿਹੜਾ ਹੈ ਸਾਡੇ ਇੱਕ ਵਹਿਮ ਭਰਮ ਹੈਗਾ। ਤੇ ਧੰਨਵਾਦ ਜੀ। ਥੈਂਕ ਯੂ ਜੀ। ਵੈਸੇ ਤੁਸੀਂ ਬੜਾ ਇੰਪੋਰਟੈਂਟ ਹੈ, ਜੇ ਪੰਜਾਬ ਵਿੱਚ ਤੇ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਜਾਂ ਆਲੇ ਦੁਆਲੇ ਇੰਡੀਆ ਵਿੱਚ ਦੇਖਿਆ ਜਾਏ, ਲਿਸਟ ਬਣਾਈ ਜਾਏ ਕਿ ਕਿਹੜੇ ਗੁਰਦੁਆਰੇ ਆ ਜਿੱਥੇ 84 ਕੱਟੀ ਜਾਂਦੀ ਹੈ, ਤਾਂ ਮੇਰੇ ਖਿਆਲ ਬੜੇ ਤੁਹਾਨੂੰ ਲਿਸਟ ਯੂ ਵਿਲ ਗੈਟ ਇਟ ਇਨ 100 ਐਟ ਲੀਸਟ। ਮੈਂ ਇੱਕ ਜਸਟ ਇੰਸਟੈਂਸ ਦੱਸ ਦਿੰਦਾ ਕਿ ਇੱਕ ਥਾਂ ਤੇ 84 ਪੌੜੀਆਂ ਨਾਲ 84 ਕੱਟੀ ਜਾਂਦੀ ਹੈ,
ਤੇ ਦੂਜੀ ਥਾਂ ਤੇ ਇਹ ਮੇਰੇ ਨਾਲ ਵਾਪਰੀ। ਮੇਰੀ ਸਿਸਟਰ ਕਹਿੰਦੀ ਮੈਂ 84 ਪੌੜੀਆਂ ਕੱਟਣੀਆਂ। ਮੈਂ ਕਿਹਾ ਮੈਂ ਤੇਰੇ ਨਾਲ ਜਾ ਕੇ ਦੂਜੇ ਪਾਸੇ ਕੱਟ ਕੇ ਆਉਣਾ, ਦੇਖ 84 ਮਿੰਟ 'ਚ ਉਹ ਭੋਰਾ ਸਾਹਿਬ ਵਿੱਚੋਂ ਸੰਨ ਸਾਹਿਬ ਵਿੱਚੋਂ ਇੱਕ ਵਾਰੀ ਲੰਘ ਜਾਊਗਾ, 84 ਕੱਟੀ ਜਾਣੀ ਆ। So I can do same thing in 5 minutes, which you will do it in 12 hours. So 84 ਤੁਸੀਂ ਹਰ ਥਾਂ ਤੇ ਜਾਓ, ਬੋਰਡ 84 ਦਾ ਲੱਗਾ ਹੋਇਆ। 84 ਵਿੱਚ ਇਹ ਬੜਾ ਵੱਡਾ ਭਰਮ ਹੈ। ਇਹ 84 ਦਾ ਭਰਮ ਵਾਲਾ ਤੇ ਮੇਰੇ ਖਿਆਲ ਅਸੀਂ ਗੱਲ ਹੀ ਨਹੀਂ ਕੀਤੀ ਅੱਜ ਕਿ ਜਿਹੜਾ 84 ਕੱਟਣ ਵਾਲਾ। ਚਲੋ ਆਈ ਵਿਲ ਨਾਟ ਗੋ, ਮੈਂ ਆਪਣੇ ਲਈ ਵੀ ਟੌਪਿਕ ਮੇਰੇ ਲਈ ਬਹੁਤ ਵੱਡਾ ਹੈਗਾ ਜੇ ਮੈਂ ਸ਼ੁਰੂ ਹੋ ਜਾ। ਸੋ I think we are towards the end. Paul ji, ਤੁਸੀਂ hand raise ਕੀਤਾ, please. हाँ जी, वाहिगुरु जी का खालसा, वाहिगुरु जी की फतेह। Thank you so much जी। आज बहुत कुछ सीखने को मिला। I was learning a lot of very good key points on the different aspects of superstitions. ते जे दास को 2 कमेंट होंगे because a lot of speakers ने बेनती की थी कि ਅਸੀਂ ਗੁਰਦੁਆਰੇ SGPC ਜਾਂ ਹੋਰ institutions ਵੱਲ ਥੋੜਾ ਧਿਆਨ ਦਈਏ। But ਅਸੀਂ ਇੱਕ ਚੀਜ਼ ਸਮਝ ਗਏ that superstitions is not just a problem with ਸਿੱਖਾਂ ਦੇ ਨਾਲ ਹੀ ਹੈਗੀ ਹੈ, but every community has faced these things। ਅਤੇ ਗੁਰਮੁਖ ਸੁਖ ਫਲ ਪਾਰ ਉਤਾਰਾ, ਉਹ ਜਿਹੜੇ ਐਕਸ਼ਨ ਸਟੈਪਸ ਬਾਕੀ ਕੌਮਾਂ ਨੇ ਲਿੱਤੇ ਆ, those that have been living for many more years than longer than us, those societies, how did they resolve it? Basically 14 steps ਵਿੱਚ ਉਹਨਾਂ ਦਾ ਐਕਸ਼ਨ ਸਟੈਪ ਹੈਗਾ। ਜੇ ਦਾਸ ਕੋਲ ਪੂਰਾ ਸਮਾਂ ਨਾ ਹੋਇਆ, I'll only share about half of them and then the other half I'll share in the evening session। ਪਰ ਇਹ 14 steps ਬਹੁਤ ਇੰਪੋਰਟੈਂਟ ਹੈ ਕਿਉਂਕਿ ਜੇ ਸਾਨੂੰ ਸਮਝ ਆ ਗਏ ਨਾ, ਇੱਥੇ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਇੰਡੀਵਿਜੂਅਲ ਤੌਰ ਤੇ ਐਡਜਸਟਿੰਗ ਆਵਰ ਮਾਈਂਡਸੈਟਸ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਜਾਵੇ। Before we can hope that other people will help us to wean off these superstitions, the first thing we got to do is ask ourselves, is superstitions matlab ਆਈਆਂ ਕਿੱਥੋਂ, and do we really have to believe in them, or the more we debunk them? For example, ਕਾਲੀ ਬਿੱਲੀ ਦੀ ਸਟੋਰੀ ਅੱਜ ਬਹੁਤ ਆ ਰਹੀ ਸੀਗੀ। The moment we debunk this, maybe our life will become better. Number 2 is realizing that there is no rational proof that these superstitions can affect our life. Atam na chine par main vich sutta, because we are slipping away। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਵੇਂ 13 ਨੰਬਰ ਅਨਲਕੀ ਗਿਣਿਆ ਜਾਂਦਾ, ਪਰ ਸਾਡੀ ਸਿੱਖੀ ਦੇ ਵਿੱਚ 13 ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਗਿਣਤੀ ਤੇ ਆ ਗਏ ਸੀ। So how can 13 be, superstitious for some of my friends when for us ਗੁਰੂ ਨਾਨਕ ਦੇਵ ਜੀ 13 ਕਰ ਰਹੇ ਸੀ। Number 3 point is very important। ਸਾਨੂੰ ਕਈ ਵਾਰੀ ਰੈਗੂਲਰ ਇਨਕਨਵੀਨੀਅੰਸ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ। ਹਰ ਸਿਮਰਤ ਸਹਿਸਾ ਦੁੱਖ ਵਿਆਪੇ, ਦੁੱਖ ਆਉਂਦੇ ਨੇ when we consider superstitions। ਤੇ ਗੁਰੂ ਜੀ ਕਹਿੰਦੇ ਸਿਮਰਤ ਨਾਮ ਭਰਮ ਭਉ ਭਾਗੇ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਜਿਸ ਤਰ੍ਹਾਂ ਅਸੀਂ ਕਈ ਵਾਰੀ ਦੇਖਦੇ ਹਾਂ ਉਹ ਲੰਬਾ ਪਾਥ ਲੈਂਦੇ ਹਾਂ ਕਿਉਂਕਿ ਕਾਲੀ ਬਿਗਲੀ ਇੱਥੋਂ ਲੰਘ ਗਈ ਸੀਗੀ, ਜਾਂ ਅਸੀਂ ਐਕਸਟਰਾ 10 ਮਿੰਟਸ ਵਾਕ ਕਰਕੇ ਜਾਂਦੇ ਹਾਂ ਕਿਉਂਕਿ ਲੱਕੀ ਕੀ ਕਹਿੰਦੇ ਨੇ ਉਧਰੋਂ ਸਾਡੇ ਵਾਸਤੇ ਲੱਕੀ ਰਸਤਾ ਹੈਗਾ। ਤੇ ਨੰਬਰ 4 ਵੈਰੀ ਇੰਪੋਰਟੈਂਟ ਇਹ ਹੈਗਾ, ਜੇ ਹੋ ਸਕੇ ਜਦੋਂ ਵੀ ਕੋਈ ਡਿਸੀਜਨ ਲੈਣੀ ਹੈ ਜ਼ਿੰਦਗੀ ਦੇ ਵਿੱਚ, whenever making a decision, let us rely on common sense and sound pattern of reasoning as opposed to all these weird feelings and fears of supernatural signs। ਜਿਸ ਤਰ੍ਹਾਂ ਮਨ ਮੋਹ ਖੋਏ ਗੁਰ ਪਰਮ ਪੇਖ ਨਾਨਕ ਪਸਰੇ ਪਾਰ ਬ੍ਰਹਮ, ਇਹ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਸੋ ਜਿੱਥੇ ਅਸੀਂ ਪੰਜਵੀਂ ਗੱਲ ਤੇ ਆਵਾਂਗੇ ਨਾ, ਵੈਰੀ ਇੰਪੋਰਟੈਂਟ ਇਹ, ਕਿਉਂਕਿ ਗੁੱਡ ਲੱਕ ਚਾਰਮ ਜਿਹੜੇ ਹੁੰਦੇ ਨੇ ਉਹ ਅਸੀਂ ਬਹੁਤ ਪਹਿਨਦੇ ਆ। ਆਪ ਜਿਵੇਂ ਭਾਈ ਸਾਹਿਬ ਜੀ ਮੋਡਰੇਟਰ ਸਾਹਿਬ ਜੀ ਨੇ ਵੀ ਕਿਹਾ ਸੀ, ਹਾਂਜੀ ਬਹੁਤ ਗੁੱਡ ਲੱਕ ਚਾਰਮਸ, ਭਾਵੇਂ ਅੰਗੂਠੀਆਂ ਪਾਈਆਂ ਹੋਣ ਜਾਂ ਜੋ ਵੀ, ਪਰ ਇੱਥੇ ਸਾਨੂੰ ਸਿੱਖ ਲੈਣਾ ਚਾਹੀਦਾ that we cannot control all the circumstances in life। ਇਹ ਤਾਂ ਮੰਨ ਲੈਂਦੇ ਆ, ਪਰ ਅਸੀਂ ਕੰਟਰੋਲ ਇਹ ਕਰ ਸਕਦੇ ਹਾਂ how we react to whatever happens in our life। so ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤਿੱਖਣ ਮੋਹ ਕੀ ਫਾਸ, ਕਾਟਨ ਹਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਕੇ ਕਰੋ ਨਿਵਾਸ। ਜੇ ਅਸੀਂ ਇਹ ਸਿੱਖ ਲਿਆ ਨਾ, ਫਿਰ ਅਸੀਂ ਇਹ ਨਹੀਂ ਕਹਾਂਗੇ ਕੁਝ ਇੰਪੋਰਟੈਂਟ ਹੈ ਕੁਝ ਨਹੀਂ ਹੈ। ਤੇ ਮੈਂ ਅਖੀਰਲੇ ਪੁਆਇੰਟ ਨੰਬਰ 6 ਤੇ ਜਾ ਕੇ ਸਮਾਪਤ ਕਰਦਾ। ਬਾਕੀ ਦੇ ਜਿਹੜੇ ਅਗਲੇ 8 ਪੁਆਇੰਟ ਨੇ ਉਹ ਸ਼ਾਮ ਨੂੰ ਸ਼ੇਅਰ ਕਰ ਲਾਂਗੇ ਕਿਉਂਕਿ ਸਾਰਿਆਂ ਦਾ ਟਾਈਮ ਬਹੁਤ ਇੰਪੋਰਟੈਂਟ ਹੁੰਦਾ ਹੈ। ਤੇ ਨੰਬਰ 6 ਕਹਿੰਦਾ ਐਕਸਪੈਕਟ ਦ ਬੈਸਟ ਇਨਸਟੈਡ ਆਫ ਦ ਵਰਸ। ਜੇ ਅਸੀਂ ਇਸ ਨੂੰ ਆਪਣੀ ਮਾਈਂਡ ਵਿੱਚ ਕਰ ਲਿਆ ਨਾ ਕਿ ਦ ਮਾਈਂਡ ਇਜ਼ ਟੋਟਲੀ ਡਿਜ਼ੀਜ਼ਡ ਇਨ ਡਾਊਟ, ਸੁਪਰਸਟੀਸ਼ਨਸ ਐਂਡ ਡੁਐਲਿਟੀ, ਰੋਗ ਭਰਮ ਭੇਦ ਮਨ ਦੂਜਾ, ਗੁਰਬਿਨ ਭਰਮ ਜਪੋ ਜਪ ਦੂਜਾ, ਆਦ ਪੁਰਖ ਗੁਰ ਦਰਸਨਾ ਦੇਖੈ, ਵਿਣ ਗੁਰ ਸ਼ਬਦੇ ਜਨਮ ਕੀ ਲੇਖੈ। ਫਿਰ ਗੁਰੂ ਜੀ ਕਹਿੰਦੇ
ਜੇ ਅਸੀਂ ਸ਼ਬਦ ਦੇ ਨਾਲ ਨਾ ਜੁੜੇ ਤਾਂ ਹਿਊਮਨ ਬਰਥ ਸਾਡਾ ਕਿਹੜੇ ਕੰਮ ਦਾ। ਸੋ ਵੀ ਗੋਟ ਟੂ ਕਮ ਓਵਰਕਮ ਥੀਸ ਥਿੰਗਸ। ਮੈਂ ਪਹਿਲੇ ਉੱਥੇ ਬੇਨਤੀ ਕੀਤੀ ਪ੍ਰਥਮੇ ਮਨ ਪ੍ਰਬੋਧੇ ਆਪਣਾ। ਸੋ ਇਫ ਯੂ ਕੈਨ ਟਰਾਈ ਐਂਡ ਐਕਸਪਲੇਨ ਟੂ ourselves, our mind, one person at a time as a community, we will all move slowly but surely away. ਤੇ part 2 ਤੇ part 3 ਵਿੱਚ taking actions ਦੇ ਜਿਹੜੇ 5 ਸਟੈਪ ਹੁੰਦੇ ਨੇ ਤੇ 3 ਸਟੈਪ ਉਹਨਾਂ ਨੂੰ ਕਿਵੇਂ ਹਮੇਸ਼ਾ ਲਈ ਅਸੀਂ ਸਟਿਕ ਕਰ ਸਕੀਏ ਦਾਸ ਸ਼ਾਮ ਦੇ ਮੀਟਿੰਗ ਵਿੱਚ ਸ਼ੇਅਰ ਕਰੇਗਾ। ਪਰ ਬੇਨਤੀ ਇਤਨੀ ਹੈ, let us resolve each of our own ਮਨ ਤੇ ਬਾਕੀ ਸਾਰੀ ਕੌਮ ਵੀ ਠੀਕ ਹੋ ਜਾਏਗੀ। ਭੁੱਲ ਚੁੱਕਾ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਤੁਸੀਂ ਐਗਜ਼ੈਕਟਲੀ ਸੋਲੂਸ਼ਨਸ ਦੇ ਉੱਤੇ ਆ ਤੇ ਇੰਡੀਵਿਜੂਅਲ ਦੇ ਤਾਂ ਹੈਗਾ ਹੀ ਹੈ ਕਿ ਸਾਨੂੰ ਇਹ ਸਾਰਿਆਂ ਨੂੰ ਇੰਡੀਵਿਜੂਅਲੀ ਕਰਨਾ ਚਾਹੀਦਾ, ਬਟ ਦੈਨ ਅੱਗੋਂ ਕਮਿਊਨਿਟੀ 'ਚ ਕਿੱਦਾਂ ਅਸੀਂ ਐਕਸਪਲੇਨ ਕਰਨਾ, ਉੱਥੇ ਅਸੀਂ ਫਸੇ ਹੋਏ ਹਾਂ ਸਾਰੇ ਜਣੇ। ਚਲੋ ਖੈਰ, ਮੈਂ ਆਈ ਥਿੰਕ ਵੀ ਆਰ ਟੂਵਰਡਸ ਦੀ ਐਂਡ ਆਫ ਇਟ। ਤੇ ਭੈਣ ਜੀ, ਭੈਣ ਮਨਦੀਪ ਕੌਰ ਜੀ, ਤੁਸੀਂ ਸਾਰਿਆਂ ਦਾ ਥੈਂਕਸ ਕਰੋ ਜੀ, ਫਿਰ ਅਸੀਂ ਫਤਿਹ ਬੁਲਾਈਏ ਜੀ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਾਰੇ ਹੀ ਵੀਰਾਂ ਤੇ ਵੀਰਾਂ ਨੇ ਵਿਚਾਰ ਰੱਖੇ, ਭੈਣ ਤਾਂ ਮੈਨੂੰ ਲੱਗਦਾ ਕੋਈ ਆਈ ਨਹੀਂ ਹੋਰ। ਤੁਸੀਂ ਹੈਗੇ ਹੋ। ਹਾਂਜੀ, ਔਰ ਨਹੀਂ, ਜਸਵਿੰਦਰ ਕੌਰ ਜੀ ਹੈਗੇ ਆ। ਹਾਂਜੀ ਹਾਂਜੀ, ਜਸਵਿੰਦਰ ਕੌਰ ਜੀ ਹੈ ਨੇ। ਡਾਕਟਰ ਕਾਲਾ ਸਿੰਘ ਵੀਰ ਜੀ ਨੇ ਵੀ ਬਹੁਤ ਹੀ ਹਰ ਜਿਹੜਾ ਪੱਖ ਲੈ ਕੇ ਉਹਨਾਂ ਨੇ ਗੱਲ ਕੀਤੀ, ਗੁਰਬਾਣੀ ਦੀ ਗੱਲ ਕੀਤੀ। ਕੋਈ ਵੀ ਗੱਲ ਉਹਨਾਂ ਨੇ ਜਿਹੜੀ ਸਾਨੂੰ ਸਮਝਾਈ ਆ, ਉਹ ਗੁਰਬਾਣੀ ਦੀ ਐਗਜ਼ਾਮਪਲ ਲੈ ਕੇ, ਗੁਰਬਾਣੀ ਚੋਂ ਫਰਮਾਨ ਲੈ ਕੇ ਜਿਹੜੀ ਗੱਲ ਆ ਸਮਝਾਈ ਹੈ, ਔਰ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ। ਵੀਰ ਬਲਵੰਤ ਸਿੰਘ ਜੀ ਇਹਨਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਗਲੋਬਲ ਸਿੱਖ ਕੌਂਸਲ ਨੂੰ ਜਾਂ ਆਰਗੇਨਾਈਜੇਸ਼ਨਸ ਨੂੰ ਜਿਹੜੇ ਸਟੈਪ ਲੈਣੇ ਚਾਹੀਦੇ ਆ। ਵੀਰ ਜੀ, ਸਾਡੇ ਜਿਹੜੇ ਫੋਰਮ, ਓਪਨ ਫੋਰਮ ਅਸੀਂ ਚਲਾ ਰਹੇ ਹਾਂ ਕਿ ਸੁਣੀਏ ਕਿਛ ਕਹੀਏ ਦੇ ਨਾਮ ਤੇ, ਜਿੱਥੇ ਅਸੀਂ ਇਹ ਚਲਾ ਰਹੇ ਹਾਂ ਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਲਿਆਂਦਾ ਜਾਏ, ਜਾਂ ਹੋਰ ਵੀ ਜਿਹੜਾ ਵੀ ਲੈਣਾ ਚਾਹਵੇ। ਸਾਡੇ ਹਫਤੇ ਦੇ ਵਿੱਚ 3 ਪ੍ਰੋਗਰਾਮ ਜਿਹੜੇ ਨੇ ਉਹ ਚੱਲਦੇ ਨੇ, ਤਾਂ ਕਿ ਉੱਥੇ ਜਾ ਕੇ ਹਰ ਬੰਦਾ ਉਸ ਜ਼ੂਮ ਐਪ ਤੇ ਆਵੇ, ਆ ਕੇ ਉਸ ਪ੍ਰੋਗਰਾਮ ਤੇ ਆਪਣੇ ਜਿਹੜੇ ਵਿਚਾਰ ਆ ਖੁੱਲ ਕੇ ਰੱਖ ਸਕਦਾ ਹੈ। ਅਸੀਂ ਆਪਣੀ ਵੱਲੋਂ ਕੋਸ਼ਿਸ਼ ਕਰ ਰਹੇ ਹਾਂ, ਬਾਕੀ ਜਿਵੇਂ ਜਿਵੇਂ ਅੱਗੇ ਚੱਲਦੇ ਜਾਵਾਂਗੇ ਐਕਸ਼ਨ ਪਲਾਨ ਦੀ ਕੋਸ਼ਿਸ਼ ਅਸੀਂ ਜਿਹੜੀ ਆ ਉਹ ਪੂਰੀ ਕਰ ਰਹੇ ਹਾਂ। ਜਿੱਥੇ ਗੁਰਦੁਆਰਿਆਂ ਦੀ ਗੱਲ ਕੀਤੀ ਆ, ਡੁਐਲਿਟੀ ਦੀ ਗੱਲ ਕੀਤੀ ਆ, ਮੈਂ ਇੱਕ ਗੱਲ, ਕਿਉਂਕਿ ਐਜ਼ ਅ ਲੇਡੀਜ਼ ਹੋਣ ਦੇ ਨਾਤੇ ਮੈਂ ਇਹ ਗੱਲ ਜ਼ਰੂਰ ਕਹਾਂਗੀ, ਵੀਰ ਜੀ ਨੇ ਕਿਹਾ ਸੀ ਵੀ ਘਰ ਦੇ ਵਿੱਚੋਂ ਸ਼ੁਰੂ ਹੋਣਾ ਚਾਹੀਦਾ, ਲੇਡੀਜ਼ ਨਹੀਂ ਮੰਨਦੀਆਂ। ਬਿਲਕੁਲ ਸਹੀ ਗੱਲ ਆ ਵੀਰ ਜੀ। ਜਿੱਥੇ ਲੇਡੀਜ਼, ਕਈ ਵਾਰੀ ਜੈਂਟਸ ਕਹਿ ਦਿੰਦੇ ਆ ਵੀ ਇਹ ਕੰਮ ਨਹੀਂ ਕਰਨਾ, ਪਰ ਇੱਕ ਲੇਡੀ ਹੋਣ ਦੇ ਨਾਤੇ ਮੈਨੂੰ ਪਤਾ ਵੀ ਲੇਡੀਜ਼ ਜਿਹੜੀਆਂ ਨੇ ਕਈ ਵਾਰੀ ਬੜੀ ਜਿੱਦ ਫੜ ਲੈਂਦੀਆਂ, ਨਹੀਂ ਜੀ ਅਸੀਂ ਇਹ ਜੇ ਸ਼ਗਨ ਵਿਹਾਰ ਨਾ ਕੀਤੇ ਤੇ ਪਤਾ ਨਹੀਂ ਇਹ ਕੰਮ ਪੂਰਾ ਹੋਣਾ ਹੈ ਕਿ ਨਹੀਂ ਹੋਣਾ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਪਰ ਹਰ ਮਾਮਲੇ 'ਚ ਨਹੀਂ। ਬਹੁਤ ਭੈਣਾਂ ਇਸ ਤਰ੍ਹਾਂ ਵੀ ਹੈਗੀਆਂ ਨੇ ਜਿਹੜੀਆਂ ਗੁਰਮਤ ਨੂੰ ਮੰਨਦੀਆਂ ਨੇ, ਔਰ ਗੁਰਮਤ ਨੂੰ ਮੰਨ ਕੇ ਉਹਨਾਂ ਨੇ ਆਪਣੇ ਘਰ ਦੇ ਵਿੱਚੋਂ ਵਹਿਮ ਭਰਮ ਜਿਹੜੇ ਨੇ ਉਹ ਕੱਢੇ ਵੀ ਨੇ। ਪਰ ਗੱਲ ਇਹੀ ਆ ਜਾਂਦੀ ਹੈ ਕਿ ਗੁਰਬਾਣੀ ਦੇ ਨਾਲ ਜਿੰਨੀ ਦੇਰ ਤੱਕ ਅਸੀਂ ਨਹੀਂ ਜੁੜਦੇ, ਭਾਵੇਂ ਰਹਿਤ ਮਰਿਆਦਾ ਦੀ ਗੱਲ ਵੀਰ ਜੀ ਨੇ ਕੀਤੀ ਆ, ਗੁਰਦੁਆਰਿਆਂ 'ਚ ਹੋ ਰਹੇ ਅਖੰਡ ਪਾਠ ਸਾਹਿਬਾਂ ਦੀ ਗੱਲ ਕੀਤੀ ਆ ਡਾਕਟਰ ਜਸਵੰਤ ਸਿੰਘ ਵੀਰ ਜੀ ਇਹਨਾਂ ਨੇ, ਜਾਂ ਡਾਕਟਰ ਜਗਜੀਤ ਸਿੰਘ ਵੀਰ ਜੀ ਨੇ 84 ਦੀ ਗੱਲ ਕੀਤੀ ਹੈ। ਬਿਲਕੁਲ ਸਹੀ ਗੱਲ ਹੈ। 84 ਪੌੜੀਆਂ ਤੇ ਚੜ੍ਹਨ ਉਤਰਨ ਨੂੰ ਜਿੰਨਾ ਟਾਈਮ ਲੱਗਣਾ, ਉਹਨਾਂ ਟਾਈਮ ਸੰਨ ਸਾਹਿਬ ਜਾ ਕੇ ਤੁਸੀਂ ਇੱਕੋ ਵਾਰੀ ਹੋਲ ਚੋਂ ਨਿਕਲ ਜਾਓ ਤੇ ਕਹਿ ਦਿੰਦੇ ਜੀ ਇੱਥੇ ਵੀ 84 ਕੱਟੀ ਜਾਂਦੀ। ਔਰ ਤਰਨ ਤਾਰਨ ਦੇ ਲਾਗੇ ਇੱਕ ਹੋਰ ਵੀ ਪਿੰਡ ਹੈਗਾ ਜਿੱਥੇ ਕੰਧ ਦੇ ਉੱਤੇ ਚੜ੍ਹ ਕੇ ਝੂਟਾ ਦਿੰਦੇ ਨੇ, ਕਹਿੰਦੇ ਨੇ ਜੀ ਇੱਥੇ ਵੀ 84 ਕੱਟੀ ਜਾਂਦੀ। ਇਸ ਤਰ੍ਹਾਂ ਦਾ ਵੀ ਬਹੁਤ ਕੁਝ ਚੱਲਦਾ ਹੈ। ਇਹ ਬਹੁਤ ਕੁਝ ਸਾਡੇ ਸਾਰਿਆਂ ਦੇ ਵਿੱਚ ਭਰਮ ਜਿਹੜੇ ਨੇ ਪਾਏ ਜਾਂਦੇ ਨੇ, ਚੱਲਦੇ ਨੇ। ਔਰ ਕਰਵਾ ਚੌਥ ਦੇ ਨਾਂ ਤੇ ਸਾਡੀਆਂ ਸਿੱਖ ਭੈਣਾਂ ਜਿਹੜੀਆਂ ਨੇ ਉਹ ਸ਼ਾਇਦ ਉਹਨਾਂ ਹਿੰਦੂ ਭੈਣਾਂ ਨਾਲ ਰੱਖਦੀਆਂ ਹੁਣ ਜਿੰਨੀਆਂ ਸਾਡੀਆਂ ਸਿੱਖ ਭੈਣਾਂ ਰੱਖਦੀਆਂ ਨੇ। ਜਦੋਂ ਉਹਨਾਂ ਨੂੰ ਸਮਝਾਓ ਵੀ ਕਰਵਾ ਚੌਥ ਹੈ ਕੀ ਆ, ਇਹ ਬੜੀ, ਮੈਂ ਇੱਥੇ ਕਹਾਣੀ ਤਾਂ ਨਹੀਂ ਦੱਸਾਂਗੀ, ਪਰ ਇਹ ਬੜੀ ਮਿਥਿਹਾਸਕ ਔਰ ਬੜੀ ਘਟੀਆ ਔਰ ਹਾਸੋਹੀਣੀ ਜਿਹੜੀ ਹੈ ਸਟੋਰੀ ਇਹਦੇ ਨਾਲ ਜੁੜੀ ਹੋਈ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਿਸ਼ਵਕਰਮਾ ਜਿਹੜਾ ਆਣਾ ਹੈ, ਉਹਨੂੰ ਲੋਕਾਂ ਨੇ ਐਡਾ ਖੁਸ਼ ਹੋ ਕੇ ਮਨਾਉਣਾ ਹੈ। ਕਈ ਜਾਣੇ ਕਹਿੰਦੇ ਨੇ ਭੈਣ ਜੀ ਤੁਸੀਂ ਮੰਨਦੇ ਨਹੀਂ ਵਿਸ਼ਵਕਰਮਾ। ਮੈਂ ਕਹਿੰਦੀ ਜੀ ਮੰਨਣਾ ਚਾਹੀਦਾ ਹੈ। ਜਿਨ੍ਹਾਂ ਦਾ ਪਿਓ, ਜਿਨ੍ਹਾਂ ਦਾ ਬਾਪ ਆ ਉਹ ਮੰਨਣ ਵਿਸ਼ਵਕਰਮਾ ਨੂੰ, ਜਿਨ੍ਹਾਂ ਦਾ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਭ ਕੁਝ ਮੰਨਦੇ ਨੇ, ਉਹਨਾਂ ਨੂੰ ਵਿਸ਼ਵਕਰਮਾ ਮੰਨਣ ਦੀ ਲੋੜ ਨਹੀਂ। ਉਹ ਇੱਕ ਬੰਦਾ ਸੂਰਜ ਨੂੰ ਖਰਾਬ ਤੇ ਚੜਾ ਕੇ ਛਾਂਟ ਦਿੰਦਾ ਹੈ ਤੇ ਕਹਿ ਦਿੰਦੇ ਨੇ ਜੀ ਇਹ ਵਿਸ਼ਵਕਰਮਾ ਦੀ ਇਹ ਸਟੋਰੀ ਆ। ਪਤਾ ਨਹੀਂ ਕਿੱਥੋਂ ਕਿੱਥੋਂ ਇਹ ਭਰਮ ਸਾਰੇ ਆਏ ਨੇ। ਔਰ ਸਾਰਿਆਂ ਵੀਰਾਂ ਨੇ ਜਿਹੜੀ ਗੱਲ ਕਹੀ ਆ ਕਿ ਜਿੰਨੀ ਦੇਰ ਤੱਕ ਅਸੀਂ ਗੁਰਬਾਣੀ ਦੇ ਨਾਲ ਨਹੀਂ ਜੋੜਦੇ, ਗੁਰਬਾਣੀ ਦੀ ਐਜੂਕੇਸ਼ਨ ਅਸੀਂ ਜਿੰਨੀ ਦੇਰ ਤੱਕ ਨਹੀਂ ਲੈਂਦੇ, ਆਪਣੇ ਘਰਾਂ 'ਚ ਗੁਰਬਾਣੀ ਨੂੰ ਨਹੀਂ ਅਸੀਂ ਲੈ ਕੇ ਆਉਂਦੇ, ਉਨੀ ਦੇਰ ਤੱਕ ਇਹਦਾ ਹੱਲ ਨਹੀਂ ਨਿਕਲਣਾ। ਸਾਰਿਆਂ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇੰਨੇ ਵਧੀਆ ਵਿਚਾਰ ਰੱਖੇ। ਸਭ ਦਾ ਜਿੰਨਾ ਵੀ ਅਸੀਂ ਧੰਨਵਾਦ ਕਰੀਏ ਉਹਨਾਂ ਥੋੜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਾਣੀਆਂ ਤੇ ਬਹੁਤ ਹੈਗੀਆਂ, ਜੇ ਭਰਮਾਂ ਤੇ ਅਸੀਂ ਚੱਲਣੀਆਂ ਸ਼ੁਰੂ ਕਰ ਦਈਏ ਤਾਂ there are so many instances
बट मैं एक, क्योंकि सारे बैठे हैं, मैं एक साइंटिफिक रीयल स्टोरी थोड़ी जी शेयर करन लगा। इसरो जिहड़ी कि इंडियन स्पेस रिसर्च ऑर्गेनाइजेशन है, जिहड़ी स्पेस नाल डील करदी है, जिन्हों ये पता है कि सूरज की है, चंद्रमा की है, सब कुछ पता है। पहली गल तो वो चंद्रयान करन लग्या उन्होंने सूर्य की पूजा की, जिन्होंने पता हैगा वो ये कर रहे हैं। और पहली बारी जदों उन्होंने पूजा करवाई तो वो रॉकेट नहीं चढ़िया, और पता नहीं क्यों की टैक्नीकल स्नैग आ गई, वो नहीं सी चढ़िया। फिर उन्होंने जदों रीस्कैड्यूल किया, उस तो बाद सतगुरु जी को फिर पूजा करवाई ते फिर चढ़ाया, तो फिर वो उल्टे पासे जा चढ़िया, वो किधरे होर ही पहुंच गया चंद्रमा के दूजे पासे, एंड दे कुडंट फाइंड इट की होया। ते बाद जदों हो गया, जिहड़ी मैं इंस्टेंस दसन लगा वो है वहम भरम की गल। इसरो दा चेयरमैन वाज सीन गोइंग टू ए रिवर एंड टेकिंग ए बाथ एंड डूइंग सन पूजा। ये जे साइंटिफिक बंदे दा टैंपरामेंट होंदिया होया जिहड़ा इसरो नूं हैड कर रहा है, वो ये काम कर रहा है, तो असीं सोच सकते हैं कितनी डीप रूटेड वहम है साडे विच, जिहड़ी ईवन असीं इत्थे भी गल कीती साइंटिफिक टैंपरामेंट दी, वो कित्थे पहुंची हुई है। सो दिस वाज जस्ट अ नरेशन ऑफ ए इंसीडेंट विच हैज हैपेंड रीसेंटली एंड आई हैव जस्ट स्टेटेड इट। सो ये देखिया जा सकता, ये ऑलरेडी ऑन रिकॉर्ड है सब कुछ। सो बाई चांस भुल चुक दी खिमा, आई डोंट वांट टू गो टेक मच ऑफ द टाइम, सॉरी जे मैं कोई टाइम ज़्यादा लै गया। सो सारिਆਂ ਦਾ बहुत बहुत थैंक्स, सारिਆਂ ਨੂੰ डॉक्टर जगजीत सिंह ਵੱਲੋਂ ਤੇ ਸਾਰਿਆਂ ग्लोबल सिख काउंसिल ਵੱਲੋਂ ਵਾਹਿਗੁਰੂ जी का खालसा ਵਾਹਿਗੁਰੂ ਜੀ ਕੀ ਫਤਿਹ। ਫਤਿਹ। Thank you, Ji.